ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫਿਰ ਇੱਕ ਨਵੇਂ ਐਪੀਸੋਡ ਦੇ ਨਾਲ, ਐਪੀਸੋਡ ਨੰਬਰ 15 ਬੀ ਯੋਰ ਓਨ ਡਾਕਟਰ, ਆਪਣਾ ਡਾਕਟਰ ਆਪ ਬਣੋ ਦਾ ਲੜੀ ਨੰਬਰ 16, ਜਿਹਦੇ ਵਿੱਚ ਅਸੀਂ ਪਿਛਲੇ ਲੜੀ ਤੋਂ ਹੀ ਚੱਕਾਂਗੇ ਜਿੱਥੇ ਗੱਲ ਖਤਮ ਹੋਈ ਸੀ ਕਿ ਬਲੱਡ ਪ੍ਰੈਸ਼ਰ ਜਿਹੜਾ ਉਹ ਕਿਉਂ ਹੁੰਦਾ, ਨਾੜੀਆਂ ਦੇ ਵਿੱਚ ਬਲੋਕੇਜ ਕਿਉਂ ਆਉਂਦੀ ਹੈ, ਸਫਾਈ ਕਿਵੇਂ ਕੀਤੀ ਜਾ ਸਕਦੀ ਹੈ, ਘਰ ਬੈਠੇ ਆਪਾਂ ਬਲੱਡ ਪ੍ਰੈਸ਼ਰ ਜੇ ਵੱਧ ਜੇ ਜਾਂ ਘਟ ਜੇ ਤਾਂ ਉਹਦਾ ਇਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ। ਅੱਜ ਆਪਾਂ ਉੱਥੋਂ ਹੀ ਅੱਗੇ ਸ਼ੁਰੂ ਕਰਦੇ ਹਾਂ, ਕਿਉਂਕਿ ਬਲੱਡ ਪ੍ਰੈਸ਼ਰ ਹੀ ਇੱਕ ਅਜਿਹਾ ਕਾਰਨ ਹੈ ਜਿਹੜਾ ਅੱਗੇ ਚੱਲ ਕੇ ਜਿਹੜਾ ਉਹ ਹਾਰਟ ਅਟੈਕ ਯਾਨੀ ਦਿਲ ਦੇ ਦੌਰੇ ਦਾ ਕਾਰਨ ਬਣਦਾ। ਬਲੱਡ ਪ੍ਰੈਸ਼ਰ ਹੀ ਇੱਕ ਅਜਿਹਾ ਕਾਰਨ ਹੈ ਜਿਹੜਾ ਅੱਗੇ ਚੱਲ ਕੇ ਜਿਹੜਾ ਉਹ ਬ੍ਰੇਨ ਹੈਮਰੇਜ ਜਾਂ ਬ੍ਰੇਨ ਸਟ੍ਰੋਕ ਜਾਂ ਇਸ ਤਰ੍ਹਾਂ ਦੀ ਅੱਗੇ ਹੋਰ ਕਾਰਨਾਂ 'ਚ ਜਾਂ ਪੈਰਾਲਿਸਿਸ ਦਾ ਕਾਰਨ ਬਣਦਾ। ਲੇਕਿਨ ਅੱਜ ਆਪਾਂ ਗੱਲ ਕਰਾਂਗੇ ਹਾਰਟ ਅਟੈਕ ਦੀ। ਹਾਰਟ ਅਟੈਕ ਕਿਉਂ ਹੁੰਦਾ, ਬਲੱਡ ਪ੍ਰੈਸ਼ਰ ਉਹਦੇ ਵਿੱਚ ਕਿੰਨਾ ਕੁ ਰੋਲ ਹੁੰਦਾ, ਬਲੋਕੇਜ ਦਾ ਉਹਦੇ ਵਿੱਚ ਕਿੰਨਾ ਕੁ ਰੋਲ ਹੁੰਦਾ, ਬਲੱਡ ਵੈਸਲਸ ਦੇ ਵਿੱਚ ਉਹ ਆਈਆਂ ਖਰਾਬੀਆਂ ਦਾ ਜਿਹੜਾ ਕਿੰਨਾ ਕੁ ਰੋਲ ਹੁੰਦਾ, ਅਤੇ ਕੀ ਹਾਰਟ ਦੀ ਆਪਣੀ ਸਿਹਤ ਖਰਾਬ ਹੋਣ ਨਾਲ ਵੀ ਜਿਹੜਾ ਹਾਰਟ ਅਟੈਕ ਹੁੰਦਾ। ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁੱਤਾਂ। ਡਾਕਟਰ ਸਾਹਿਬ, ਪਿਛਲੇ ਐਪੀਸੋਡ ਦੇ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਆਪਾਂ ਗੱਲ ਕੀਤੀ ਕਿ ਜਿਹੜਾ ਬਲੱਡ ਵੈਸਲਸ ਜਿਹੜੇ ਨੇ ਉਹ ਖੂਨ ਦੀਆਂ ਨਾੜੀਆਂ ਯਾਨੀ ਆਰਟਰੀਜ਼ ਦੇ ਵਿੱਚ ਜਦੋਂ ਬਲੋਕੇਜ ਆਉਂਦੀ ਹੈ ਤਾਂ ਉਹਦੇ ਨਾਲ ਪ੍ਰੋਬਲਮ ਕੀ ਆਉਂਦੀ ਹੈ, ਅਤੇ ਅੱਗੇ ਚੱਲ ਕੇ ਜਿਹੜਾ ਉਹ ਕਿੱਦਾਂ ਬਲੱਡ ਪ੍ਰੈਸ਼ਰ ਦਾ ਹਾਈ ਬਲੱਡ ਪ੍ਰੈਸ਼ਰ ਲੋ ਬਲੱਡ ਪ੍ਰੈਸ਼ਰ ਦੇ ਵਿੱਚ ਜਿਹੜਾ ਤਬਦੀਲ ਹੋ ਜਾਂਦਾ। ਉਹਦੇ ਅੰਦਰ ਦੀ ਸਾਇੰਸ ਕੀ ਹੈਗੀ ਆ, ਵਿਗਿਆਨ ਕੀ ਹੈ, ਅੰਦਰ ਕੁਦਰਤ ਨੇ ਅੰਦਰ ਜਿਹੜਾ ਉਹਦਾ ਕੀ ਕਰਿਸ਼ਮਾ ਕੀਤਾ ਹੋਇਆ ਨਾੜੀਆਂ ਦੇ ਅੰਦਰ, ਅਤੇ ਅਸੀਂ ਉਹਨੂੰ ਕਿਸ ਤਰ੍ਹਾਂ ਵਿਗਾੜ ਲੈਂਦੇ ਹਾਂ ਅਤੇ ਕਿੱਦਾਂ ਫਿਰ ਉਹਨੂੰ ਅਸੀਂ ਠੀਕ ਕੀਤਾ ਜਾ ਸਕਦਾ ਜੇ ਵਿਗੜ ਵੀ ਗਿਆ ਹੋਵੇ ਤਾਂ। ਹੁਣ ਅੱਜ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਜਿਹੜੀਆਂ ਬਲੱਡ ਵੈਸਲਸ ਆਰਟਰੀਜ਼ ਜਿਹਨਾਂ ਨੂੰ ਆਪਾਂ ਕਹਿੰਦੇ ਹੈਗੇ ਆ, ਨਾੜੀਆਂ ਕਹਿੰਦੇ ਆ ਖੂਨ ਦੀਆਂ, ਜੇਕਰ ਉਹਨਾਂ ਦੇ ਵਿੱਚ ਕੁਝ ਖਰਾਬੀ ਆਈ ਵੀ ਹੋਈ, ਉਹੋ ਹੀ ਇੱਕ ਹਾਰਟ ਅਟੈਕ ਯਾਨੀ ਦਿਲ ਦੇ ਦੌਰੇ ਦਾ ਕਾਰਨ ਬਣਦੀਆਂ ਨੇ, ਜਾਂ ਫਿਰ ਦਿਲ ਦੀ ਆਪਣੀ ਸਿਹਤ ਖਰਾਬ ਹੋਣ ਦੇ ਨਾਲ ਜਿਹੜਾ ਉਹਦਾ ਕਾਰਨ ਬਣਦੀਆਂ ਨੇ ਉਹ ਹਾਰਟ ਅਟੈਕ ਦਾ। ਕੁਲਵੰਤ ਜੀ, ਪਹਿਲੀ ਗੱਲ ਤਾਂ ਜਿਹੜਾ ਹਾਰਟ ਅਟੈਕ ਦਾ ਵਿਸ਼ਾ ਹੈ ਇਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਕਿਉਂਕਿ ਹਾਰਟ ਅਟੈਕ ਅਗਰ ਤੁਸੀਂ ਗੂਗਲ 'ਤੇ ਜਾ ਕੇ ਫੀਡ ਕਰੋਗੇ ਟੌਪ 10 ਕਿਲਰ ਡਿਜ਼ੀਜ਼ਸ ਇਨ ਇੰਡੀਆ, तो जो नंबर 1 ਤੇ ਹੈ ਆਪਣਾ ਹਾਰਟ ਅਟੈਕ। ਹਾਰਟ ਅਟੈਕ ਜਿਹੜਾ ਹੈ ਉਹਦੇ ਅੰਦਰ 17 ਲੱਖ ਮੌਤਾਂ ਹਰ ਸਾਲ ਹੁੰਦੀਆਂ ਨੇ ਹਾਰਟ ਅਟੈਕ ਨਾਲ। ਨੰਬਰ 2 ਤੇ ਹੈ ਲੰਗ ਡਿਜ਼ੀਜ਼ ਯਾਨੀ ਕਿ ਕਰੋਨਿਕ ਲੰਗ ਡਿਜ਼ੀਜ਼ ਯਾਨੀ ਕਿ COPD ਨਹੀਂ, ਜਿਹੜੀ ਉਹ ਹੈ ਤੁਹਾਡੀ COPD ਕਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼, ਜਿਹਦੇ ਅੰਦਰ ਕਿ ਫੇਫੜੇ ਸੁੰਗੜ ਜਾਂਦੇ ਆ ਆਪਾਂ ਕਹਿ ਦਿੰਦੇ ਹਾਂ, ਉਹ ਹੈ, ਜਾਂ ਐਸਥਮਾ ਹੈ, ਜਾਂ ਇਹੋ ਜਿਹੜੀਆਂ ਕਰੋਨਿਕ ਡਿਜ਼ੀਜ਼ ਨੇ ਫੇਫੜਿਆਂ ਦੀਆਂ ਸਵਾਏ TB ਨੂੰ ਛੱਡ ਕੇ, ਉਹਦੇ ਨਾਲ ਹੈਗੀਆਂ ਨੇ 9 ਲੱਖ ਮੌਤਾਂ। ਸਟ੍ਰੋਕ ਅਤੇ ਹਾਰਟ ਅਟੈਕ ਇੱਕੋ ਹੀ ਬਿਮਾਰੀ ਦੇ 2 ਰੂਪ ਨੇ। ਉਹੀ ਬਿਮਾਰੀ ਜਿਹੜੀ ਬ੍ਰੇਨ 'ਚ ਚਲੀ ਜਾਂਦੀ ਹੈ ਤਾਂ ਉਹਨੂੰ ਸਟ੍ਰੋਕ ਕਹਿ ਦਿੰਦੇ ਆਪਾਂ, ਉਹੀ ਜਿਹਾ ਤਾਂ ਇਹਦਾ ਮਤਲਬ 17 ਤੇ 8 25 ਲੱਖ ਮੌਤਾਂ ਇੱਕੋ ਬਿਮਾਰੀ ਨਾਲ ਹੁੰਦੀਆਂ ਨੇ ਹਰ ਸਾਲ 25 ਲੱਖ ਮੌਤਾਂ। ਨੰਬਰ 4 ਤੇ ਆ ਜਾਂਦਾ ਹੈ ਇਨਫਲੂਐਂਜਾ ਅਤੇ ਨਮੋਨੀਆ, ਜਿਹਦਾ ਕਿ ਭੰਗੜਾ ਸਭ ਤੋਂ ਪਵਾਇਆ ਗਿਆ। ਉਹਦੇ ਹਰ ਸਾਲ ਜਿਹੜੇ ਨੇ 7 ਲੱਖ ਬੰਦੇ ਪਹਿਲਾਂ ਵੀ ਮਰਦੇ ਸੀਗੇ, ਕੋਈ ਨਵੀਂ ਬਿਮਾਰੀ ਨਹੀਂ ਹੈ। ਉਹ 7 ਲੱਖ ਬੰਦੇ ਹਰ ਸਾਲ ਮਰਦੇ ਆ ਇਨਫਲੂਐਂਜਾ ਅਤੇ ਉਹਦੇ ਨਾਲ ਜੁੜਿਆ ਹੋਇਆ ਨਮੋਨੀਆ ਨਾਲ। TB ਨਾਲ 5 ਲੱਖ ਬੰਦੇ ਮਰਦੇ ਆ ਹਰ ਸਾਲ 5 ਲੱਖ ਬੰਦੇ ਮਰਦੇ ਆ। ਉਸ ਤੋਂ ਬਾਅਦ ਡਾਇਰੀਆ ਦੇ ਲਾ ਕੇ ਜਿਹੜੇ 4.5 ਲੱਖ, ਸ਼ੂਗਰ ਨਾਲ 3.5 ਲੱਖ, ਬਰਥ ਵੇਟ ਲੋ ਵਾਲੇ ਬੱਚੇ ਜਿਹੜੇ ਹੁੰਦੇ ਆ, ਜਿਹੜੇ ਜੰਮਦੇ ਪ੍ਰੀਮੈਚੁਰ ਹੋ ਜਾਂਦੇ ਆ, ਸਤਮਾ ਉਹ 3.25 ਲੱਖ, ਰੋਡ ਸਾਈਡ ਐਕਸੀਡੈਂਟ ਵਾਲਾ 3.25 ਲੱਖ, ਅਤੇ ਕਿਡਨੀ ਡਿਜ਼ੀਜ਼ ਨਾਲ 3 ਲੱਖ ਬੰਦਾ ਮਰ ਰਿਹਾ। ਇਹ 10 ਟੌਪ 10 ਕਿਲਰਸ ਨੇ, ਜਿਸ 'ਚੋਂ ਸਭ ਤੋਂ ਟੌਪ ਦੇ ਉੱਪਰ ਹੈ ਜਿਹੜਾ 17 ਲੱਖ ਮੌਤਾਂ ਇਕੱਲੇ ਹਾਰਟ ਅਟੈਕ ਦੇ ਨਾਲ। ਪਹਿਲੀ ਗੱਲ ਤਾਂ ਇਹ ਉਹਦੀ ਮਹੱਤਤਾ ਨੂੰ ਦਿਖਾਉਂਦਾ ਹੈ ਕਿ ਕਿੰਨੀ ਮਹੱਤਵਪੂਰਨ ਹੈ, ਜਿਹੜੀ ਕਿ ਸਮੇਂ ਤੋਂ ਪਹਿਲਾਂ ਸਾਥੋਂ ਸਾਡੇ ਜਿਹੜੇ ਮਿੱਤਰ ਪਿਆਰੇ ਨੇ, ਸਾਡੇ ਪਰਿਵਾਰਕ ਜੀ ਨੇ, ਪੂਰੀ ਉਮਰ ਭੋਗਣ ਤੋਂ ਪਹਿਲਾਂ ਹਾਰਟ ਅਟੈਕ ਸਾਡੇ ਲਈ ਕਿਲਰ ਨੰਬਰ 1 ਹੈ, ਜਿਹੜਾ ਕਿ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ। ਅਤੇ ਉਹਨੂੰ ਕਿਵੇਂ ਅਸੀਂ ਉਸ ਹਾਰਟ ਅਟੈਕ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ, ਅਤੇ ਕਿਵੇਂ ਜੇ ਕੋਈ ਸਾਡਾ ਕੋਈ ਮਿੱਤਰ ਪਿਆਰਾ ਪਰਿਵਾਰ ਦਾ ਜੀ ਹਾਰਟ ਅਟੈਕ ਨਾਲ ਸਫਰ ਕਰ ਰਿਹਾ, ਅਤੇ ਕਿਵੇਂ ਉਹਨੂੰ ਫਿਰ ਦੂਜੇ ਹਾਰਟ ਅਟੈਕ ਤੋਂ ਬਚਾਉਣਾ। ਕਿਉਂਕਿ ਇੱਕ ਪਹਿਲਾ ਹਾਰਟ ਅਟੈਕ ਜਿਹੜਾ ਉਹ 25% ਲੋਕਾਂ 'ਚ ਫੈਟਲ ਹੁੰਦਾ ਸਿਰਫ। ਚੌਥਾ, ਹਰ 4 ਹਾਰਟ ਅਟੈਕ ਪਿੱਛੇ ਪਹਿਲਾ ਹਾਰਟ ਅਟੈਕ ਜਿੱਥੇ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਉਹ 4 'ਚੋਂ 1 ਬੰਦਾ ਮਰਦਾ।
3 ਵੱਜ ਜਾਂਦੇ ਆ। ਤੇ ਜੇ ਅਸੀਂ ਥੋੜ੍ਹੀ ਜਿਹੀ ਤਰੱਦਦ ਕਰੀਏ, ਆਪਾਂ ਉਹਦੇ ਲਈ ਵੱਖਰੀ ਵੀਡੀਓ ਬਣਾਵਾਂਗੇ ਕਿ ਸਡਨ ਕਾਰਡਿਕ ਅਰੈਸਟ, ਜਦੋਂ ਹਾਰਟ ਅਟੈਕ ਹੁੰਦਾ ਹੈ ਤਾਂ ਹਾਰਟ ਅਟੈਕ ਕਦੀ ਵੀ ਇੰਨਾ ਵੱਡਾ ਨਹੀਂ ਹੁੰਦਾ ਕਿ ਉਹ ਮਾਰੂ ਹੋ ਸਕੇ। ਉਹ ਥੋੜ੍ਹੀ ਜਿਹੀ ਜਿਹੜੀ ਬਦਕਿਸਮਤੀ ਨਾਲ ਉਹ ਉਸ ਏਰੀਏ 'ਚ ਹੋ ਜਾਂਦਾ ਹਾਰਟ ਅਟੈਕ, ਜਿਹੜਾ ਏਰੀਆ ਕਿ ਕੰਡਕਸ਼ਨ ਕਰ ਰਿਹਾ, ਉਹ ਇਲੈਕਟ੍ਰੀਕਲ ਇੰਪਲਸ ਦੀ ਹਾਰਟ ਨੂੰ ਬੀਟ ਕਰਨ ਵਾਸਤੇ ਇੱਕ ਇਲੈਕਟ੍ਰੀਕਲ ਬਿਜਲੀ ਦੀਆਂ ਤਰੰਗਾਂ ਚੱਲਦੀਆਂ ਨੇ, ਉਹਦੇ ਰਸਤੇ 'ਚ ਰੁਕਾਵਟ ਵਾਲੇ ਏਰੀਏ 'ਚ ਅਗਰ ਹੋ ਗਿਆ ਤਾਂ ਉੱਥੇ ਹਾਰਟ ਰੁਕ ਜਾਂਦਾ। ਜਦੋਂ ਰੁਕ ਜਾਂਦਾ ਤਾਂ ਸਾਡੇ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਜਦ ਹਾਰਟ ਇੱਕਦਮ ਰੁਕ ਗਿਆ ਤਾਂ ਉਹਦਾ ਰਿਵਾਈਵ ਕਿਵੇਂ ਕਰਨਾ। ਉਹਦੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਕਿ ਜੇ ਇੱਕਦਮ ਹਾਰਟ ਬੰਦ ਹੋ ਜੇ ਹਾਰਟ ਅਟੈਕ ਹੋਣ ਨਾਲ ਤਾਂ ਉਹਨੂੰ ਫਿਰ ਰਿਵਾਈਵ ਕਿਵੇਂ ਕਰਨਾ ਘਰ ਬੈਠੇ ਆਪ, ਕਿਉਂਕਿ ਉਹਦੇ ਸਮਾਂ ਨਹੀਂ ਹੁੰਦਾ। ਮਿੰਟ ਸਾਡੇ ਕੋਲ 3 ਜਾਂ 4 ਹੁੰਦੇ ਆ ਸਿਰਫ। ਜੇ 3-4 ਮਿੰਟ ਦੇ ਵਿੱਚ ਤੁਸੀਂ ਉਸ ਹਾਰਟ ਨੂੰ ਦੁਬਾਰਾ ਚੱਲਣ ਲਾ ਲਿਆ ਤਾਂ ਲਾ ਲਿਆ, ਨਹੀਂ ਤਾਂ ਤੁਸੀਂ ਉਹ ਹਾਰਟ ਬੰਦਾ ਮਰ ਜਾਂਦਾ। ਅਤੇ ਉਹ ਅਸੀਂ ਉਹਦੀ ਸਪੈਸ਼ਲ ਡੈਮੋ ਵੀ ਕਰਾਂਗੇ ਕਿ ਜੇ ਸਡਨਲੀ ਹਾਰਟ ਅਟੈਕ ਹੋ ਜੇ ਅਤੇ ਬੰਦਾ ਸਡਨਲੀ ਤਿਲਕੇ ਕੇ ਮਰ ਗਿਆ ਤਾਂ ਉਹਨੂੰ ਅਸੀਂ ਉਸ ਹਾਰਟ ਨੂੰ ਰਿਵਾਈਵ ਕਿੱਦਾਂ ਕਰਨਾ ਦੁਬਾਰਾ। ਔਰ ਹੋ ਜਾਂਦਾ, ਮਤਲਬ ਥੋੜ੍ਹੇ ਬਹੁਤੇ ਨਹੀਂ, 70-80% ਮਰੀਜ਼ ਜਿਹੜੇ ਨੇ ਹਰ 10 ਮਰੀਜ਼ਾਂ ਪਿੱਛੇ 7-8 ਬੰਦੇ ਅਸੀਂ ਬਚਾ ਸਕਦੇ ਹਾਂ। ਡਾਕਟਰ ਬਿਸੂ ਰਾਏ ਚੌਧਰੀ ਨੇ ਤੇ ਸਪੈਸ਼ਲਾਈਜ਼ ਹੁਣ ਕੀਤਾ, ਪਿੱਛੇ ਜੇ ਵੀਡੀਓ ਵੀ ਕੀਤਾ, ਉਸੇ ਨੂੰ ਆਪਾਂ ਆਪਣੇ ਢੰਗ ਨਾਲ ਪੰਜਾਬੀ 'ਚ ਲਿਆ ਕੇ ਉਹਨੂੰ ਉਸ ਵੀਡੀਓ ਨੂੰ ਕਰਾਂਗੇ। ਉਹਦੇ ਲਈ ਇੱਕ ਸਪੈਸ਼ਲ ਵੀਡੀਓ ਚਾਹੀਦੀ ਹੈ। ਤਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਇਹ ਦੂਸਰੀ ਗੱਲ ਜਿਹੜੀ ਇੱਥੇ ਮੈਂ ਸਪਸ਼ਟ ਕਰਦਾ ਕਿ ਬਲੱਡ ਪ੍ਰੈਸ਼ਰ ਹਾਰਟ ਅਟੈਕ ਦਾ ਕਾਰਨ ਨਹੀਂ ਹੈ। ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਇੱਕੋ ਹੀ ਬਿਮਾਰੀ ਦੇ 2 ਰੂਪ ਨੇ। ਆਸਾਨੀ ਨਾਲ ਮਿਣੀ ਜਾ ਸਕਣ ਵਾਲਾ ਜਿਹੜਾ ਮਾਪਦੰਡ ਹੈ ਬਲੱਡ ਪ੍ਰੈਸ਼ਰ ਹੈ, ਉਹ ਵੀ ਬਲੱਡ ਵੈਸਲ ਡਿਜ਼ੀਜ਼ ਕਰਕੇ ਹੋ ਰਿਹਾ, ਜਿਹਦੀ ਆਪਾਂ ਗੱਲ ਪਿਛਲੇ 2 ਐਪੀਸੋਡ 'ਚ ਕੀਤੀ ਹੈ। ਅਤੇ ਹਾਰਟ ਅਟੈਕ ਵੀ ਬਲੱਡ ਵੈਸਲ ਡਿਜ਼ੀਜ਼ ਕਰਕੇ ਹੋ ਰਿਹਾ। ਸੋ ਉਹਦੇ 'ਚ ਕਾਮਨ ਡਿਨੋਮੀਨੇਟਰ ਜਿਹੜਾ ਕਾਮਨ ਗੱਲ, ਸਾਂਝੀ ਗੱਲ ਕੀ ਹੈ? ਬਲੱਡ ਵੈਸਲ ਡਿਜ਼ੀਜ਼। ਹਾਰਟ ਅਟੈਕ ਵੀ ਉਹੀ ਕਰਦੀ ਹੈ, BP ਵੀ ਉਹੀ ਕਰਦੀ ਹੈ, ਅਤੇ ਸਟ੍ਰੋਕ ਵੀ ਉਹੀ ਕਰਦੀ ਹੈ। ਜਿਹਦੇ ਆਪਾਂ ਕਹਿੰਦੇ ਹਾਂ ਵੀ ਬ੍ਰੇਨ ਦਾ ਹੋ ਗਿਆ, ਨਾੜੀ ਫਟ ਗਈ ਜਾਂ ਨਾੜੀ ਬਲੋਕ ਹੋ ਗਈ ਬ੍ਰੇਨ ਦੀ, ਉਹ ਜੇ ਬ੍ਰੇਨ 'ਚ ਉਹੀ ਬਲੱਡ ਵੈਸਲ ਡਿਜ਼ੀਜ਼ ਅਗਰ ਬ੍ਰੇਨ 'ਚ ਤਾਂ ਬ੍ਰੇਨ ਦੀ ਨਾੜੀ ਫਟ ਗਈ ਜਾਂ ਬੰਦ ਹੋ ਗਈ, ਅਤੇ ਉਹੀ ਜੇ ਹਾਰਟ 'ਚ ਤਾਂ ਹਾਰਟ ਅਟੈਕ ਹੋ ਗਿਆ। ਗੱਲ ਉਹੀ ਹੈ, ਜੜ ਉੱਥੇ ਹੀ ਹੈ ਕਿ ਬਲੱਡ ਵੈਸਲ ਡਿਜ਼ੀਜ਼ ਹੋ ਰਹੀ ਹੈ। ਇਹ ਮਸਲਾ। ਸੋ ਇਹ ਗੱਲ ਜਿਹੜੀ ਹੋ ਗਈ ਕਿ ਆਪਾਂ ਹਾਰਟ ਅਟੈਕ ਦੀ ਜਿਹੜੀ ਸਿਗਨੀਫੀਕੈਂਸ ਹੈ, ਹਾਰਟ ਅਟੈਕ ਬਾਰੇ ਕਿਉਂ ਆਪਾਂ ਨੂੰ ਚੇਤਨ ਹੋਣਾ ਚਾਹੀਦਾ, ਕਿਉਂਕਿ ਹਾਰਟ ਅਟੈਕ ਸਾਡੇ ਆਲੇ ਦੁਆਲੇ ਰੋਜ਼ ਵਾਪਰਦੇ ਆ। ਇਸ ਕਰਕੇ ਸਾਨੂੰ ਇਹਦੇ ਬਾਰੇ ਊੜੇ ਤੋਂ ਲੈ ਕੇ ਉੜਾੜੇ ਤੱਕ ਗਿਆਨ ਹੋਣਾ ਚਾਹੀਦਾ ਕਿ ਅਸੀਂ ਆਪਣੇ ਪੱਧਰ 'ਤੇ ਕੀ ਕਰ ਸਕਦੇ ਹਾਂ। ਹਸਪਤਾਲ ਦਾ ਜੋ ਕਰਦਾ ਠੀਕ ਹੈ ਨਾ, ਹਸਪਤਾਲ ਜੋ ਕਰਦਾ ਉਹ ਸਾਡੇ ਸਾਹਮਣੇ ਹੈ, ਅਤੇ ਉਹਦੇ 'ਚ ਆਪਾਂ ਨੂੰ ਥੋੜ੍ਹਾ ਜਿਹਾ ਚੇਤਨ ਵੀ ਹੋਣਾ ਚਾਹੀਦਾ ਕਿ ਹਸਪਤਾਲ ਦੇ ਅੰਦਰ ਜਿਹੜਾ ਵਰਤਾਰਾ ਹੋ ਗਿਆ ਹੁਣ, ਜੇ ਤੁਸੀਂ ਜਾਓ ਤਾਂ ਤੁਹਾਨੂੰ ਉਹ ਟੈਸਟ ਕਰਨਗੇ, ਤੁਹਾਨੂੰ ਕਹਿਣਗੇ ਤੁਹਾਡੀ ਨਾੜੀ ਇੰਨੇ % ਬਲੋਕ ਹੈ, ਹੁਣ ਤੁਸੀਂ ਉਹ ਸਟੰਟ ਪਵਾ ਲਓ, ਜਾਂ ਕਈਆਂ ਨੂੰ ਕਹਿ ਦੇਣਗੇ ਤੁਹਾਡੀ 3 ਨਾੜਾਂ ਬਲੋਕ ਨੇ, ਹੁਣ ਸਿਲੰਡਰ ਨਹੀਂ ਪੈਣਾ, ਹੁਣ ਤੁਸੀਂ ਬਾਈਪਾਸ ਕਰਾ ਲਓ। ਉਹ ਕੀ ਸਟੰਟ ਅਤੇ ਬਾਈਪਾਸ ਕਰਵਾਉਣੇ ਇੰਨੇ ਜ਼ਿਆਦਾ ਜਾਇਜ਼ ਨੇ? ਕੀ ਉਹਨਾਂ ਦਾ ਕੋਈ ਲੰਬੇ ਸਮੇਂ 'ਚ ਕੋਈ ਇਫੈਕਟ ਹੈ? ਕੀ ਉਹ ਲੰਬੇ ਸਮੇਂ 'ਚ ਉਹਦਾ ਜੋ ਜਿਹੜੀਆਂ ਲੌਂਗ ਟਰਮ ਸਟੱਡੀਜ਼ ਹੋਈਆਂ ਨੇ ਸਟੰਟ ਪਾਉਣ ਵਾਲੀਆਂ ਅਤੇ ਬਾਈਪਾਸ ਕਰਨ ਵਾਲੀਆਂ, ਉਹ ਕੀ ਕਹਿੰਦੀਆਂ ਨੇ? ਸੋ ਇਹ ਸਾਰੇ ਜਿਹੜੇ ਸਵਾਲ ਨੇ, ਇਹ ਬਹੁਤ ਸਾਨੂੰ ਸਭ ਨੂੰ ਇਹਦਾ ਜਵਾਬ ਪਤਾ ਹੋਣਾ ਚਾਹੀਦਾ ਕਿ ਇਹ ਕਿੰਨਾ ਕੁ ਜਿੰਨਾ ਵੱਡਾ ਜੁਗਾੜ ਬਣਾ ਰੱਖਿਆ, ਜਿੱਡਾ ਵੱਡਾ ਇੱਕ ਖਰਚਾ ਖੜਾ ਹੋ ਜਾਂਦਾ, ਅਤੇ ਟੱਬਰ ਜਿਹੜਾ ਵਿਚਾਰਾ ਉਹ ਸਟੰਟ ਪਾਉਂਦਾ ਅਤੇ ਬਾਈਪਾਸ ਕਰਾਉਂਦਾ ਹੀ ਜਿਹੜਾ ਹੈ ਉਹ ਰੁਲ ਜਾਂਦਾ। ਤਾਂ ਇਹ ਜਿਹੜਾ ਸਾਰੇ ਸਵਾਲ ਨੇ, ਮੇਰੇ ਖਿਆਲ ਦਾ ਜਵਾਬ ਆਪਾਂ ਨੂੰ ਹੋਣਾ ਚਾਹੀਦਾ। ਅਤੇ ਮੇਰੇ ਖਿਆਲ ਸ਼ੁਰੂ ਆਪਾਂ ਜਿਹੜੀ ਕਰ ਲੈਂਦੇ ਇਸ ਗੱਲ ਤੋਂ ਕਿ ਊੜੇ ਤੋਂ ਹੀ ਕਰਦੇ ਹਾਂ। ਊੜਾ ਮਤਲਬ ਹਾਰਟ ਅਟੈਕ ਕੀ ਹੈ, ਮਤਲਬ ਹਾਰਟ ਅਟੈਕ ਕੀ ਹੈ? ਇੱਥੋਂ ਪਹਿਲਾਂ ਇਹ ਊੜਾ ਤਾਂ ਇੱਥੋਂ ਹੀ ਹੋਏਗਾ ਨਾ। ਹਾਂ, ਤਾਂ ਹਾਰਟ ਅਟੈਕ ਦਾ ਮਤਲਬ ਹੈ ਕਿ ਹਾਰਟ ਨੂੰ ਦੇਣ ਵਾਲੇ ਖੂਨ ਦੇਣ ਵਾਲੀ ਜਿਹੜੀ ਨਾੜੀ ਸੀ, ਹਾਰਟ ਤਾਂ ਦੂਜਿਆਂ ਨੂੰ ਖੂਨ ਦਿੰਦਾ ਨਾ, ਲੇਕਿਨ ਉਹਨੂੰ ਆਪ ਨੂੰ ਵੀ ਖੂਨ ਚਾਹੀਦਾ। ਉਹਦੇ ਅੰਦਰ ਵੀ ਮਸਲ ਹੈ, ਮਸਲ ਨੇ ਬਾਰ-ਬਾਰ ਉਹਦਾ ਪੰਪਿੰਗ ਕਰਨੀ ਹੈ, ਪੰਪਿੰਗ ਕਰਨ ਲਈ ਉਹਨੂੰ ਊਰਜਾ ਚਾਹੀਦੀ ਹੈ, ਊਰਜਾ ਲਈ ਉਹਨੂੰ ਬਲੱਡ ਚਾਹੀਦਾ। ਤਾਂ ਉਹਦੀਆਂ ਆਪਣੀਆਂ ਜਿਹੜੀਆਂ ਆਰਟਰੀਜ਼ ਨੇ, ਜਿਹੜੀਆਂ ਖੂਨ ਲੈ ਕੇ ਜਾਣ ਵਾਲੀਆਂ, ਉਹਨੂੰ ਕਹਿੰਦੇ ਕੋਰੋਨਰੀ ਆਰਟਰੀਜ਼। ਉਹਦਾ ਨਾਂ ਜਿੱਥੇ ਕੋਰੋਨਰੀ ਆ ਗਿਆ ਮਤਲਬ ਹਾਰਟ, ਯਾਨੀ ਕਿ ਉਹਦੀਆਂ ਆਪਣੀਆਂ ਬਲੱਡ ਵੈਸਲਸ ਜਿਹੜੀਆਂ ਉਹਨੂੰ ਖੂਨ ਦੇ ਰਹੀਆਂ ਨੇ, ਉਹਦੇ ਪੱਠੇ ਨੂੰ। ਤਾਂ ਉਹਦੇ ਅੰਦਰ ਵੀ ਉਹ ਬਲੱਡ ਵੈਸਲ ਡਿਜ਼ੀਜ਼ ਬਾਕੀ ਬਾਡੀ 'ਚ ਹੋ ਰਹੀ ਹੁੰਦੀ ਹੈ, ਉਹੀ ਡਿਜ਼ੀਜ਼ ਜਿਹੜੀ ਹੈ ਉਹ ਹਾਰਟ ਦੀਆਂ ਆਰਟਰੀਆਂ 'ਚ ਵੀ ਹੋ ਰਹੀ ਹੈ। ਉਹ ਕੀ ਹੋ ਰਿਹਾ ਹੁੰਦਾ ਕਿ ਉਹ ਹਾਰਟ ਦੀਆਂ ਆਰਟਰੀਆਂ ਦੇ ਅੰਦਰ ਜਿਹੜੀ ਲਾਈਨਿੰਗ ਹੈ ਉਹ ਖਰਾਬ ਹੋ ਰਹੀ ਹੈ, ਉਹਦੇ ਅੰਦਰ ਨਾਈਟਰਸ ਆਕਸਾਈਡ ਪੂਰਾ ਬਣ ਨਹੀਂ ਰਿਹਾ, ਜਿਹਦੀ ਆਪਾਂ ਗੱਲ ਕੀਤੀ ਸੀਗੀ। ਨਾਈਟ੍ਰਿਕ ਆਕਸਾਈਡ ਜਿਹੜਾ ਹੈ ਉਹ NO, ਕਿਉਂਕਿ NO ਦਾ ਰੋਲ ਹੁੰਦਾ ਉਹਨਾਂ ਨੂੰ ਕਲੀਨਿੰਗ ਕਰਨਾ।
ਜਾਂ ਅਸੀਂ ਫਾਈਬਰ ਫੂਡ ਘੱਟ ਖਾ ਰਹੇ ਹਾਂ, ਫਾਈਬਰ ਫੂਡ ਦਾ ਵੀ ਰੋਲ ਹੁੰਦਾ ਕਲੀਨਿੰਗ ਕਰਨਾ। ਤਾਂ ਉਹ ਜਿਹੜਾ ਵਰਤਾਰਾ ਹੈ ਉਹ ਨਾ ਹੋਣ ਕਰਕੇ ਉਹ ਜਿਹੜੇ ਬਲੱਡ ਵੈਸਲ ਨੇ ਉਹ ਭੀੜੀਆਂ ਹੋ ਜਾਂਦੀਆਂ ਨੇ। ਭੀੜੀਆਂ ਹੋ ਕੇ ਜਿੱਥੇ ਜਿੱਥੇ ਇੰਜਰੀ ਹੁੰਦੀ ਉੱਥੇ ਇੱਕ ਪਲੱਕ ਬਣ ਜਾਂਦਾ, ਉਹਨੂੰ ਪਲੱਕ ਕਹਿੰਦੇ ਆ, ਯਾਨੀ ਕਿ ਆਰਜੀ ਤੌਰ 'ਤੇ ਬਲੌਕ ਕਰਨ ਦਾ ਇੱਕ ਮੈਕੈਨਿਜ਼ਮ ਹੈ ਜਿਹੜਾ ਬਾਡੀ ਨੇ ਬਣਾਇਆ ਹੋਇਆ ਕਿ ਜੇ ਉੱਥੇ ਬਲੱਡ ਵੈਸਲ ਕਮਜ਼ੋਰ ਹੋ ਰਹੀ ਹੈ ਤਾਂ ਉਹਨੂੰ ਇੱਕ ਵਾਰੀ ਉਹ ਕੋਲੈਸਟਰੋਲ ਜਮਾ ਕੇ, ਕੈਲਸ਼ੀਅਮ ਜਮਾ ਕੇ, ਪਲੇਟਲੈਟਸ ਲਾ ਕੇ, ਹੋਰ ਲਾ ਕੇ ਇੱਕ ਵਾਰੀ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਨੇਚਰ। ਹਾਂ, ਲਾਤਾ ਤਾਂ ਕਿ ਉੱਥੇ ਕੋਈ ਦਿੱਕਤ ਨਾ ਆਵੇ। ਤਾਂ ਉਹ ਜਦੋਂ ਉਹ ਕਈ ਵਾਰੀ ਉੱਥੋਂ ਉਹ ਹਿੱਲ ਜਾਂਦਾ, ਉੱਥੇ ਬਣਿਆ ਨਾ ਇੱਕ ਆਰਜੀ ਜਿਹਾ ਬਣ ਗਿਆ ਜਿਹਨੂੰ ਕਹਿੰਦੇ ਆ, ਜਿਵੇਂ ਆਪਾਂ ਕਿਸੇ ਉਹਦੀ ਵੈਸੇ ਆਪਣੇ ਪਿੰਡ 'ਚ ਕਲਾਸੀਕਲ ਉਦਾਹਰਨ ਹੈ ਵੀ ਖਾਲੇ 'ਚ ਪਾਣੀ ਜਾ ਰਿਹਾ ਖੇਤ ਨੂੰ, ਅਤੇ ਪਾਣੀ ਟੁੱਟ ਰਿਹਾ ਸੀਗਾ ਅਤੇ ਉਹਨੇ ਬੰਦੇ ਨੇ ਉੱਥੇ ਉਹ ਮਿੱਟੀ ਦਾ ਚੱਕ ਕੇ ਕਈ ਨਾਲ 2 ਟੱਪੇ ਮਾਰ ਕੇ ਜਾ ਸਿੱਟਦਾ ਅਤੇ ਉਹ ਅਗਲੇ ਅੱਗੇ ਦੇਖਣ ਚਲਾ ਗਿਆ। ਮਗਰੋਂ ਪਾਣੀ ਦਾ ਉਹ ਕੱਚਾ ਜਿਹਾ ਸੀਗਾ, ਉਹ ਫਿਰ ਟੁੱਟ ਗਿਆ। ਤਾਂ ਉਹ ਇੱਦਾਂ ਹੀ ਉੱਥੋਂ ਉਹ ਵਿੱਚੇ ਪਾਣੀ ਦੇ ਵਿੱਚੇ ਰੁੜ ਗਿਆ ਉਹ ਜਿਹੜਾ ਲਾਇਆ ਸੀ ਕੱਚਾ ਜਿਹਾ ਮਿੱਟੀ ਦਾ। ਤਾਂ ਇੱਦਾਂ ਦਾ ਹੁੰਦਾ ਉਹ। ਅਤੇ ਉੱਥੋਂ ਜੇ ਹਿੱਲ ਜਾਵੇ ਉਹ ਅੱਗੇ ਜਾ ਕੇ ਜਿੱਥੇ ਛੋਟੀ ਅੱਗੇ ਉਹ ਤਾਂ ਵੱਡੀ ਨਾੜ ਸੀਗਾ ਜਿਹੜਾ ਉਹ ਬਣਿਆ ਹੋਇਆ ਸੀਗਾ ਆਰਜੀ ਤੌਰ 'ਤੇ, ਜਿਹੜਾ ਕੁਦਰਤ ਨੇ ਬਣਾਇਆ ਸੀ ਉਹਨੂੰ ਬੰਦ ਕਰਨ ਲਈ। ਉਸ ਇੰਜਰੀ ਨੂੰ ਉਸ ਥਾਂ ਦੇ ਜਿੱਥੇ ਉਹ ਅੰਦਰਲੀ ਲਾਈਨਿੰਗ ਖਰਾਬ ਹੋ ਰਹੀ ਸੀ ਅਤੇ ਉੱਥੋਂ ਜਿਹਨੂੰ ਕਹਿੰਦੇ ਆ ਜਿਵੇਂ ਜਿੱਦਾਂ ਦੂਜਾ ਉਹਦੇ ਸਿਮਲੀ ਲਾ ਸਕਦੇ ਆਪਾਂ ਵੀ ਜਦੋਂ ਆਪਣੇ ਸੱਟ ਲੱਗ ਜੇ ਕਿਤੇ ਤਾਂ ਕੀ ਬਣਦਾ ਫਿਰ ਉਹਦੇ ਅੰਦਰ ਉੱਤੇ ਖਰੀਂਡ ਆ ਜਾਂਦਾ, ਖਰੀਂਡ ਕਹਿ ਲਓ ਆਪਾਂ ਨੂੰ। ਸੋ ਉੱਦਾਂ ਹੀ ਹੈ, ਜਦੋਂ ਸਕਿਨ ਦੇ ਉੱਪਰ ਖਰੀਂਡ ਆ ਜਾਂਦਾ ਹੈ ਉੱਦਾਂ ਖੂਨ ਦੀ ਨਾੜੀ ਜਿੱਥੋਂ ਬ੍ਰੇਕ ਕਰ ਰਹੀ ਹੈ, ਜਿੱਥੋਂ ਉਹਦੇ ਅੰਦਰ ਸੱਟ ਇੰਜਰੀ ਹੋ ਗਈ, ਇਨਫਲੇਮੇਸ਼ਨ ਹੋ ਗਈ, ਉੱਥੇ ਖਰੀਂਡ ਆ ਗਿਆ। ਹੁਣ ਖਰੀਂਡ ਤਾਂ ਪੱਕੀ ਚੀਜ਼ ਨਹੀਂ ਹੈਗਾ ਕਿ ਖਰੀਂਡ ਨੇ ਇੱਥੋਂ ਜਦੋਂ ਖਰੀਂਡ ਉਖੜਿਆ ਉੱਥੋਂ ਤਾਂ ਉਹਨੇ ਜਾ ਕੇ ਛੋਟੀ ਜਿਹੀ ਨਾੜੀ 'ਚ ਫਸ ਜਾਣਾ ਕਿਤੇ ਨਾ ਕਿਤੇ। ਥੋੜ੍ਹਾ ਜਿਹਾ ਹੋਰ ਸੌਖਾ ਕਰ ਲਈਏ, ਯਾਨੀ ਕਿ ਜਿਹੜਾ ਇਹ ਇੰਜਰੀ ਵਾਲਾ ਅਤੇ ਖਰੀਂਡ ਆਉਣ ਵਾਲਾ ਪ੍ਰੋਸੈਸ ਸੀਗਾ ਇਹ ਹੋਇਆ ਸੀ ਵੱਡੀ ਨਾੜੀ ਦੇ ਵਿੱਚ, ਠੀਕ ਹੈ। ਅਤੇ ਉਦੋਂ ਬਾਅਦ ਜਦੋਂ ਉਹ ਉੱਥੋਂ ਉਖੜਿਆ ਅਤੇ ਉਹ ਫਸ ਗਿਆ ਅੱਗੇ ਜਾ ਕੇ ਪਤਲੀ ਛੋਟੀ ਨਾੜ 'ਚ ਫਸ ਗਿਆ। ਹਾਂ, ਅਤੇ ਜਿਹੜੀ ਉਸ ਨਾੜ ਜਿੰਨੇ ਹਿੱਸੇ ਨੂੰ ਖੂਨ ਲੈ ਕੇ ਜਾ ਰਹੀ ਸੀ ਉਹ ਹਿੱਸਾ ਮਰ ਜਾਏਗਾ ਹਾਰਟ ਦਾ, ਕਿਉਂਕਿ ਉਹਦਾ ਖੂਨ ਇੱਥੇ ਫੇਰ ਹੋ ਗਿਆ ਕਿ ਛੋਟੀ ਜੀ ਨਾੜੀ ਬਰੀਕ ਜਿਹੜੀ ਤੁਸੀਂ ਮਾਈਕਰੋਸਕੋਪਿਕ ਜੇ ਕਹਿ ਸਕਦੇ ਹੋ, ਮਾਈਕਰੋਸਕੋਪ 'ਚ ਦਿਖਦੀ ਹੈ, ਜੇ ਉਹਦੇ 'ਚ ਵੀ ਬਲੋਕੇਜ ਆ ਜਾਏ ਤਾਂ ਵੀ ਮਤਲਬ ਕੰਮ ਖਰਾਬ? ਨਹੀਂ, ਮਾਈਕਰੋਸਕੋਪਿਕ 'ਚ ਨਹੀਂ ਹੁੰਦਾ, ਉਹ ਵੱਡੀ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ, ਇੰਨੀ ਛੋਟੀ ਵੀ ਨਹੀਂ ਹੁੰਦੀ। ਮਾਈਕਰੋਸਕੋਪਿਕ ਤਾਂ ਜਿਹੜੀ ਉਹ ਕੁਦਰਤ ਨਾਲ ਦੀ ਨਾਲ ਬਣਾਉਂਦੀ ਰਹਿੰਦੀ ਹੈ ਅਤੇ ਉਹ ਕਰਦੀ ਰਹਿੰਦੀ। ਮਾਈਕਰੋਸਕੋਪ ਦਾ ਅੰਦਰ ਥੋੜ੍ਹਾ ਬਹੁਤਾ ਅਰੇਂਜਮੈਂਟ ਪਹਿਲਾਂ ਕੀਤਾ ਹੁੰਦਾ। ਥੋੜ੍ਹੀ ਜਿਹੀ ਵੱਡੀ ਜਿਹੜੀ ਕਿ ਮੰਨ ਲਓ 1-2 ਇੰਚ ਦੇ ਡਾਇਆਮੀਟਰ ਵਾਲੇ ਬਲੱਡ ਵੈਸਲ ਉਹਦੀ ਸਾਂਝੀ ਨਾੜ ਸੀਗੀ। 1 ਇੰਚ ਦਾ ਮੰਨ ਲਓ ਏਰੀਆ ਸੀਗਾ ਹਾਰਟ ਦਾ, ਉਹਦਾ ਪੱਠੇ ਦਾ, ਜਿਹਦਾ ਇੱਕ ਸਿੰਧੀ ਸਾਂਝੀ ਨਾੜੀ ਸੀ, ਉਹਦੇ ਅੰਦਰ ਜਾ ਕੇ ਫਸ ਗਿਆ, ਬਲੌਕ ਹੋ ਗਈ ਨਾ। ਉਹ ਬਲੌਕ ਹੋ ਗਈ ਤਾਂ ਉਹਦੀ ਖੂਨ ਦੀ ਸਪਲਾਈ ਕੱਟੀ ਗਈ। ਉਸ ਖੂਨ ਦੀ ਸਪਲਾਈ ਬਿਨਾਂ ਤਾਂ ਉਹ ਹਾਰਟ ਮਸਲ ਨਹੀਂ ਜਿਉਂਦਾ ਰਹਿ ਸਕਦਾ, ਤਾਂ ਉਹਨਾਂ ਕੋਲ ਹਾਰਟ ਮਸਲ ਮਰ ਜਾਂਦਾ। ਹੁਣ ਉਹਨਾਂ ਕੋਲ ਹਾਰਟ ਮਸਲ ਮਰ ਗਿਆ ਤਾਂ ਜੇ ਤਾਂ ਉਹ ਸਿਰਫ ਉਹਦੀ ਕੁਦਰਤ ਫਿਰ ਇਸ਼ਾਰਾ ਕਰਦੀ ਹੈ, ਤੁਹਾਨੂੰ ਦਰਦ ਹੋਏਗੀ, ਤੁਹਾਨੂੰ ਪਸੀਨਾ ਆਏਗਾ, ਕਿਉਂਕਿ ਹਾਰਟ ਤੁਹਾਡਾ ਵਾਈਟਲ ਔਰਗਨ ਹੈ। ਤਾਂ ਵਾਈਟਲ ਔਰਗਨ ਲਈ ਕੁਦਰਤ ਨੇ ਬੜਾ ਮੈਕੈਨਿਜ਼ਮ ਬਣਾਇਆ ਹੋਇਆ। ਜੇ ਵਾਈਟਲ ਔਰਗਨ 'ਚ ਕੋਈ ਦਿੱਕਤ ਆਵੇ ਤਾਂ ਕੀ ਲਾਮਤਾਂ ਹੋਣੀਆਂ ਨੇ, ਉਹਦੇ 'ਚ ਦਰਦ ਹੋਏਗੀ, ਪਸੀਨਾ ਆਏਗਾ, ਘਬਰਾਹਟ ਹੋਏਗੀ, BP ਵੱਧ ਜਾਏਗਾ ਜਾਂ ਘਟ ਜਾਏਗਾ, ਘਬਰਾਹਟ ਜਿਹੜੀ ਚੈਸਟ ਘੁੱਟਣ ਜੀ ਹੋਏਗੀ, ਉਹ ਛਾਤੀ 'ਚ ਵੀ ਹੋ ਸਕਦੀ ਹੈ, ਉਹ ਬਾਂਹ 'ਚ ਵੀ ਜਾ ਸਕਦੀ ਹੈ, ਉੱਪਰ ਗਲੇ 'ਚ ਵੀ ਜਾ ਸਕਦੀ ਹੈ। ਜਿਹੜੀ ਹਾਰਟ ਅਟੈਕ ਦੀ ਦਰਦ ਹੈ ਉਹ ਛਾਤੀ 'ਚ ਤਾਂ ਹੁੰਦੀ ਹੈ, ਛਾਤੀ ਦੀ ਉਹ ਬਾਂਹ 'ਚ ਵੀ ਜਾਂਦੀ ਹੈ, ਆਮ ਤੌਰ 'ਤੇ ਖੱਬੀ ਬਾਂਹ 'ਚ ਜਾਂਦੀ ਹੈ, ਫਿਰ ਉਹ ਥੱਲੇ ਨੂੰ ਵੀ ਜਾ ਸਕਦੀ ਹੈ, ਪੇਟ 'ਚ ਉੱਪਰ ਨੂੰ ਗਲ ਤੱਕ ਵੀ ਆ ਸਕਦੀ ਹੈ। ਤਾਂ ਕੋਈ ਵੀ ਇੱਦਾਂ ਦੀ ਦਰਦ ਅਗਰ ਸਡਨਲੀ ਹੁੰਦੀ ਹੈ ਬੰਦੇ ਨੂੰ ਬਿਨਾਂ ਕਿਸੇ ਕਾਰਨ ਤੋਂ, ਤਾਂ ਉਹਦਾ ਮਤਲਬ ਉੱਥੋਂ ਉਹ ਜਿਹੜਾ ਹੈ ਇੱਕਦਮ ਅਲਰਟ ਹੋ ਜਾਣਾ ਚਾਹੀਦਾ ਕਿ ਹਾਰਟ ਅਟੈਕ ਨਾ ਹੋਵੇ। ਤਾਂ ਉਹ ਜਿਹੜਾ ਅਲਾਮਤਾਂ ਨੇ ਉਹ ਕੁਦਰਤ ਦੇ ਕੇ ਉਸ ਤੋਂ ਬਾਅਦ ਪਰ ਆਪਣਾ ਉਹਦਾ ਕੰਮ ਚਲਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਨਹੀਂ ਕਿ ਡਾਕਟਰ ਕੋਲ ਜਾ ਕੇ ਬੰਦੇ ਹਾਰਟ ਅਟੈਕ ਵਾਲੇ ਬਚਦੇ ਆ। ਜਿਹੜਾ ਬੰਦਾ ਬਚ ਗਿਆ ਤਾਂ ਬਚ ਗਿਆ ਉਹ, ਠੀਕ ਹੈ। ਡਾਕਟਰ ਜਾਣ ਨਾਲ ਇੱਕ ਵਾਰੀ ਸੰਭਾਲ ਲੈਂਦੇ ਆ ਕਿ ਉਹਦੇ ਜਿਹੜੇ ਕੋਈ BP ਘਟਿਆ ਜਾਂ ਕੋਈ BP ਵਧਿਆ ਜਾਂ ਹੋਰ ਜੋ ਕੋਈ ਕਰਦੇ ਆ ਤਾਂ ਹੋਰ ਕੁਛ ਦਵਾਈ ਦੇ ਦਿੰਦੇ ਆ। ਕੁਛ ਉਹਨੂੰ ਉਹ ਜਿਹੜਾ ਖਰੀਂਡ ਸੀਗਾ ਉਹਨੂੰ ਘੋਲਣ ਦੀਆਂ ਦਵਾਈਆਂ ਟੀਕੇ ਹੈਗੇ ਆ ਬਣੇ ਹੋਏ ਕਿ ਉਹਨੂੰ ਫਟਾਫਟ ਉਹ ਟੀਕਾ ਦਿੰਦੇ ਆ ਤਾਂ ਉਹ ਜਾ ਕੇ ਘੋਲ ਦਿੰਦਾ। ਅਤੇ ਇਸ ਤੋਂ ਪਹਿਲਾਂ ਕਿ ਹਾਰਟ ਮਸਲ ਪੂਰੀ ਤਰ੍ਹਾਂ ਮਰੇ ਉਹ ਸ਼ਾਇਦ ਉਹ ਕੁਛ ਨਾ ਕੁਛ ਉਹਦਾ ਬਚਾਅ ਵੀ ਹੋ ਜਾਵੇ, ਇਸ ਆਸ 'ਚ ਦਿੱਤਾ ਜਾਂਦਾ ਉਹ। ਤਾਂ ਉਹ ਜਿਹੜਾ ਹੈ ਉਹ ਵੀ ਸਿਸਟਮ ਹੈਗਾ। ਤਾਂ ਹਾਰਟ ਅਟੈਕ ਜਦੋਂ ਵੀ ਹੋ ਜਾਵੇ ਤਾਂ ਹੌਸਪੀਟਲ ਜਾਣਾ ਹੀ ਜਾਣਾ। ਹੌਸਪੀਟਲ ਜਾਣ ਤੋਂ ਗੁਰੇਜ਼ ਨਹੀਂ ਕਰਨਾ, ਤਾਂ ਕਿਉਂਕਿ ਉਸ ਵੇਲੇ ਜੋ ਕੁਛ ਕਰਨਾ।
ਲੇਕਿਨ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਜਿਹੜਾ ਜਦੋਂ ਉਹ ਕਹਿੰਦੇ ਆ ਕਿ ਤੁਹਾਡੀ ਐਂਜੀਓਗ੍ਰਾਫੀ ਕਰਦੇ ਆ ਜਾਂ ECG, ਸਭ ਤੋਂ ਪਹਿਲਾਂ ECG ਕਰਦੇ ਆ। ECG ਤੋਂ ਪਹਿਲਾਂ ਐਂਜ਼ਾਈਮ ਟੈਸਟ ਹੁੰਦਾ, ਉਹਦਾ ਬਲੱਡ ਟੈਸਟ ਹੁੰਦਾ। ਉਹਦਾ ਜਿਹੜਾ ਹਾਰਟ ਅਟੈਕ ਦੇ ਅੰਦਰ ਇੱਕ ਖਾਸ ਕਿਸਮ ਦਾ ਐਂਜ਼ਾਈਮ ਰਿਲੀਜ਼ ਹੁੰਦਾ ਜਦੋਂ ਹਾਰਟ ਅਟੈਕ ਹੋ ਜਾਂਦਾ, ਤਾਂ ਉਹਦੀ ਮੇਜਰਮੈਂਟ ਹੋ ਜਾਂਦੀ ਹੈ। ਅਤੇ ਫਰੈਸ਼ ਹਾਰਟ ਅਟੈਕ ਜਿਹੜਾ ਉਹ 1-ਅੱਧੇ ਘੰਟੇ 'ਚ ਹੀ ਉਹ ਟੈਸਟ ਆ ਜਾਂਦਾ ਪੋਜ਼ੀਟਿਵ। ECG ਥੋੜ੍ਹਾ ਜਿਹਾ ਲੇਟ ਆਉਂਦੀ ਚੇਂਜਸ, ECG 'ਚ ਵੀ ਚੇਂਜਸ ਆ ਜਾਂਦੀਆਂ ਨੇ। ਫਿਰ ਅੱਗੇ ਉਸ ਤੋਂ ਬਾਅਦ ਤੁਹਾਡਾ ਜੇ ਕੋਈ ਤੁਸੀਂ ਇਕੋਕਾਰਡੀਓਗ੍ਰਾਫੀ ਕਰਨੀ ਹੈ ਜਾਂ ਕੋਈ ਹਾਰਟ ਅਟੈਕ TMT ਤਾਂ ਨਹੀਂ ਕਰਦੇ, TMT ਤਾਂ ਬਾਅਦ 'ਚ ਕਰਦੇ ਆ ਜਦੋਂ ਕਰੋਨਿਕ ਹੁੰਦਾ। ਸੋ ਇਕੋ ਕਰ ਲੈਂਦੇ ਆ ਜਾਂ ECG ਕਰ ਲੈਂਦੇ ਆ, ਜਾਂ ਜਿਹੜਾ ਟੈਸਟ ਹੈ ਜਿਹੜਾ ਐਂਜ਼ਾਈਮ ਵਾਲਾ ਟੈਸਟ ਹੈ ਉਹ ਕਰ ਲੈਂਦੇ ਆ। ਤਾਂ ਉਹ ਜਿਹੜਾ ਟੈਸਟ ਹੈ ਉਹ ਪੋਜ਼ੀਟਿਵ ਆ ਜਾਵੇ ਜਾਂ ECG 'ਚ ਪੋਜ਼ੀਟਿਵ ਆ ਜਾਵੇ ਤਾਂ ਕਨਫਰਮ ਹੋ ਜਾਂਦੀ ਗੱਲ ਕਿ ਵੀ ਹਾਰਟ ਅਟੈਕ ਹੋ ਕੇ ਹਟਿਆ। ਬਾਕੀ ਸਿੰਪਟਮ ਜਿਹੜੇ ਨੇ ਉਹਦੇ ਰਲਾ ਮਿਲਾ ਕੇ ਮਤਲਬ ਡਾਇਗਨੋਸਿਸ ਹੋ ਜਾਂਦਾ। ਅਤੇ ਉਸ ਤੋਂ ਬਾਅਦ ਜੋ ਟਰੀਟਮੈਂਟ ਦਿੱਤੀ ਜਾਂਦੀ ਹੈ, ਚਾਹੇ ਉਹਨੂੰ ਘੋਲਣ ਵਾਸਤੇ ਹੈ, ਇੰਜੈਕਸ਼ਨ ਹੈ ਉਹ, ਜਾਂ ਦਵਾਈਆਂ ਨੇ ਜਿਹੜੀਆਂ ਕੁਛ ਦਵਾਈਆਂ ਹੈਗੀਆਂ ਨੇ ਹਾਰਟ ਦੀਆਂ, ਬੜੀਆਂ ਅੱਛੀਆਂ ਦਵਾਈਆਂ ਨੇ ਉਹ, ਅਤੇ ਉਹ ਦੇ ਕੇ ਇੱਕ ਵਾਰੀ ਬੰਦਾ ਜਿਹੜਾ ਉਹ ਤਕਰੀਬਨ 4 ਹਾਰਟ ਅਟੈਕਸ ਹੋਣ ਤਾਂ 4 'ਚੋਂ 3 ਬੰਦੇ ਬਚ ਜਾਂਦੇ ਆ। ਇੱਕ ਬੰਦਾ ਜਿਹੜਾ ਹੁੰਦਾ ਉਹਨੂੰ ਨਹੀਂ ਸੰਭਲਣ ਦਾ ਮੌਕਾ ਮਿਲਦਾ, ਉਹਨੂੰ ਪਹਿਲਾ ਹਾਰਟ ਅਟੈਕ ਜਿਹੜਾ ਉਹ ਕਿਲਰ ਸਾਬਤ ਹੁੰਦਾ ਪਹਿਲਾਂ ਹੀ, ਫਸਟ ਹਾਰਟ ਅਟੈਕ। ਇਹ ਮੋਟਾ ਅੰਕੜੇ ਨੇ ਉਹ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ। ਜੇ ਉਸ ਇੱਕ ਨੂੰ ਵੀ ਆਪਾਂ ਬਚਾ ਸਕਦੇ ਹਾਂ ਜੇ ਆਪਾਂ ਨੂੰ ਪਤਾ ਹੋਵੇ ਕਿ ਕਾਰਡੀਅਕ ਅਰੈਸਟ ਕਿੱਦਾਂ ਰਿਵਾਈਵ ਕਰਨਾ, ਆਪਾਂ ਜੇ ਸਡਨਲੀ ਹਾਰਟ ਖੜ੍ਹ ਜਾਵੇ ਤਾਂ ਫਿਰ ਉਹਨੂੰ ਕਿੱਦਾਂ ਰਿਵਾਈਵ ਕਰਨਾ। ਤਾਂ ਉਹ ਜਿਹੜੀ ਹੈਗੀ ਹੈ ਉਹ ਇਹ ਵਰਤਾਰਾ ਕਿਤੇ ਨਾ ਕਿਤੇ ਸਾਨੂੰ ਮੋਟਾ ਪਤਾ ਹੋਣਾ ਚਾਹੀਦਾ। ਹੁਣ ਸਵਾਲ ਇਹ ਹੈ ਜਿਹੜੀ ਆਪਣੇ ਕਰਨ ਵਾਲੀ ਗੱਲ ਹੈ ਬੀ ਯੂਰ ਓਨ ਡਾਕਟਰ 'ਚ ਹੈ, ਉਹ 2-3 ਗੱਲਾਂ ਨੇ ਕਿ ਇੱਕ ਤਾਂ ਜੇ ਹਾਰਟ ਅਟੈਕ ਅਜੇ ਨਹੀਂ ਹੋਇਆ ਲੇਕਿਨ ਉਹਦੀਆਂ ਅਲਾਮਤਾਂ BP ਜ਼ਿਆਦਾ ਹੈ, ਉਹਦੀਆਂ ਹੋਰ ਅਲਾਮਤਾਂ ਦਿਖ ਰਹੀਆਂ ਆਪਾਂ ਨੂੰ ਵੀ ਇਹਨੂੰ ਸਾਹ ਚੜ੍ਹਨ ਲੱਗ ਗਿਆ, ਤੁਰਦੇ ਫਿਰਦੇ ਸਾਹ ਚੜ੍ਹਦਾ ਹੈ, ਜਾਂ ਜਦੋਂ ਸੈਰ ਕਰਦਾ ਉਦੋਂ ਦਰਦ ਹੁੰਦੀ ਉਹਨੂੰ ਅੰਜਾਈਨਾ ਕਹਿੰਦੇ ਆ, ਅੰਜਾਈਨਾ ਪੇਨ ਵੀ। ਅਦਰਵਾਈਜ਼ ਤਾਂ ਬੰਦਾ ਠੀਕ ਠਾਕ ਹੈ ਬੈਠਾ ਹੈ ਤਾਂ, ਲੇਕਿਨ ਜਦੋਂ ਤੇਜ਼ ਤੁਰਦਾ ਹੈ, ਕੋਈ ਦੌੜਦਾ ਹੈ, ਸਾਈਕਲ ਚਲਾਉਂਦਾ ਹੈ, ਪੌੜੀਆਂ ਚੜ੍ਹਦਾ ਤਾਂ ਫਿਰ ਉਹਨੂੰ ਦਰਦ ਹੁੰਦੀ ਹੈ। ਇਹਦਾ ਮਤਲਬ ਕਿ ਦਰਦ ਦਾ ਕੀ ਮਤਲਬ ਹੈ, ਅਜੇ ਹਾਰਟ ਅਟੈਕ ਨਹੀਂ ਹੋਇਆ ਪਰ ਖੂਨ ਦੀ ਜਿੰਨੀ ਲੋੜ ਸੀਗੀ ਹਾਰਟ ਨੂੰ ਉਹਨਾਂ ਨਹੀਂ ਮਿਲਿਆ। ਤਾਂ ਉਹ ਕਹਿੰਦੇ ਬੱਚੇ ਨੂੰ ਦੁੱਧ ਨਾ ਮਿਲੇ ਤਾਂ ਬੱਚਾ ਰੋਂਦਾ ਨਾ, ਉਹ ਹਾਰਟ ਦਾ ਹੀ ਰੋਣਾ ਹੈ, ਸਮਝੋ ਹਾਰਟ ਦਾ ਉਹ ਰੋਣਾ ਹੈ ਕਿ ਭਾਈ ਮੈਨੂੰ ਪੂਰਾ ਖੂਨ ਨਹੀਂ ਮਿਲ ਰਿਹਾ, ਜਿੰਨਾ ਚਾਹੀਦਾ ਉਹਨਾਂ ਖੂਨ ਨਹੀਂ ਮਿਲ ਰਿਹਾ। ਜਿਹੜੀ ਪੇਨ ਹੈ ਉਹ ਅੰਜਾਈਨਾ ਪੇਨ ਹੈ। ਅੰਜਾਈਨਾ ਪੈਨ ਇੱਕ ਕਿਸਮ ਦਾ ਬੰਦੇ ਦੀ ਉਹ ਕਰਾਈ ਹੈ, ਜਿਵੇਂ ਭੁੱਖ ਲੱਗੀ ਹੋਵੇ, ਬੰਦਾ ਕਹਿੰਦਾ ਮੈਨੂੰ ਦਿਓ ਕੁਛ ਖਾਣ ਨੂੰ, ਤਾਂ ਉਹ ਹਾਰਟ ਇੱਕ ਤੁਹਾਨੂੰ ਮੈਸੇਜ ਦੇ ਰਿਹਾ ਕਿ ਮੈਨੂੰ ਪੂਰਾ ਖੂਨ ਨਹੀਂ ਮਿਲ ਰਿਹਾ, ਉਹ ਅੰਜਾਈਨਾ ਪੇਨ ਹੈ। ਸੋ ਉਹਦੇ ਬਾਰੇ ਵੀ ਚੇਤਨ ਰਹਿਣਾ ਚਾਹੀਦਾ ਕਿ ਜੇ ਪੌੜੀਆਂ ਚੜ੍ਹਨ ਲੱਗੇ, ਤੁਰਨ ਲੱਗੇ, ਭਾਰੀ ਖਾਣਾ ਖਾ ਕੇ ਜਾਂ ਸਾਈਕਲਿੰਗ ਕਰਕੇ ਜਾਂ ਕੋਈ ਹੋਰ ਗੇਮ ਖੇਡਦੇ ਹੋਏ ਜੇ ਤੁਹਾਨੂੰ ਦਰਦ ਹੋ ਰਹੀ ਹੈ ਜਾਂ ਡਿਸਕੰਫਰਟ ਹੋ ਰਿਹਾ ਜਾਂ ਸਾਹ ਜ਼ਿਆਦਾ ਚੜ੍ਹ ਰਿਹਾ ਤਾਂ ਇਹ ਅਲਰਟ ਹੋ ਜਾਣਾ ਚਾਹੀਦਾ ਕਿ ਮੈਨੂੰ ਹਾਰਟ ਮੇਰਾ ਦਿਲ ਪੂਰਾ ਖੂਨ ਨਹੀਂ ਚੱਕ ਰਿਹਾ। ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਕਿ ਦਿਲ ਨੂੰ ਪੂਰਾ ਖੂਨ ਨਹੀਂ ਪਹੁੰਚ ਰਿਹਾ, ਜਿੰਨਾ ਉਹਦੀ ਲੋੜ ਹੈ ਉਹਦੇ ਹਿਸਾਬ ਨਾਲ ਨਹੀਂ ਪਹੁੰਚ ਰਿਹਾ। ਸੋ ਇਸ ਗੱਲ ਤੋਂ ਆਪਾਂ ਨੂੰ ਜਿਹੜੀ ਅਸੀਂ ਮੂਵਮੈਂਟ ਲਾਂਚ ਕੀਤੀ ਹੈ ਉਹਨਾਂ ਲਈ, ਦੋਸਤਾਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਜਾਣਨੀ ਕਿ ਕਿਵੇਂ ਆਪਾਂ ਡਾਊਟ ਕਿਵੇਂ ਕਰਨਾ ਹੈ ਕਿ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਹੈ। ਤਾਂ ਹਾਰਟ ਦੀ ਪ੍ਰੋਬਲਮ ਆਮ ਤੌਰ 'ਤੇ ਤੁਸੀਂ ਪਾਓਗੇ ਕਿ 40 ਤੋਂ ਉੱਪਰ ਆਪਾਂ ਬਹੁਤ ਅਲਰਟ ਹੋ ਜਾਣਾ ਚਾਹੀਦਾ। 40 ਤੱਕ ਆਮ ਤੌਰ 'ਤੇ ਹਾਰਟ ਅਟੈਕ ਘੱਟ ਨੇ, ਹਾਲਾਂਕਿ ਹੋ ਰਹੇ ਯੰਗ ਵੀ ਅੱਜ ਕੱਲ੍ਹ। ਹੁਣ ਜਿਹੜੇ ਬੱਚੇ ਬਹੁਤ ਹੀ ਆਪਣੀ ਸਿਹਤ ਪ੍ਰਤੀ ਅਣਗੌਲਿਆਂ ਕਰਦੇ ਆ, ਜਿਹਨਾਂ ਦਾ ਖਾਣ ਪੀਣ ਮਾੜਾ ਹੈ, ਜਿਹਨਾਂ ਦਾ ਕੋਈ ਕੰਮ ਕਰਦਾ ਤਰੀਕਾ ਹੈ ਬਿਲਕੁਲ ਹੀ ਬੈਠਣ ਵਾਲਾ ਜਾਂ ਸੁਸਤੀ ਵਾਲਾ, ਜਾਂ ਕੁਛ ਬਹੁਤ ਤਣਾਅ 'ਚ ਨੇ ਬੱਚੇ ਉਹ ਵੀ, ਜਾਂ ਕੁਛ ਮੰਨ ਲਓ ਕੋਈ ਜ਼ਿਆਦਾ ਸ਼ਰਾਬ ਪੀਣ ਵਾਲੇ ਆ ਜਾਂ ਜ਼ਿਆਦਾ ਨਸ਼ਾ ਕਰਨ ਵਾਲਾ, ਉਹਨਾਂ ਲੋਕਾਂ ਨੂੰ ਸੰਭਾਵਨਾ ਹੁੰਦੀ ਹੈ ਕਿ ਜਲਦੀ ਵੀ ਹਾਰਟ ਅਟੈਕ ਹੋ ਜਾਏ। ਲੇਕਿਨ 40 ਤੋਂ ਬਾਅਦ ਅਲਰਟ ਹੋ ਜਾਣਾ ਚਾਹੀਦਾ ਕਿ ਸੰਭਾਵਨਾ ਹੋ ਸਕਦੀ ਹੈ ਕਿ ਤੁਹਾਡੇ ਹਾਰਟ ਨੂੰ ਪੂਰਾ ਖੂਨ ਨਹੀਂ ਪਹੁੰਚ ਰਿਹਾ। 40 ਤੋਂ ਬਾਅਦ ਕਿਉਂ, ਇਹ ਵੀ ਸਵਾਲ ਹੈ ਨਾ। ਉਹ ਜਿਹੜੀ ਬਲੱਡ ਵੈਸਲ ਡਿਜ਼ੀਜ਼ ਹੁੰਦੀ ਨਾ, ਉਹਦੇ ਬਾਰੇ ਕਹਿੰਦੇ ਆ ਕਿ ਇਹ ਜਿਹੜਾ ਪ੍ਰਕਿਰਿਆ ਹੈ ਇਹ ਬਹੁਤ ਸਲੋ ਹੁੰਦੀ ਹੈ। ਅਤੇ ਇੱਥੋਂ ਤੱਕ ਆ ਗਈਆਂ ਸਟੱਡੀਜ਼ ਉਹ ਕਹਿੰਦੀਆਂ ਕਿ ਬਚਪਨ 'ਚ ਤੁਸੀਂ ਨਹੀਂ ਰੱਖ ਲੈਂਦੇ ਹੋ, ਲੇਕਿਨ ਉਹਦਾ ਜਿਹੜਾ ਅਲਾਮਤਾਂ ਆਉਂਦੀਆਂ ਨੇ, ਉਹਦੀ ਜਿਹੜੀ ਇਕੱਠੀ ਹੁੰਦੀ ਜਿਹੜੀ ਨਾੜ ਦੇ ਅੰਦਰ ਜਮਾਓ ਸੀਗਾ ਕਿ ਉਹਦੀ ਬਰਸ਼ਿੰਗ ਨਹੀਂ ਹੋ ਰਹੀ, ਉਹਦੀ ਕਲੀਨਿੰਗ ਨਹੀਂ ਹੋ ਰਹੀ, ਤਾਂ ਉਹਦੇ 'ਚ ਜਿੱਦਾਂ ਮਤਲਬ ਆਪਾਂ ਕਹੀਏ ਕਿ ਜੇ ਆਪਾਂ ਮਿੱਟੀ ਧੂੜ ਜੰਮ ਰਹੀ ਹੈ ਤਾਂ ਹੌਲੀ ਜੰਮਦੀ ਇੱਕ ਲੈਵਲ 'ਤੇ ਆ ਕੇ ਸਾਨੂੰ ਉਹ ਬੜੀ ਭੱਦੀ ਲੱਗਣ ਲੱਗ ਜਾਏਗੀ, ਗੰਦੀ ਲੱਗਣ ਲੱਗ ਜਾਏਗੀ। ਤਾਂ ਉਹ ਹੁੰਦੀ ਹੈ ਹੌਲੀ ਅਤੇ ਸਲੋ ਪ੍ਰੋਸੈਸ ਹੈ। ਤਾਂ ਉਹ ਸਲੋ ਪ੍ਰੋਸੈਸ ਹੋਣ ਕਰਕੇ 40 ਪਹੁੰਚਦੇ ਲਗਭਗ ਆਪਾਂ ਉਸ ਸਟੇਜ 'ਤੇ ਪਹੁੰਚ ਜਾਂਦੇ ਹਾਂ ਜਿੱਥੇ
ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ ਹੁਣ ਬਹੁਤ ਅਲਰਟ ਹੋਣਾ ਚਾਹੀਦਾ 40 ਤੋਂ ਬਾਅਦ। ਅਤੇ 40 ਤੋਂ ਬਾਅਦ ਅਗਰ ਬੰਦਾ ਹੈਗਾ ਤਾਂ ਉਹਨੂੰ ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਅਲਰਟ ਹੋ ਜਾਣਾ ਚਾਹੀਦਾ ਕਿ ਮੇਰਾ ਦਿਲ ਉਹਦਾ ਟੈਸਟ ਅਲਰਟ ਕੀ ਹੋਣਾ, ਸੈਰ ਕਰੋ, ਸੈਰ ਕਰਦੇ ਹੋਏ ਕੋਈ ਡਿਸਕੰਫਰਟ ਤਾਂ ਨਹੀਂ ਹੋ ਰਿਹਾ, ਕੋਈ ਉਹ ਤਾਂ ਨਹੀਂ ਹੋ ਰਿਹਾ, ਸਾਈਕਲਿੰਗ ਕਰੋ, ਦੌੜੋ, ਦੌੜ ਕੇ ਦੇਖੋ, ਇੱਕਦਮ ਦੌੜੋ, ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਕਹਿੰਦੇ ਆਪਾਂ ਹਾਂ ਬਈ ਇੱਕਦਮ ਦੌੜੇ ਫਿਰ ਰੁਕ ਗਏ, ਫਿਰ ਦੌੜੇ ਫਿਰ ਰੁਕ ਗਏ। ਜੇ ਇੱਕਦਮ ਦੌੜਨ ਨਾਲ ਤੁਹਾਨੂੰ ਕੋਈ ਛਾਤੀ ਦਰਦ ਤਾਂ ਨਹੀਂ ਹੁੰਦੀ? ਜੇ ਛਾਤੀ ਦਰਦ ਹੁੰਦੀ ਆ ਤਾਂ ਇਹਦਾ ਮਤਲਬ ਤੁਹਾਡਾ ਜਿਹੜਾ ਪੋਸੀਬਿਲਿਟੀ ਜ਼ਿਆਦਾ ਬਣ ਜਾਏਗੀ, ਹਾਂ ਵੀ ਹਾਰਟ ਨੂੰ ਜਿੰਨਾ ਖੂਨ ਚਾਹੀਦਾ ਦੌੜਨ ਵਾਸਤੇ ਉਹਨਾਂ ਨਹੀਂ ਮਿਲ ਰਿਹਾ ਉਹਨੂੰ। ਹੋਰ ਦੱਸੋ, ਇਹ ਚੀਜ਼ ਅਕਸਰ ਜਿਹੜੀ ਆ ਇਹ ਮਸ਼ਹੂਰ ਹੈਗੀ ਹੈ ਕਿ ਜਦੋਂ ਦਿਲ ਦਾ ਦੌਰਾ ਪੈਣ ਲੱਗਦਾ ਬੰਦੇ ਨੂੰ ਉਦੋਂ ਦਿਲ 'ਚ ਵੀ ਦਰਦ ਹੁੰਦਾ ਅਤੇ ਬਾਂਹ ਦੇ ਵਿੱਚ ਵੀ ਦਰਦ ਹੋਣ ਲੱਗ ਜਾਂਦਾ, ਉਹ ਕੀ ਸਾਇੰਸ ਹੈ? ਉਹ ਰੈਫਰਡ ਪੇਨ ਹੁੰਦੀ ਹੈ, ਉਹਨੂੰ ਰੈਫਰਡ ਪੇਨ ਕਹਿੰਦੇ ਨਾ, ਕਿਉਂਕਿ ਰੈਫਰਡ ਪੇਨ ਜਿਹੜੀ ਸਾਰੀ ਬਾਡੀ ਦਾ ਨਰਵਸ ਸਿਸਟਮ ਜਿਹੜਾ ਉਹ ਇੱਕੋ ਹੀ ਥਾਂ ਤੋਂ ਕੰਟਰੋਲ ਹੋ ਰਿਹਾ ਨਾ, ਉਹ ਸੈਂਟਰਲ ਉੱਪਰ ਬ੍ਰੇਨ ਹੈ, ਥੱਲੇ ਸਪਾਈਨਲ ਕਾਰਡ ਹੈ, ਉਹਦੇ ਰਾਹੀਂ ਸਾਰੀ ਕੰਟਰੋਲ ਹੁੰਦੀ ਹੈ। ਅਤੇ ਉਹ ਜਿਵੇਂ ਐਕੂਪੰਕਚਰ ਹੈ, ਐਕੂਪੰਕਚਰ ਦਾ ਪੇਟ ਦਾ ਪੁਆਇੰਟ ਹੱਥ 'ਚ ਵੀ ਹੈਗਾ, ਉਹ ਕੰਨ 'ਤੇ ਵੀ ਹੈਗਾ। ਇਹਦਾ ਮਤਲਬ ਹੈ ਨਰਵਸ ਸਿਸਟਮ ਅੰਦਰੋਂ ਦਾ ਉਹਦੇ ਕਨੈਕਸ਼ਨ ਜਿਹੜੇ ਨੇ ਉਹ ਜਿਵੇਂ ਇਲੈਕਟ੍ਰੀਕਲ ਨਹੀਂ, ਬੋਡੀ ਸਾਰੀ ਬਿਲਡਿੰਗ 'ਚ ਇਲੈਕਟ੍ਰੀਕਲ ਕਨੈਕਸ਼ਨ ਇੰਨੇ ਜ਼ਿਆਦਾ ਹੋਣ, ਅਲਟੀਮੇਟਲੀ ਸੈਂਟਰ 'ਚ ਆ ਕੇ ਉਹਦਾ ਕੰਟਰੋਲ ਹੈਗਾ। ਤਾਂ ਉੱਦਾਂ ਹੀ ਹੁੰਦਾ ਇਹ ਸਰੀਰ 'ਚ ਵੀ, ਸਰੀਰ 'ਚ ਪੂਰਾ ਦਾ ਪੂਰਾ ਜਿਹੜਾ ਸਿਸਟਮ ਹੈ ਨਰਵਸ ਸਿਸਟਮ ਦਾ ਨਾੜੀ ਤੰਤਰ ਹੈ, ਨਾੜੀ ਤੰਤਰ ਹੁੰਦਾ। ਨਾੜੀ ਤੰਤਰ ਦੇ ਵਿੱਚ ਫਿਰ ਉਹ ਜੇ ਪਰਟੀਕੂਲਰ ਇੱਕ ਅੰਗ ਅਗਰ ਕੋਈ ਦਰਦ ਵਾਲੇ ਉਹਦੇ 'ਚ ਮਸਲਾ ਖੜਾ ਹੋ ਗਿਆ ਤਾਂ ਉਹਦੀ ਰੈਫਰਡ ਪੇਨ ਹੋਏਗੀ। ਹਾਰਟ ਦੀ ਜਿਹੜੀ ਰੈਫਰਡ ਪੇਨ ਹੈ ਉਹ ਬਾਂਹ 'ਚ ਵੀ ਜਾ ਸਕਦੀ ਹੈ, ਆਮ ਤੌਰ 'ਤੇ ਖੱਬੀ 'ਚ ਜਾਂਦੀ ਹੈ, ਜਿਸ ਵੀ ਜਾ ਸਕਦੀ, ਖੱਬੀ 'ਚ ਜਾਂਦੀ ਜ਼ਿਆਦਾ। ਉਹ ਉੱਪਰ ਨੂੰ ਜਾ ਕੇ ਗਲੇ ਤੱਕ ਜਾ ਸਕਦੀ ਹੈ, ਥੱਲੇ ਨੂੰ ਜਾ ਕੇ ਪੇਟ 'ਚ ਜਾ ਸਕਦੀ ਹੈ, ਛਾਤੀ ਦੇ ਦੋਨੋਂ ਪਾਸੇ ਜਾ ਸਕਦੀ ਹੈ, ਪਿੱਠ 'ਤੇ ਜਾ ਸਕਦੀ ਹੈ, ਬੈਕ 'ਚ ਜਾ ਸਕਦੀ ਹੈ। ਸੋ ਇਹ ਕਦੀ ਇਹ ਨਹੀਂ ਸੋਚਣਾ ਵੀ ਆਪਾਂ ਆਮ ਤੌਰ 'ਤੇ ਛਾਤੀ ਦੇ ਜਦੋਂ ਹਾਰਟ ਦੀ ਗੱਲ ਕਰਦੇ ਹਾਂ ਤਾਂ ਖੱਬੇ ਪਾਸੇ ਇੱਥੇ ਹੱਥ ਰੱਖ ਲੈਂਦੇ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਇਕੱਲਾ ਕਿ ਉੱਥੇ ਹੀ ਹਾਰਟ ਦੀ ਦਰਦ ਹੋਏਗੀ। ਕਈਆਂ ਨੂੰ ਤਾਂ ਇਹ ਨਹੀਂ ਪਤਾ ਕਾਟ ਖੱਬੇ ਪਾਸੇ ਹੁੰਦਾ ਸੱਜੇ ਪਾਸੇ। ਆਹੋ, ਤਾਂ ਉਹ ਹਾਰਟ ਦੀ ਜਿਹੜੀ ਦਰਦ ਹੈ ਜ਼ਰੂਰੀ ਨਹੀਂ ਛਾਤੀ 'ਚ ਇਕੱਲੀ ਹੋਏਗੀ, ਉਹ ਤੁਹਾਨੂੰ ਬੜੀ ਕਨਫਿਊਜ਼ ਕਰਦੀ ਹੈ। ਤੁਹਾਨੂੰ ਜਿਹੜੀ ਐਸੀਡਿਟੀ ਵਾਲੀ ਪੇਨ ਹੈ, ਉਹੀ ਇਸੇ ਕਰਕੇ ਮੈਂ ਪੁੱਛ ਰਿਹਾ, ਐਸੀਡਿਟੀ ਵਾਲੀ ਪੇਨ ਨਾਲ ਬੜਾ ਹੀ ਕਨਫਿਊਜ਼ਨ ਹੁੰਦਾ ਇਹਦਾ ਕਿ ਬੰਦੇ ਨੂੰ ਐਸੀਡਿਟੀ ਵਾਲੀ ਪੇਨ ਹੈ। ਐਸੀਡਿਟੀ ਵਾਲੀ ਪੇਨ ਹੋਊਗੀ ਤਾਂ ਫਿਰ ਉਹਦੇ ਨਾਲ ਜਲਨ ਟਾਈਪ ਹੋਊਗਾ, ਜਾਂ ਪਹਿਲਾਂ ਵੀ ਹੁੰਦੀ ਹੋਊਗੀ, ਜਾਂ ਰੈਸਟ 'ਤੇ ਵੀ ਹੋਊਗੀ, ਤਾਂ ਉਹ ਵੀ ਬਿਲਕੁਲ ਗੈਸਟਰਾਈਟਿਸ ਵਾਲੀ ਵੀ ਜਿਹੜੀ ਗਰਡ ਜਿਹਨੂੰ ਕਹਿੰਦੇ ਆ, ਗੈਸਟ੍ਰੋਐਸੋਫੇਜਲ ਰਿਫਲੈਕਸ ਡਿਜ਼ੀਜ਼, ਜਿਹੜੇ ਐਸੋਫੈਗਸ ਦਾ ਫੂਡ ਪਾਈਪ ਦਾ ਲੋਅਰ ਐਂਡ 'ਤੇ ਅਗਰ ਇਨਫਲੇਮੇਸ਼ਨ ਹੋ ਜਾਵੇ ਤਾਂ ਉਹਦੀ ਵੀ ਦਰਦ ਇੱਦਾਂ ਹੀ ਰੇਡੀਏਟ ਹੁੰਦੀ ਹੈ। ਸੋ ਇਸ ਕਰਕੇ ਜ਼ਰੂਰੀ ਨਹੀਂ ਆਪਾਂ ਹਾਰਟ ਅਟੈਕ ਹੀ ਹੋਊਗਾ ਆਪਾਂ ਨੂੰ, ਪਰ ਫਿਰ ਵੀ ਅਲਰਟ ਹੋ ਜਾਣਾ ਚਾਹੀਦਾ, ਅਲਰਟ ਹੋ ਜਾਣਾ ਚਾਹੀਦਾ, ਕਿਉਂਕਿ ਜਿਹੜੀ ਗੈਸਟ੍ਰਿਕ ਜਿਹੜੀ ਐਸਿਡਿਟੀ ਵਾਲੀ ਅਤੇ ਗੈਸਟ੍ਰਿਕ ਗਰਡ ਵਾਲੀ ਅਤੇ ਸਾਰੀ ਪੇਨ ਜਿਹੜੀ ਹੈ ਉਹ ਵੀ ਉੱਦਾਂ ਦੀ ਹੁੰਦੀ ਹੈ। ਅਤੇ ਉਹਦੇ ਅੰਦਰ ਬਾਕੀ ਛਾਤੀ 'ਚ ਘੁੱਟਣ ਟਾਈਪ ਹੁੰਦੀ ਹੈ, ਜਿਵੇਂ ਛਾਤੀ ਨੂੰ ਕਿਸੇ ਨੇ ਬੰਨ੍ਹ ਲਿਆ ਹੋਵੇ, ਪਸੀਨਾ ਬਹੁਤ ਪਸੀਨਾ ਆਉਂਦਾ। ਜੇ ਹਾਰਟ ਅਟੈਕ ਹੋ ਗਿਆ ਤਾਂ ਫਿਰ ਪਸੀਨਾ ਆਏਗਾ, ਚੱਕਰ ਆਉਣਗੇ। ਪਸੀਨੇ ਪਿੱਛੇ ਸਾਇੰਸ ਇਹੀ ਹੈ ਮੇਰੇ ਖਿਆਲ ਤਾਂ, ਨੇਚਰ ਤੁਹਾਨੂੰ ਇੰਡੀਕੇਟ ਹੀ ਕਰਨਾ ਚਾਹੁੰਦੀ ਹੈ ਕੁਛ ਨਾ ਕੁਛ ਕਿ ਤੁਹਾਡੇ ਲੋਡ ਘਟਾਉਣ ਲਈ, ਲੋਡ ਘਟ ਜਾਂਦਾ ਨਾ, ਜੇ ਪਸੀਨਾ ਆ ਗਿਆ ਤਾਂ ਤੁਹਾਡਾ ਹਾਰਟ ਦਾ ਲੋਡ ਘਟ ਗਿਆ ਨਾ, ਰਿਕੁਆਇਰਮੈਂਟ ਘਟ ਗਈ ਤੁਹਾਡੀ ਬਲੱਡ 'ਚ। ਮੰਨ ਲਓ ਤੁਹਾਡੇ ਬੋਡੀ 'ਚ 5.5 ਲੀਟਰ 6 ਲੀਟਰ ਖੂਨ ਦੌੜ ਰਿਹਾ, ਅਤੇ ਜਦੋਂ ਸਡਨਲੀ ਪਸੀਨਾ ਆਏਗਾ ਤਾਂ ਅੱਧਾ ਲੀਟਰ ਮੰਨ ਲਓ ਖੂਨ ਪਸੀਨੇ 'ਚ ਨਿਕਲ ਗਿਆ ਪਾਣੀ, ਤਾਂ ਉਹਦਾ ਅੱਧਾ ਲੀਟਰ ਲੋਡ ਘਟ ਗਿਆ ਨਾ ਉਹਦਾ, ਤਾਂ ਲੋਡ ਘਟਾਉਣ ਵਾਸਤੇ ਹੁੰਦਾ, ਕੋਈ ਲਿਕੁਇਡ ਪਾਰਟ 'ਚ ਘਟ ਗਿਆ ਤੁਹਾਡਾ, ਤਾਂ ਕਿਤੇ ਨਾ ਕਿਤੇ ਇੱਦਾਂ ਦਾ ਕੁਛ ਫੈਨੋਮੈਨਾ ਹੋਏਗਾ, ਜਾਂ BP ਸਡਨਲੀ ਫਾਲ ਕਰ ਗਿਆ ਤਾਂ ਵੀ ਪਸੀਨਾ ਆਏਗਾ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਇਹ ਉਹਦੀਆਂ ਅਲਾਮਤਾਂ ਜਿਹੜੀਆਂ ਨੇ ਇੱਦਾਂ ਦੀਆਂ ਹੁੰਦੀਆਂ ਨੇ ਹਾਰਟ ਅਟੈਕ ਦੀਆਂ ਔਰ ਅੰਜਾਈਨਾ ਦੀਆਂ। ਤਾਂ ਇਹ ਜਿਹੜਾ ਵਰਤਾਰਾ ਹੈ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੇ ਸਾਰੇ ਦੋਸਤਾਂ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਦਰਦ ਹੈ, ਅਗਰ ਦਰਦ ਕੋਈ ਇੱਦਾਂ ਦਾ ਹੋ ਰਿਹਾ, ਖਾਸ ਕਰਕੇ ਜਿਹੜਾ ਤੁਰਨ ਫਿਰਨ ਨਾਲ ਆ ਰਿਹਾ, ਭਾਰੀ ਖਾਣਾ ਖਾ ਕੇ ਆ ਰਿਹਾ, ਸੈਰ ਤੋਂ ਬਾਅਦ ਆ ਰਿਹਾ, ਸਾਈਕਲਿੰਗ ਤੋਂ ਬਾਅਦ ਆ ਰਿਹਾ, ਪੌੜੀਆਂ ਚੜ੍ਹਦੇ ਆ ਰਿਹਾ, ਇਹ ਸਾਰੇ ਜੇ ਉਹਦੇ ਉੱਥੋਂ ਇਹ ਦਰਦ ਹੋ ਰਿਹਾ ਜਾਂ ਸਾਹ ਚੜ੍ਹ ਰਿਹਾ ਤਾਂ ਸਪਸ਼ਟ ਲੈ ਲਓ ਕਿ ਤੁਹਾਡਾ ਖੂਨ ਦੀਆਂ ECG 'ਚ ਬਾਅਦ 'ਚ ਆਏਗਾ, TMT 'ਚ ਵੀ ਬਾਅਦ 'ਚ ਆਏਗਾ, ਬਾਕੀ ਟੈਸਟਾਂ ਬਾਅਦ 'ਚ ਆਏਗਾ। ਤੁਹਾਡਾ ਸਰੀਰ ਆਪ ਹੀ ਦੱਸ ਦਿੰਦਾ ਤੁਹਾਨੂੰ। ਜਿਹੜਾ ਬੰਦਾ ਥੋੜ੍ਹਾ ਜਿਹਾ ਸੈਂਸਿਟਿਵ ਹੈ ਉਹਨੂੰ ਆਪੇ ਪਤਾ ਲੱਗ ਜਾਏਗਾ ਵੀ ਮੇਰਾ ਕੰਮ ਜਿਹੜਾ ਥੋੜ੍ਹਾ ਜਿਹਾ ਖਰਾਬ ਹੋ ਰਿਹਾ, ਉਹਨੂੰ ਕੋਈ ਨਾ ਕੁਛ ਇੰਡੀਕੇਸ਼ਨ ਆ ਜਾਏਗੀ। ਅੱਛਾ ਜੀ, ਦੱਸੋ ਕਿ ਹਾਰਟ ਅਟੈਕ ਦਾ ਜਿਹੜਾ ਪੇਸ਼ੈਂਟ ਹੋਏਗਾ ਉਹ ਮੰਨ ਲਓ ਵੀ ਇੱਕ ਆਪਣੀ ਗੱਲ ਸੁਣ ਰਹੇ ਨੇ ਬੰਦੇ, ਅਤੇ ਉਹਨੂੰ ਲੱਗ ਰਿਹਾ ਵੀ ਮੈਨੂੰ ਨਾ ਕਿਤੇ ਹੋ ਜਾਏ, 40 ਸਾਲ ਤੋਂ ਉੱਪਰਲਾ ਬੰਦਾ ਹੈ ਜਾਂ ਉਹ ਅਲਰਟ ਆ ਬੰਦਾ, ਅਤੇ ਉਹ ਜੇ ਟੈਸਟ ਕਰਾਉਂਦਾ ਆਪਣੇ ਬਲੱਡ ਟੈਸਟ ਕਰਾਉਂਦਾ ਜਾਂ ਹੋਰ ਜਿਹੜੇ ਟੈਸਟ ਕਰਾਉਂਦਾ,
ਤਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਡੀਕੇਟ ਕਰ ਰਹੀਆਂ ਨੇ ਵੀ ਭਾਈ ਸਾਹਿਬ बचो, आने वाले टाइम ਤੁਹਾਨੂੰ हार्ट अटैक हो सकता है? मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के ही कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਉਹਦੇ 'ਚ ਜੇ ਕੁਛ ਇੱਕ ਤਾਂ BP ਹੋ ਗਿਆ, ਅਗਰ ਥੋੜਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਕੋਲੈਸਟਰੋਲ ਵੀ ਕਿਸੇ ਹੱਦ ਤੱਕ ਕਹਿ ਸਕਦਾ, ਪਰ ਕੋਲੈਸਟਰੋਲ ਨਾਲ ਸਿੱਧਾ ਰਿਲੇਸ਼ਨਸ਼ਿਪ ਜਿਹੜਾ ਨਾ ਉੱਦਾਂ ਬਣਦਾ ਨਹੀਂ ਹੈ। ਉਹ ਦੀ ਸਟੱਡੀ ਹੁਣ ਹੋ ਚੁੱਕੀ ਹੈ। ਉਹ ਕਹਿੰਦੀ ਵੀ ਕੋਲੈਸਟਰੋਲ ਹਾਈ ਨਾਲ ਬਲੱਡ ਪ੍ਰੈਸ਼ਰ, ਹਾਰਟ ਅਟੈਕ ਦਾ ਕੋਈ ਦਾ ਸਿੱਧਾ ਤਾਲੁਕ ਨਹੀਂ ਹੈ। ਹਾਲਾਂਕਿ ਜੇ ਟੂ ਮੱਚ ਜ਼ਿਆਦਾ ਹੋਵੇਗੀ ਤਾਂ ਹੋ ਸਕਦੀ ਥੋੜੀ ਬਹੁਤੀ ਐਸੋਸੀਏਸ਼ਨ ਹੋਵੇ, ਲੇਕਿਨ ਬਹੁਤ ਜਿਹੜੇ ਪਹਿਲਾਂ ਜੋੜ ਰੱਖਿਆ ਸੀ ਇਹਨਾਂ ਨੇ ਵੀ ਕੋਲੈਸਟਰੋਲ ਨਾਲ ਹੀ, ਵੀ ਕੋਲੈਸਟਰੋਲ ਨਾਰਮਲ ਤਾਂ ਹਾਰਟ ਅਟੈਕ ਹੋ ਨਹੀਂ ਸਕਦਾ, ਇਹੋ ਜਿਹਾ ਕੁਛ ਨਹੀਂ ਹੈ। ਜੇ ਕੋਲੈਸਟਰੋਲ ਬਹੁਤ ਜ਼ਿਆਦਾ ਜ਼ਰੂਰ ਹਾਰਟ ਅਟੈਕ ਹੋਊਗਾ, ਇਹੋ ਜਿਹਾ ਕੁਛ ਨਹੀਂ ਹੈ। ਜਿਹਦੀ ਕੋਲੈਸਟਰੋਲ ਬਿਲਕੁਲ ਨਾਰਮਲ ਹੈ ਜਾਂ ਲੋ ਹੈ ਉਹਨੂੰ ਵੀ ਹਾਰਟ ਅਟੈਕ ਹੋ ਸਕਦਾ, ਜਿਹਦੀ ਕੋਲੈਸਟਰੋਲ ਹਾਈ ਹੈ ਉਹਨੂੰ ਵੀ ਹਾਰਟ ਅਟੈਕ ਹੋ ਸਕਦਾ। ਸੋ ਆਪਾਂ ਜੋੜ ਲਿਆ, ਹਾਈ ਵਾਲੇ ਨੂੰ ਹੋ ਗਿਆ ਤਾਂ ਉਹਨੂੰ ਨੇ ਜੋੜ ਲਿਆ ਉਹਦੇ ਨਾਲ, ਜੇ ਦੂਜਾ ਬੰਦਾ ਜਿਹਨੂੰ ਹਾਰਟ ਅਟੈਕ ਦਾ ਹੋ ਗਿਆ ਪਰ ਕੋਲੈਸਟਰੋਲ ਤਾਂ ਠੀਕ ਠਾਕ ਸੀ ਉਹਦੀ। ਤਾਂ ਇਹ ਸਟੱਡੀਜ਼ ਸਾਰੀਆਂ ਇੱਦਾਂ ਦੀਆਂ ਹੋ ਚੁੱਕੀਆਂ ਨੇ ਕਿ ਇਹਦਾ ਇੱਦਾਂ ਡਾਇਰੈਕਟ ਲਿੰਕ ਨਹੀਂ ਹੈਗਾ ਕੋਈ। ਪਰ ਫਿਰ ਵੀ ਕੋਲੈਸਟਰੋਲ ਆਪਣੀ ਜਿਹੜੀ ਹੈ, ਜਿਹੜੇ ਬੈਡ ਕੋਲੈਸਟਰੋਲ ਨੇ, ਪਰਟੀਕੂਲਰਲੀ ਬੈਡ ਕੋਲੈਸਟਰੋਲਸ ਨੇ, ਟ੍ਰਾਈਗਲਿਸਰਾਈਡਸ ਨੇ, ਜਿਹੜੀ LDL ਹੈ, ਇਹ ਵਿਦਨ ਲਿਮਿਟਸ ਹੋਣੀ ਚਾਹੀਦੀਆਂ। ਤੁਹਾਡੀ ਜਿਹੜੀ ਲਾਈਪਿਡ ਪ੍ਰੋਫਾਈਲ ਹੈ ਉਹ ਠੀਕ ਹੋਣੀ ਚਾਹੀਦੀ ਹੈ, ਠੀਕ ਹੋਣੀ ਚਾਹੀਦੀ ਹੈ, ਬਹੁਤ ਗ੍ਰੋਸਲੀ ਡਿਸਟਰਬ ਨਹੀਂ ਹੋਣੀ ਚਾਹੀਦੀ। ਉਹ ਵਧੀਆ ਗੱਲ ਹੈ, ਲੇਕਿਨ ਉਹਨੂੰ ਇੱਦਾਂ ਇਕੱਲੀ ਕੋਲੈਸਟਰੋਲ ਨਾਲ ਜੋੜਨ ਨਾਲ ਇਹਦੇ ਜਿਹੜੀਆਂ ਹੁਣ ਸਾਇੰਟੀਫਿਕ ਸਟੱਡੀਜ਼ ਹੋ ਗਈਆਂ ਨੇ, ਉਹ ਕਹਿੰਦੀਆਂ ਕਿ ਇਹੋ ਜਿਹਾ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ। ਉਹ ਜਿਹੜੀ ਸਟੱਡੀ ਨੇ ਦੇ ਬੇਸ 'ਤੇ ਕੀਤਾ ਸੀ ਉਹਨਾਂ ਨੇ, ਉਹ ਸਾਰੀ ਸਟੱਡੀ ਬੋਗਸ ਨਿਕਲੀ, ਅਤੇ ਉਹ ਕਿਤੇ ਨਾ ਕਿਤੇ ਜਿਹੜੀ ਸੀਗੀ ਉਹ ਮੈਲਾਫਾਈਡ ਹੀ ਸੀਗੀ।
ਉਹਦੇ ਅੰਦਰ ਐਂਟੀ ਕੋਲੈਸਟਰੋਲ ਔਰ ਇਹ ਦਵਾਈਆਂ ਖਵਾਉਣ ਦਾ ਜਿਹੜਾ ਬਿਜ਼ਨਸ ਧੰਦਾ ਸੀਗਾ, ਉਹਨਾਂ ਲੋਕਾਂ ਨੇ ਇੱਕ ਡਿਸਟੋਰਟਡ ਰਿਸਰਚ ਕਰਵਾਈ ਕਹਿ ਕੇ, ਔਰ ਬਾਅਦ 'ਚ ਗਲਤ ਨਿਕਲੀ ਸਾਰੀ ਦੀ ਸਾਰੀ ਰਿਸਰਚ। ਇਸ ਕਰਕੇ ਜਿਹੜੀ ਕੋਲੈਸਟਰੋਲ ਹੈ, ਕੋਈ ਐਂਟੀ ਕੋਲੈਸਟਰੋਲ ਡਰੱਗਸ ਖਾ ਕੇ ਕੋਈ ਜ਼ਰੂਰੀ ਨਹੀਂ ਤੁਸੀਂ ਹਾਰਟ ਅਟੈਕ ਤੋਂ ਬਚਾ ਲਓਗੇ। ਹਾਰਟ ਅਟੈਕ ਦਾ ਦੱਸਦਾ ਰਿਲੇਸ਼ਨ ਹੈ ਨਹੀਂਗਾ। ਬਾਕੀ ਕਾਰਨਾਂ 'ਚੋਂ ਬੀਪੀ ਤਾਂ ਹੈ ਹੀ ਹੈ। ਬੀਪੀ ਅਗਰ ਹਾਈ ਹੈ ਤੁਹਾਡਾ, ਉਹ ਹੈ। ਫਿਰ ਤੁਹਾਨੂੰ ਤੁਰਦੇ ਹੋਏ ਥਕਾਵਟ ਜਲਦੀ ਹੁੰਦੀ ਹੈ, ਉਹ ਹੈ। ਫਿਰ ਤੁਹਾਡਾ ਸਾਹ ਚੜ੍ਹਦਾ, ਉਹ ਹੈ। ਤੁਰਦੇ ਹੋਏ ਛਾਤੀ ਦਰਦ ਹੁੰਦਾ, ਉਹ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਪੌੜੀਆਂ ਚੜ੍ਹਨ ਲੱਗਿਆ, ਬਿਲਕੁਲ ਪੌੜੀਆਂ ਚੜ੍ਹਨ ਲੱਗਿਆ ਤੁਹਾਨੂੰ ਸਾਹ ਚੜ੍ਹ ਰਿਹਾ, ਤਾਂ ਉਹ ਹੈ। ਇਹ ਸਾਰੀਆਂ ਜਿਹੜੀਆਂ 3 ਚੀਜ਼ਾਂ ਨੇ, ਇਹ ਕਿਤੇ ਨਾ ਕਿਤੇ ਆਪਾਂ ਨੂੰ ਅਲਰਟ ਕਰਦੀਆਂ ਨੇ ਕਿ ਅਲਰਟ ਹੋ ਜਾਓ। ਡਾਕਟਰ ਸਾਹਿਬ, ਪੌੜੀਆਂ ਚੜ੍ਹਨ ਲੱਗਿਆ ਤਾਂ ਸਾਹ ਸਾਰਿਆਂ ਨੂੰ ਹੀ ਚੜ੍ਹਦਾ, ਮਤਲਬ ਕਿੰਨੀਆਂ ਕੁ ਪੌੜੀਆਂ, ਕੀ ਹਿਸਾਬ ਦਾ? ਹਾਂ, ਨਹੀਂ, ਉਹ ਹਰ ਬੰਦੇ ਦੀ ਆਪਣੀ ਲਿਮਿਟ ਹੋਏਗੀ ਨਾ। ਉਹ ਦੇਖੇਗਾ ਬੰਦਾ ਕਿ ਬੰਦਾ ਹੁਣ ਜੇ ਮੰਨ ਲਓ ਮੋਟਾ ਤਾਂ ਵੈਸੇ ਹੀ ਸਾਹ ਚੜੂਗਾ ਉਹਨੂੰ। ਮੋਟਾਪਾ, ਸ਼ੂਗਰ, ਹਾਂ ਬਿਲਕੁਲ ਸ਼ੂਗਰ ਪ੍ਰੈਸੀਪੀਟੇਟ ਕਰਦੀ ਹੈ ਹਾਰਟ ਅਟੈਕ ਨੂੰ। ਸ਼ੂਗਰ ਹਰ ਬਿਮਾਰੀ ਨੂੰ, ਸਾਰੇ ਸਰੀਰ ਦੇ ਵਿੱਚ ਕਿਹੜੀ ਬਿਮਾਰੀ ਨੂੰ ਸ਼ੂਗਰ ਨਹੀਂ ਪ੍ਰੈਸੀਪੀਟੇਟ ਕਰਦੀ। ਬੀਪੀ ਜ਼ਿਆਦਾ ਹੋਣਾ, ਸ਼ੂਗਰ ਜ਼ਿਆਦਾ ਹੋਣਾ, ਭਾਰ ਜ਼ਿਆਦਾ ਹੋਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਸ ਗੱਲ ਦੀਆਂ। ਇਵਨ ਥਾਇਰਾਇਡ, ਜਿਸ ਬੰਦੇ ਦਾ ਥਾਇਰਾਇਡ ਠੀਕ ਨਹੀਂ ਹੈ, ਹਾਈਪੋਥਾਇਰਾਇਡਿਜ਼ਮ ਹੈ, ਇਹ ਵੀ ਤੁਹਾਨੂੰ ਪ੍ਰੀਡਿਸਪੋਜ਼ ਕਰਦਾ। ਸਟ੍ਰੈਸ ਜਿਹੜਾ ਹੋਏਗਾ, ਮਤਲਬ ਤੁਸੀਂ ਸਟ੍ਰੈਸ 'ਚੋਂ ਉਹ ਕਰੇਗਾ, ਸਟ੍ਰੈਸ 'ਚੋਂ ਤਾਂ ਵੀ ਕਰੇਗਾ। ਲੀਵਰ ਤਾਂ ਥੋੜ੍ਹਾ ਜਿਹਾ ਸੈਪਰੇਟ ਹੋ ਗਿਆ, ਲੀਵਰ ਦੀ ਇਹਦੀ ਗੱਲ ਨਹੀਂ ਬਹੁਤੀ। ਲੀਵਰ ਫੈਟੀ ਲੀਵਰ ਅਗਰ ਹੋਏਗਾ ਥੋੜ੍ਹੀ ਬਹੁਤੀ, ਤੁਸੀਂ ਕਹਿ ਸਕਦੇ ਹੋ। ਕਿਡਨੀ ਜਿਹੜੀ ਬੜੀ ਲੇਟ ਖਰਾਬ ਹੁੰਦੀਆਂ ਨੇ, ਕਿਡਨੀ ਤਾਂ ਰਾਦਰ ਉਸ ਤੋਂ ਵੀ ਲੇਟ ਖਰਾਬ ਹੁੰਦੀਆਂ ਨੇ। ਉਹ ਅਰਲੀ ਸਾਈਨ ਨਹੀਂ ਹੈਗੇ ਕਿਡਨੀ ਬੜੀਆਂ ਲੇਟ ਖਰਾਬ ਹੁੰਦੀਆਂ। ਤੋ ਇਹ ਮੋਟੀ ਅਲਾਮਤਾਂ ਜਿਹੜੀਆਂ ਨੇ ਬਹੁਤ ਇੰਨੀਆਂ ਮੇਰੇ ਖਿਆਲ 'ਚ ਸਫੀਸ਼ੀਐਂਟ ਨੇ ਕਿ ਜਿੱਥੋਂ ਆਪਾਂ ਡਾਊਟ ਕਰ ਸਕਦੇ ਹਾਂ। ਜਿਹੜੀ ਮੇਨ ਗੱਲ ਹੈ ਕਿ ਇਹਦਾ ਇਲਾਜ ਜਿਹੜਾ ਹੁਣ ਜਿਹੜਾ ਕਿਵੇਂ ਕਰਨਾ ਹੈ ਅਤੇ ਕਿੱਧਰ ਨੂੰ ਜਾਣਾ ਚਾਹੀਦਾ, ਕੀ ਕਰਨਾ ਚਾਹੀਦਾ, ਉਹ ਮੁੱਦਾ ਬੇਸਿਕਲੀ ਇਹ ਹੈ ਮੇਰੇ ਖਿਆਲ 'ਚ। ਆਪਾਂ ਉਹਦੇ 'ਤੇ ਫੋਕਸ ਕਰੀਏ ਕਿ ਜੇ ਇਹੋ ਜਿਹੀਆਂ ਅਲਾਮਤਾਂ ਹੈਗੀਆਂ ਨੇ ਜਾਂ ਨਹੀਂ ਵੀ ਅਲਾਮਤਾਂ ਹੈਗੀਆਂ ਤਾਂ ਵੀ 40 ਤੋਂ ਬਾਅਦ ਕੀ ਕਰਨਾ ਲੋੜੀ ਹੈ। ਸੋ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜੇ ਅਲਾਮਤਾਂ ਨਹੀਂ ਹੈਗੀਆਂ ਜਾਂ ਛੋਟੀਆਂ ਮੋਟੀਆਂ ਅਲਾਮਤਾਂ ਹੈਗੀਆਂ ਨੇ ਪਰ ਜੇ ਸਾਨੂੰ ਕੋਈ ਹਾਰਟ ਅਟੈਕ ਨਹੀਂ ਹੋਇਆ, ਤਾਂ ਉਹਦੇ ਲਈ ਆਪਾਂ ਨੂੰ ਕਰਨਾ ਕੀ ਹੈ ਕਿ ਟੈਸਟ ਤਾਂ ਕਰਵਾ ਲੈਣੇ ਚਾਹੀਦੇ ਆ ਸਾਰੇ, ਤਾਂ ਕਿ ਆਪਾਂ ਨੂੰ ਐਗਜ਼ੈਕਟ ਪਤਾ ਲੱਗੇ ਕਿ ਕਿੱਥੇ ਕੁ ਪੋਜੀਸ਼ਨ ਖੜੀ ਹੈ। ਲੇਕਿਨ ਟੈਸਟ ਕਰਵਾ ਕੇ ਇੱਕਦਮ ਕਿਸੇ ਇਹੋ ਜਿਹੇ ਇਲਾਜ ਵੱਲ ਨੂੰ ਨਹੀਂ ਭੱਜਣਾ ਚਾਹੀਦਾ ਜਿਸ ਇਲਾਜ ਦੇ ਸਾਈਡ ਇਫੈਕਟ ਇਲਾਜ ਤੋਂ ਵੀ ਜ਼ਿਆਦਾ ਭੈੜੇ ਹੋਣ, ਬਿਮਾਰੀ ਤੋਂ ਵੀ ਜ਼ਿਆਦਾ ਭੈੜੇ ਹੋਣ। ਉਹਦੇ ਅੰਦਰ ਟੂ ਮੱਚ ਦਵਾਈਆਂ ਖਾਣਾ, ਜਿੰਨੀ ਕੁ ਦਵਾਈ ਦੀ ਲੋੜ ਹੈ ਫੌਰੀ ਖਾਣੀ ਹੋਈ ਆ ਤਾਂ ਇੱਕ ਵਾਰੀ, ਲੇਕਿਨ ਥੋੜ੍ਹਾ ਸੰਭਲ ਕੇ। ਔਰ ਆਮ ਤੌਰ 'ਤੇ ਜੇ ਅਗਰ ਕੋਈ ਨੁਕਸਾ ਆ ਰਿਹਾ ਤਾਂ ਫਿਰ ਇੱਕ ਤੋਂ ਵੱਧ ਓਪੀਨੀਅਨ ਲਓ, ਕਿਉਂਕਿ ਇੱਕ ਓਪੀਨੀਅਨ ਲਓਗੇ ਤਾਂ ਉਹਦੇ ਅੰਦਰ ਬਹੁਤ ਧੰਦੇਬਾਜ਼ੀ ਹੈ। ਕਿਉਂਕਿ ਦਿੱਕਤ ਇਹ ਹੋ ਗਈ ਅੱਜ ਕੱਲ੍ਹ ਕਿ ਬਹੁਤ ਵੱਡੀਆਂ ਜਿੰਨੇ ਇਹ ਵੱਡੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਸਿਸਟਮ ਹੈ ਇਹ ਬਹੁਤ ਮਹਿੰਗਾ ਹੈ। ਜਦੋਂ ਬਹੁਤ ਮਹਿੰਗਾ ਹੈ ਤਾਂ ਉਹਦੇ 'ਚ ਮੰਨ ਲਓ ਕਿਸੇ ਬੰਦੇ ਨੇ ਕਰੋੜ ਰੁਪਈਆ ਲਾ ਕੇ ਜਾਂ 50 ਲੱਖ ਜਾਂ 60 ਲੱਖ ਜਾਂ 70 ਲੱਖ ਦਾ ਲੋਨ ਚੱਕ ਕੇ ਉਹ ਮਸ਼ੀਨਰੀ ਲਾਈ ਹੋਈ ਹੈ, 2-2, 3-3 ਲੱਖ ਵਾਲੇ ਡਾਕਟਰ ਰੱਖੇ ਹੋਏ ਆ, ਉਹਦੇ ਖਰਚੇ ਕੱਢਣ ਵਾਸਤੇ ਆਫਟਰ ਆਲ ਕੁਛ ਚਾਹੀਦਾ। ਤਾਂ ਉਹ ਫਿਰ ਖਰਚੇ ਕੱਢਣ ਵਾਸਤੇ ਤੁਹਾਨੂੰ ਬੱਕਰਾ ਵੀ ਬਣਾਉਂਦੇ ਆ। ਇਸ ਕਰਕੇ ਉਹ ਨਾ ਹੋਵੇ ਫਿਰ ਤੁਹਾਨੂੰ ਕੋਈ ਬੱਕਰਾ ਬਣਾ ਜੇ ਕੁਰਬਾਨੀ ਦਾ, ਉਹਦੇ ਤੋਂ ਬਚ ਕੇ ਰਹਿਣਾ ਚਾਹੀਦਾ। ਉਹ ਬਚਣ ਦਾ ਤਰੀਕਾ ਇਹੀ ਹੈ ਵੀ ਜਾਂ ਤਾਂ ਡਾਕਟਰ ਦੀ ਰੈਪੂਟੇਸ਼ਨ ਅੱਛੀ ਹੋਵੇ, ਭਾਈ ਵੀ ਉਹ ਧੋਖਾ ਨਹੀਂ ਕਰਦਾ, ਤੁਹਾਡੇ ਪੱਖ ਦੀ ਗੱਲ ਕਰੇਗਾ। ਅੱਜ ਸਾਡੀ ਤਰਾਸਦੀ ਇਹ ਹੋ ਗਈ ਹੈ ਕਿ ਜੈਨੂਅਨ ਮੈਡੀਕਲ ਐਡਵਾਈਸ ਲੈਣਾ ਲਗਭਗ ਅਸੰਭਵ ਹੋ ਗਿਆ। ਤੁਸੀਂ ਜਾਓਗੇ ਤਾਂ ਤੁਹਾਨੂੰ ਡਾਕਟਰ ਕੀ ਕਹਿ ਰਿਹਾ ਉਹ ਜ਼ਰੂਰੀ ਨਹੀਂ ਤੁਹਾਡੇ ਬੈਸਟ ਇੰਟਰਸਟ ਕਹਿ ਰਿਹਾ ਹੋਵੇ, ਉਹ ਆਪਣੇ ਟੈਸਟ ਨਾਲ ਜੋੜ ਲਏਗਾ। ਸੋ ਇਸ ਕਰਕੇ ਇਸ ਗੱਲ ਤੋਂ ਚੇਤੰਨ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਦੇ ਯੁੱਗ 'ਚ। ਜਦ ਤੱਕ ਕੋਈ ਇਹੋ ਜਿਹਾ ਸਿਸਟਮ ਨਹੀਂ ਆ ਜਾਂਦਾ ਜਿੱਥੇ ਕਿ ਤੁਹਾਡੀ ਗੱਲ ਕੀਤੀ ਜਾਵੇ, ਮਰੀਜ਼ ਸੈਂਟਰਿਕ ਹੋਵੇ, ਜਿਹੜਾ ਟਰੀਟਮੈਂਟ ਦਾ ਸਾਰਾ ਸਿਸਟਮ ਹੈ ਉਹ ਪੇਸ਼ੈਂਟ ਸੈਂਟਰਿਕ ਹੋਵੇ, ਨਾ ਕਿ ਪ੍ਰੋਫਿਟ ਸੈਂਟਰਿਕ। ਅੱਜ ਸਾਰੇ ਦਾ ਸਾਰਾ ਸਿਸਟਮ ਜਿਹੜਾ ਪ੍ਰੋਫਿਟ ਸੈਂਟਰਿਕ ਹੈ, ਉਹ ਮਰੀਜ਼ ਉਹਦੇ ਵਿੱਚ ਇੱਕ ਚਾਰਾ ਬਣ ਜਾਂਦਾ। ਉਸ ਗੱਲ ਤੋਂ ਅੱਜ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜਾ ਆਪਾਂ ਸਿਸਟਮ ਆਪਾਂ ਰਿਕਮੈਂਡ ਕਰ ਰਹੇ ਹਾਂ ਉਹਦੇ 'ਚ ਕਾਫੀ ਹੱਦ ਤੱਕ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਉੱਧਰ ਜਿਹੜਾ ਬੰਦਾ ਨਾ ਹੀ ਉਲਝੇ, ਅਤੇ ਆਪਾਂ ਕਾਮਯਾਬ ਵੀ ਹੋ ਰਹੇ ਹਾਂ।
ਸੋ ਉਹਦੀ ਗੱਲ ਮੇਰੇ ਖਿਆਲ 'ਚ ਆਪਾਂ ਜਿਹੜੀ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ। ਅਤੇ ਦਵਾਈਆਂ ਜਿਹੜੀਆਂ ਨੇ ਜੇ ਤੁਹਾਨੂੰ ਕੋਈ ਲੱਗਦਾ ਸਿਗਨੀਫੀਕੈਂਟ ਪ੍ਰੋਬਲਮ ਹੈਗੀ ਹੈ ਤਾਂ ਜੋ ਤੁਹਾਡਾ ਡਾਕਟਰ ਦਵਾਈਆਂ ਕਹਿ ਰਿਹਾ ਤੁਹਾਨੂੰ ਦੇਖ ਕੇ, ਤਾਂ ਉਹਦੇ 'ਚ ਇੱਕ ਅੱਧੇ ਡਾਕਟਰ ਦੀ ਹੋਰ ਓਪੀਨੀਅਨ ਲੈ ਕੇ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਉਹ ਦਵਾਈਆਂ ਜਿਹੜੀਆਂ ਨੇ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇੱਕ ਵਾਰੀ। ਲੇਕਿਨ ਜਿਹੜਾ ਸਿਸਟਮ ਦੀ ਆਪਾਂ ਰਿਕਮੈਂਡੇਸ਼ਨ ਕਰਦੇ ਹਾਂ, ਹੋਲਿਸਟਿਕ ਹੈਲਥ ਕੇਅਰ ਕਹਿੰਦੇ ਹਾਂ ਉਹਨੂੰ, ਉਹਦੇ ਅੰਦਰ ਅਸੀਂ ਜਿਹੜੀ ਸਾਡੀ ਹੁਣ ਤੱਕ ਦਾ ਤਜਰਬਾ ਕਹਿੰਦਾ ਕਿ 3 ਮਹੀਨੇ ਦੇ ਵਿੱਚ 3 ਮਹੀਨੇ ਦੇ ਵਿੱਚ ਕੁਦਰਤ ਜਾਂ ਤਾਂ ਉਹਨਾਂ ਨਾੜਾਂ ਨੂੰ ਸਾਫ਼ ਕਰ ਲੈਂਦੀ ਹੈ, ਖੋਲ੍ਹ ਲੈਂਦੀ ਹੈ, ਜੇ ਖੁੱਲ੍ਹਣ ਯੋਗ ਹੈਗੀਆਂ ਨੇ ਤਾਂ, ਜੇ ਖੁੱਲ੍ਹਣ ਯੋਗ ਨਹੀਂ ਹੈਗੀ ਤਾਂ ਉਹਦਾ ਬਾਈਪਾਸ ਬਣਾ ਲੈਂਦੀ ਹੈ ਆਪਣੇ ਆਪ ਹੀ, ਆਪਣੇ ਆਪ ਬਾਈਪਾਸ ਬਣ ਜਾਂਦਾ ਉਹਦਾ। ਨੈਚੁਰਲ ਬਾਈਪਾਸ ਕਹਿੰਦੇ ਉਹਨੂੰ, ਨੈਚੁਰਲ ਬਾਈਪਾਸ ਕਹਿੰਦੇ ਉਹਨੂੰ। ਸੋ ਜਿਹੜੀ ਬਲੱਡ ਵੈਸਲ ਬਲੌਕ ਹੋ ਰਹੀ ਹੈ, ਜੇ ਤਾਂ ਮਾੜੀ ਮੋਟੀ ਵੀ ਖੁੱਲ੍ਹੀ ਹੈ ਤਾਂ ਸਰੀਰ ਨੂੰ ਹੋਰ ਖੋਲ੍ਹ ਲੇਗਾ, ਕੁਦਰਤ ਨੂੰ ਹੋਰ ਖੋਲ੍ਹ ਲੇਗੀ। ਜੋ ਬਿਲਕੁਲ ਹੀ ਬੰਦ ਹੈ ਅਤੇ ਉਧਰ ਖੂਨ ਜਾ ਹੀ ਨਹੀਂ ਰਿਹਾ ਅਤੇ ਉਹਦੇ 'ਚ ਖੋਲ੍ਹਣ ਦਾ ਮੈਕੈਨਿਜ਼ਮ ਵੀ ਲਾਗੂ ਕਰਨ ਲਈ ਤਾਂ ਆਫਟਰ ਆਲ ਤੁਹਾਨੂੰ ਉਹ ਚੀਜ਼ ਭੇਜਣੀ ਪਏਗੀ ਨਾ ਉਸ ਥਾਂ 'ਤੇ, ਤਾਂ ਹੀ ਖੁੱਲ੍ਹੇਗਾ ਨਾ। ਅਤੇ ਜੋ ਬਿਲਕੁਲ ਹੀ ਬਲੌਕ ਹੋ ਗਈ ਤਾਂ ਫਿਰ ਬਾਈਪਾਸ ਬਣਾ ਲਏਗੀ। ਅੱਛਾ, ਉਹ ਬਾਈਪਾਸ ਜਿਹੜਾ ਨੈਚੁਰਲ ਬਾਈਪਾਸ ਹੁੰਦਾ ਉਹ ਕਿਸੇ ਟੈਸਟ ਦੇ ਵਿੱਚ ਸ਼ੋਅ ਹੋ ਜਾਂਦਾ ਵੀ ਹਾਂ ਇਹ ਆਪਣੇ ਆਪ ਬਣ ਗਿਆ? ਸ਼ੋਅ ਨਹੀਂ ਹੁੰਦਾ, ਉਹ ਬਹੁਤ ਮਾਈਕਰੋਸਕੋਪਿਕ ਹੁੰਦੀਆਂ ਨੇ, ਛੋਟੀ ਛੋਟੀਆਂ ਹੁੰਦੀਆਂ ਨੇ, ਉਹ ਸ਼ੋਅ ਨਹੀਂ ਹੁੰਦੀਆਂ ਆਮ ਤੌਰ 'ਤੇ, ਕਿਉਂਕਿ ਜਿਹੜੀ ਅਸੀਂ ਐਂਜੀਓਗ੍ਰਾਫੀ ਕਰਦੇ ਹਾਂ ਉਹ ਵੱਡੀਆਂ ਬਲੱਡ ਵੈਸਲ ਦੀ ਕਰਦੇ ਹਾਂ। ਅਤੇ ਜਿਹੜੀ ਅੱਜ ਕੱਲ੍ਹ ਇਹ ਵੀ ਸਟੱਡੀਜ਼ ਆ ਗਈਆਂ ਨੇ ਕਿ ਜਿਹੜੀ ਬਿਮਾਰੀ ਹੈ ਹਾਰਟ ਅਟੈਕ ਦੀ, ਇਹ ਮੇਜਰ ਬਲੱਡ ਵੈਸਲ ਦੀ ਉਨੀ ਬਿਮਾਰੀ ਨਹੀਂ ਹੈ, ਛੋਟੀਆਂ ਬਲੱਡ ਵੈਸਲ ਦੀ ਜ਼ਿਆਦਾ ਬਿਮਾਰੀ ਹੈ। ਤਾਂ ਇਸ ਕਰਕੇ ਛੋਟੀਆਂ ਬਲੱਡ ਵੈਸਲ ਨਾ ਤਾਂ ਟੈਸਟ 'ਚ ਆਉਂਦੀਆਂ ਨੇ ਅਤੇ ਨਾ ਉਹ ਕੋਈ ਦਵਾਈਆਂ ਉੱਤੇ ਬਹੁਤ ਅਸਰ ਕਰਦੀਆਂ ਨੇ, ਜਾਂ ਸਟੰਟ ਕਿਸੇ ਕੰਮ ਦਾ ਨਹੀਂ ਹੈ। ਇਹੀ ਤਾਂ ਮੈਂ ਸਵਾਲ ਪਹਿਲਾਂ ਕੀਤਾ ਸੀ ਨਾ ਡਾਕਟਰ ਸਾਹਿਬ ਕਿ ਜਿਹੜਾ ਉਹ ਪਲਾਕ ਹੈ ਜਾਂ ਜਿਹੜਾ ਖਰੀਦ ਹੈ ਉਹ ਵੱਡੀ ਨਾੜੀ ਦੇ ਵਿੱਚੋਂ ਨਿਕਲ ਕੇ ਤੇ ਛੋਟੀ ਨਾੜੀ ਦੇ ਵਿੱਚ ਜਿੱਥੇ ਜਿਹੜੀ ਨਜ਼ਰ ਨਹੀਂ ਆ ਰਹੀ ਉਹਦੇ 'ਚ ਫਸਦਾ ਤੇ ਤਾਂ ਹਾਰਟ ਅਟੈਕ ਹੋਣ ਦਾ? ਹਾਂ, ਉਹ ਸਡਨ ਹਾਰਟ ਅਟੈਕ ਦਾ ਤਾਂ ਕਾਰਨ ਬਣ ਗਿਆ ਨਾ। ਪਰ ਜਿਹੜੀ ਕ੍ਰੋਨਿਕ ਪ੍ਰੋਬਲਮ ਹੈ ਉਹ ਜਿਹੜੀ ਵੱਡੀ ਬਲੱਡ ਵੈਸਲ 'ਚ ਹੋਇਆ ਜੋ ਉਹ ਛੋਟੀਆਂ 'ਚ ਤਾਂ ਹੋ ਰਿਹਾ ਨਾ ਨਾਲ ਹੀ। ਮਤਲਬ ਆਪਾਂ ਜਿਹੜੀ ਗੱਲ ਕੀਤੀ ਸੀ ਕਿ ਵੱਡੀ 'ਚੋਂ ਨਿਕਲ ਕੇ ਛੋਟੀ 'ਚ ਬਲੌਕ ਹੋ ਗਿਆ ਤਾਂ ਉਹ ਸਡਨ ਹਾਰਟ ਅਟੈਕ ਹੋ ਗਿਆ। ਲੇਕਿਨ ਜਿਹਨੂੰ ਇਹ ਸਡਨ ਹਾਰਟ ਅਟੈਕ ਨਹੀਂ ਹੋਇਆ ਪਰ ਹਾਰਟ ਦੀ ਪ੍ਰੋਬਲਮ ਹੈਗੀ ਉਹਨੂੰ, ਜਿਹਨੂੰ ਕਿ ਜਿਹਨੂੰ ਤੁਰਦੇ ਫਿਰਦੇ ਸਾਹ ਚੜ੍ਹਦਾ, ਜਿਹਨੂੰ ਤੁਰਦੇ ਫਿਰਦੇ ਦਰਦ ਹੁੰਦੀ ਹੈ ਛਾਤੀ ਦੀ, ਉਹਦੀ ਅਜੇ ਨਾੜਾਂ ਬੰਦ ਨਹੀਂ ਹੋਈਆਂ ਪੂਰੀਆਂ, ਇਹਦਾ ਮਤਲਬ ਉਹਨੂੰ ਕੀ ਪ੍ਰੋਬਲਮ ਹੈ, ਉਹਦੇ ਅੰਦਰ ਜਿਹੜੀਆਂ ਛੋਟੀਆਂ ਬਲੱਡ ਵੈਸਲਸ ਨੇ ਉਹ ਪੂਰਾ ਖੂਨ ਨਹੀਂ ਲੈ ਰਹੀਆਂ। ਅਤੇ ਛੋਟੀਆਂ ਬਲੱਡ ਵੈਸਲ ਪੂਰਾ ਖੂਨ 3 ਮਹੀਨੇ ਦੇ ਵਿੱਚ ਲੈਣ ਲੱਗ ਜਾਂਦੀਆਂ ਨੇ, ਜਾਂ ਉਹਨਾਂ ਕੁਦਰਤ ਦੇ ਅੰਦਰ ਬਹੁਤ ਹੀ ਸਟਰੋਂਗ ਸਿਸਟਮ ਹੈ, ਉਹਨੂੰ ਕਹਿੰਦੇ ਐਂਜੀਓਜੈਨੇਸਿਸ, ਉਹਨੂੰ ਕੋਈ ਨਿਊ ਐਂਜੀਓਜੈਨੇਸਿਸ ਵੀ ਕਹਿੰਦੇ ਨੇ, ਵੀ ਨਵੀਆਂ ਬਲੱਡ ਵੈਸਲ ਦਾ ਬਣਨਾ। ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ, ਬਾਡੀ ਹਰ ਅੰਗ ਦੇ ਵਿੱਚ ਨਵੀਆਂ ਬਲੱਡ ਵੈਸਲ ਬਣਾਉਂਦੀ ਰਹਿੰਦੀ ਹੈ। ਉਹ ਜਿਹੜੀਆਂ ਬਲੱਡ ਵੈਸਲ ਨੇ ਉਹ ਜਵਾਨ ਹੁੰਦੀਆਂ ਨੇ, ਉਹਦੇ ਅੰਦਰ ਉਹ ਨਹੀਂ ਇੱਕ ਸਿਸਟਮ ਹੁੰਦਾ। ਜਿਸ ਤਰ੍ਹਾਂ ਬਾਡੀ ਸੈੱਲ ਬਦਲਦੀ ਹੈ, ਆਪਣੇ ਪੁਰਾਣੇ ਸੈੱਲਾਂ ਨੂੰ ਮਾਰ ਕੇ ਜਿਹੜੇ ਸੈੱਲ ਥੱਕ ਚੁੱਕੇ ਹੁੰਦੇ ਆ, ਹਾਰ ਚੁੱਕੇ ਹੁੰਦੇ ਆ, ਜਿਹੜੇ ਸੈੱਲ ਜਿਹੜੇ ਨੇ ਉਹ ਆਪਣੀ ਬੁਢੇਪੇ 'ਚ ਪਹੁੰਚ ਗਏ ਹੁੰਦੇ ਆ, ਤਾਂ ਉਹਨਾਂ ਨੂੰ ਮਾਰ ਕੇ ਯੰਗ ਸੈੱਲ ਪੈਦਾ ਕਰ ਲੈਂਦੀ ਹੈ। ਉਹ ਹਰ ਸੈੱਲ 'ਚ ਹੁੰਦਾ, ਸਰੀਰ ਦੇ ਹਰ ਅੰਗ 'ਚ ਹੋ ਰਿਹਾ। ਈਵਨ ਹੁਣ ਤਾਂ ਇਹ ਆ ਗਿਆ, ਪਹਿਲਾਂ ਤਾਂ ਬ੍ਰੇਨ ਬਾਰੇ ਕਹਿੰਦੇ ਸੀ ਬ੍ਰੇਨ 'ਚ ਸ਼ਾਇਦ ਨਹੀਂ ਹੁੰਦਾ, ਹੁਣ ਤਾਂ ਇਹ ਵੀ ਆ ਰਿਹਾ ਕਿ ਬ੍ਰੇਨ 'ਚ ਵੀ ਕਾਫੀ ਹੱਦ ਤੱਕ ਹੁੰਦਾ ਕਿ ਸਰੀਰ ਜੇ ਤੁਸੀਂ ਮੈਂਟਲ ਵਰਕ ਕਰਦੇ ਰਹੋ। ਕਲੀਅਰ ਕੱਟ ਸਟੱਡੀਜ਼ ਆ ਗਈਆਂ ਕਿ ਜਿਹੜੇ ਲੋਕ ਮੈਂਟਲ ਕੰਮ ਨਹੀਂ ਕਰਦੇ ਉਹ ਅਲਟੀਮੇਟਲੀ ਐਲਜ਼ੀਮਰ ਦਾ ਸ਼ਿਕਾਰ ਹੋ ਜਾਂਦੇ ਨੇ, ਫੋਰਗੇਟਫੁਲ ਦਾ ਸ਼ਿਕਾਰ ਹੋ ਜਾਂਦੇ ਨੇ, ਜਾਂ ਉਹਨਾਂ ਨੂੰ ਜਿਹੜੀਆਂ ਨੇ ਉਹਦਾ ਬ੍ਰੇਨ ਸਲੋ ਹੋ ਜਾਂਦਾ। ਲੇਕਿਨ ਜਿਹੜੇ ਲੋਕ ਬ੍ਰੇਨ ਵਾਲਾ ਕੰਮ ਕਰਦੇ ਰਹਿੰਦੇ ਆ ਉਹਨਾਂ ਦਾ ਬ੍ਰੇਨ ਜਿਹੜਾ ਉਹ ਸਾਥ ਦਿੰਦਾ ਪੂਰਾ, ਉਹਦੇ ਇਹਦਾ ਮਤਲਬ ਉਹਦੇ ਸੈੱਲ ਵੀ ਨਵੇਂ ਨਿਊਰੋਨ ਬਣਦੇ ਰਹਿੰਦੇ ਆ। ਤਾਂ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ ਕਿ ਜਿਵੇਂ ਸੈੱਲ ਬੁੱਢੇ ਸੈੱਲ ਮਾਰ ਕੇ ਉਹਦੀ ਥਾਂ 'ਤੇ ਜਵਾਨ ਸੈੱਲ ਆ ਜਾਂਦੇ ਆ, ਉੱਦਾਂ ਹੀ ਜਿਹੜੀਆਂ ਬਲੱਡ ਵੈਸਲਸ ਨੇ ਉਹ ਜਿਹੜੀਆਂ ਬਲੱਡ ਵੈਸਲਸ ਜਾਮ ਹੋ ਗਈਆਂ, ਬਲੌਕ ਹੋ ਗਈਆਂ, ਇੰਜਰ ਹੋ ਗਈਆਂ, ਉਹਦੀ ਥਾਂ 'ਤੇ ਉਹ ਸਰੀਰ ਦੇ ਅੰਦਰ ਐਂਜੀਓਜੈਨੇਸਿਸ ਕਰਨ ਦੀ ਸਮਰੱਥਾ ਹੈਗੀ ਹੈ। ਸੋ ਐਂਜੀਓਜੈਨੇਸਿਸ ਸਰੀਰ ਕਰਦਾ ਰਹਿੰਦਾ, ਜਿੱਥੇ ਵੀ ਲੋੜ ਹੁੰਦੀ ਹੈ। ਨੀਡ ਬੇਸਡ ਆਓ ਕਿ ਉਹ ਹਾਰਟ ਜਿੰਨਾ ਬਲੱਡ ਮੰਗੇਗਾ ਉਹਦੇ ਹਿਸਾਬ ਨਾਲ ਬਲੱਡ ਵੈਸਲ ਬਣਨਗੀਆਂ। ਜੇ ਤੁਸੀਂ ਸਾਰਾ ਦਿਨ ਬੈਠੇ ਰਹਿੰਦੇ ਹੋ ਉਹ ਫਿਰ ਸਰੀਰ ਵੀ ਕਹਿੰਦਾ ਵੀ ਕੀ ਲੋੜ ਹੀ ਨਹੀਂ, ਬੰਦੇ ਨੂੰ ਲੋੜ ਹੀ ਨਹੀਂ ਹੈ, ਮੰਗਦਾ ਹੀ ਨਹੀਂ ਹੈ। ਕਿਉਂਕਿ ਕੁਦਰਤ ਦੇ ਅੰਦਰ ਇੱਕ ਬਹੁਤ ਵਧੀਆ ਸਿਸਟਮ ਹੈ ਕੁਲਵੰਤ ਜੀ ਕਿ ਨੇਚਰ ਤੋਂ ਮੰਗੋ, ਪਰਮਾਤਮਾ ਤੋਂ ਮੰਗੋ, ਮੰਗ ਕ੍ਰੀਏਟ ਕਰੋ। ਜੇ ਮੰਗ ਕ੍ਰੀਏਟ ਕਰੋਗੇ ਤਾਂ ਸਰੀਰ ਉਸ ਅੰਗ ਨੂੰ ਸਟਰੋਂਗ ਰੱਖੇਗਾ। ਮੰਗ ਕ੍ਰੀਏਟ ਕਿਵੇਂ ਕਰੋ? ਸਖਤ ਕੰਮ ਕਰੋ, ਮੁਸ਼ੱਕਤ ਕਰੋ, ਵਰਜਿਸ਼ ਕਰੋ, ਠੀਕ ਹੈ ਨਾ, ਭਾਰ ਚੱਕੋ। ਤਾਂ ਉਹ ਜੇ ਕੰਮ ਕਰਾਂਗੇ ਤਾਂ ਸਰੀਰ ਉਹ ਕੀ ਕਹੂਗੀ, ਮੰਗ ਕ੍ਰੀਏਟ ਹੋਊਗੀ ਕਿ ਸਾਡੇ ਮਸਲਸ ਨੂੰ ਇੰਨਾ ਖੂਨ ਚਾਹੀਦਾ, ਹਰ ਚੀਜ਼ ਨੂੰ, ਹਾਰਟ ਨੂੰ ਵੀ ਮੈਸੇਜ ਆਏਗਾ, ਲੰਗਸ ਨੂੰ ਵੀ ਮੈਸੇਜ ਆਏਗਾ, ਪੱਠਿਆਂ ਨੂੰ ਵੀ ਮੈਸੇਜ ਆਏਗਾ, ਹਰ ਚੀਜ਼ ਨੂੰ ਮੈਸੇਜ ਆਏਗਾ ਕਿ ਭਾਈ ਲੋੜ ਹੈ ਦਿਓ। ਤਾਂ ਉਹ ਕੁਦਰਤ ਦਿੰਦੀ ਹੈ, ਫਿਰ ਕੁਦਰਤ ਦਿੰਦੀ ਹੈ। ਜੇ ਵੀ ਲੋੜ ਹੀ ਖਤਮ ਕਰਤੀ, ਸਾਰਾ ਦਿਨ ਆਪਾਂ ਬਿਮਾਰਾਂ ਵਾਂਗੂ ਮੰਜੇ 'ਤੇ ਪੈ ਰਹਿੰਦੇ ਹਾਂ, ਖਾ ਛੱਡਿਆ ਅਤੇ ਆਪਣਾ ਸੋ ਛੱਡਿਆ, ਤਾਂ ਉਹ ਫਿਰ ਕੁਦਰਤ ਵੀ ਕਹਿੰਦੀ ਵੀ ਇਹਨੂੰ ਲੋੜ ਹੀ ਨਹੀਂ ਹੈ। ਫਿਰ ਹੀਮੋਗਲੋਬਿਨ ਵੀ ਘੱਟ ਜਾਏਗਾ,
ਫਿਰ ਤੁਹਾਡੇ ਪੱਠਿਆਂ ਦੀ ਨਾੜਾਂ ਵੀ ਬਲੌਕ ਹੋ ਜਾਣਗੀਆਂ, ਹਰ ਚੀਜ਼ ਹੋ ਜਾਏਗੀ। ਲੇਕਿਨ ਜੇ ਆਪਾਂ ਮੰਗ ਕ੍ਰੀਏਟ ਕਰਦੇ ਰਹੀਏ ਤਾਂ ਉਹ ਹਰ ਚੀਜ਼ ਫਿਰ ਤੰਦਰੁਸਤ ਰਹਿੰਦੀ ਹੈ। ਤੰਦਰੁਸਤੀ ਜਿਹੜੀ ਮੰਗ ਦੇ ਨਾਲ ਸੰਬੰਧਿਤ ਹੈ, ਇਸ ਕਰਕੇ ਮੰਗ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਹੈ ਆਪਣੇ ਦਿਲ ਦੇ ਉੱਪਰ ਕੈਲਕੂਲੇਟਡ ਲੋਡ ਪਾ ਕੇ ਰੱਖੀਏ ਕਿ ਦਿਲ ਨੂੰ ਵੀ ਮੈਸੇਜ ਆਵੇ ਕਿ ਭਾਈ ਇਹਨੂੰ ਇੰਨੇ ਖੂਨ ਦੀ ਲੋੜ ਹੈ, ਤਾਂ ਉਹਦੇ ਹਿਸਾਬ ਨਾਲ ਫਿਰ ਹਾਰਟ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦਾ। ਉਹ ਮਜ਼ਬੂਤ ਕਰਨ ਵਾਸਤੇ ਫਿਰ ਉਹ ਐਂਜੀਓਜੈਨਸਿਸ ਨਵੀਂ ਕਰ ਲੈਂਦਾ। ਜੇ ਤੁਸੀਂ ਜਿਹੜੇ ਅੱਜ ਕੱਲ੍ਹ ਪ੍ਰੋ ਰੈਸਟ, ਬਹੁਤ ਸਾਰੇ ਪੁਰਾਣੇ ਡਾਕਟਰ ਜਿਹੜੇ ਸੀਗੇ ਉਹ ਰੈਸਟ ਐਡਵਾਈਜ਼ ਕਰਦੇ ਸੀ ਲੰਬੀ। ਹੁਣ ਲੇਟਲੀ ਆ ਗਿਆ ਕਿ ਰੈਸਟ ਬਹੁਤ ਲੰਬੀ ਨਹੀਂ ਐਡਵਾਈਜ਼ ਕਰਨੀ, ਰੈਸਟ ਸਿਰਫ ਉਹੀ 2 ਦਿਨ 4 ਦਿਨ 5 ਦਿਨ, ਜਦੋਂ ਕਿ ਤੁਹਾਨੂੰ ਲੱਗਦਾ ਕਿ ਹਾਰਟ ਦਾ ਉਹ ਹਿੱਸਾ ਜਿਹੜਾ ਮਰ ਗਿਆ ਹੋਇਆ ਉਹ ਅਜੇ ਸਟ੍ਰੈਸ ਸਹਿਣ ਦੇ ਕਾਬਿਲ ਨਹੀਂ ਹੈ, ਉਹ ਹਫ਼ਤੇ 10 ਦਿਨ 'ਚ ਉਹ ਤਕਰੀਬਨ ਸਟੇਬਲ ਹੋ ਜਾਂਦਾ। ਫਿਰ ਕੈਲਕੂਲੇਟਡ ਸਟ੍ਰੈਸ ਦੇਣਾ, ਬੰਦੇ ਨੂੰ ਕਹਿਣਾ ਵੀ ਤੂੰ ਤੁਰਨਾ, ਜਦ ਤੱਕ ਤੈਨੂੰ ਡਿਸਕੰਫਰਟ ਨਹੀਂ ਫੀਲ ਹੁੰਦਾ ਜਾਂ ਕੋਈ ਸਾਹ ਨਹੀਂ ਚੜ੍ਹਦਾ ਤਦ ਤੱਕ ਤੁਰਨਾ, ਤਾਂ ਕਿ ਤੇਰੇ ਹਾਰਟ ਦਾ ਜਿਹੜੀ ਬਲੱਡ ਸਪਲਾਈ ਆ ਉਹ ਵਧੇ ਹੋਰ। ਸੋ ਇਸ ਕਰਕੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਹੈ ਉਹਨੂੰ ਡਿਮਾਂਡ ਜਨਰੇਟ ਕਰੀਏ। ਉਹਦੇ ਨਾਲ ਖੂਨ ਦੀ ਲਾਲੀ ਵੀ ਵੱਧਦੀ ਹੈ, ਨਾੜਾਂ ਵੀ ਵੱਧਦੀਆਂ ਨੇ, ਸਾਰਾ ਸਿਸਟਮ ਜਿਹੜਾ ਉਹ ਐਕਟੀਵੇਟ ਹੁੰਦਾ। ਡਾਕਟਰ ਸਾਹਿਬ, ਇਹ ਤਾਂ ਆਪਾਂ ਨੇ ਦੱਸਤਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹਾਰਟ ਅਟੈਕ ਹੋਣ ਦੇ ਕਾਰਨ ਕੀ ਹੁੰਦੇ ਨੇ, ਆਪਾਂ ਨੂੰ ਕਿਸ ਤਰ੍ਹਾਂ ਇੰਡੀਕੇਸ਼ਨਸ ਆਉਂਦੀਆਂ ਨੇ, ਕਿਹੜੇ ਟੈਸਟ ਜਿਹੜੇ ਨੇ ਉਹ ਸ਼ੋਅ ਕਰਦੇ ਨੇ ਵੀ ਜਿਹੜੇ ਹਾਰਟ ਦੇ ਵਿੱਚ ਪ੍ਰੋਬਲਮ ਆ ਗਈ ਹੈ, ਅਤੇ ਬਲੋਕੇਜ ਤੋਂ ਬਾਅਦ ਹਾਰਟ ਅਟੈਕ ਹੁੰਦਾ ਕਿਸ ਤਰ੍ਹਾਂ ਹੈਗਾ, ਕਿਵੇਂ ਹੁੰਦਾ, ਅਤੇ ਉਹਦੇ ਹਾਰਟ ਅਟੈਕ ਅਤੇ ਜਿਹੜੇ ਗੈਸਟ੍ਰਿਕਸ ਦੇ ਜਿਹੜੀ ਪੇਨ ਹੁੰਦੀ ਹੈ ਉਹਨਾਂ ਦੇ ਵਿੱਚ ਡਿਫਰੈਂਸ ਕੀ ਹੈਗਾ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਸੀਗਾ ਕਿ ਲੋਕੀ ਤਾਂ ਗੈਸ ਦੀ ਪੇਨ ਨੂੰ ਹੀ ਜਿਹੜਾ ਉਹ ਕਹੀ ਜਾਂਦੇ ਨੇ ਵੀ ਐਸੀਡਿਟੀ ਦੀ ਪੇਨ ਨੂੰ ਹੀ ਕਹੀ ਜਾਂਦੇ ਨੇ ਵੀ ਹਾਰਟ ਅਟੈਕ ਹੋਣ ਵਾਲਾ। ਹੁਣ ਆਈਏ ਆਪਾਂ ਕਿ ਜਿਹੜਾ ਮਾਡਰਨ ਮੈਡੀਕਲ ਸਾਇੰਸ ਜਿਹੜੀ ਆ ਉਹ ਕਿਸ ਤਰ੍ਹਾਂ ਕਰਦੀ ਹੈਗੀ, ਇਹ ਵੀ ਤੁਸੀਂ ਸਮਝਾਤਾ ਹੈਗਾ। ਹੁਣ ਆਈਏ ਆਪਾਂ ਕਿ ਜਿਹੜਾ ਆਪਾਂ ਜਿਸ ਚੀਜ਼ ਦੇ ਵਿੱਚ ਆਪਾਂ ਐਪੀਸੋਡ ਸ਼ੁਰੂ ਕੀਤਾ, ਬੀ ਯੋਰ ਓਨ ਡਾਕਟਰ, ਜਦੋਂ ਆਪਣਾ ਡਾਕਟਰ ਆਪ ਬਣਨਾ ਹੈ ਤਾਂ ਉਦੋਂ ਫਿਰ ਆਪਾਂ ਨੇ ਉਹਨੂੰ ਇਹ ਵੀ ਦੱਸਣਾ ਪੈਣਾ ਵੀ ਤੁਸੀਂ ਕਿਹੜੀਆਂ ਚੀਜ਼ਾਂ ਨਾਲ ਜਿਹੜਾ ਉਹ ਚੀਜ਼ਾਂ ਠੀਕ ਕਰ ਸਕਦੇ ਹੋ, ਆਪਣੀ ਬਿਮਾਰੀ ਨੂੰ ਆਪ ਠੀਕ ਕਰ ਸਕਦੇ ਹੋ। ਹੁਣ ਬੰਦਾ ਜਦੋਂ ਘਰ 'ਚ ਹੈ ਤਾਂ ਫਿਰ ਉਹਦੇ ਕੋਲ ਜਿਹੜੀਆਂ ਘਰੇ ਚੀਜ਼ਾਂ ਪਈਆਂ ਹੋਣਗੀਆਂ ਉਸੇ ਦੇ ਨਾਲ ਹੀ ਉਹਦਾ ਇਲਾਜ ਕੀਤਾ ਜਾ ਸਕਦਾ। ਦੂਰ ਮੰਨ ਲਓ ਰਾਤ ਦਾ ਟਾਈਮ ਹੈ ਤਾਂ ਫਿਰ ਉਹ ਕਿਸੇ ਹੋਰ ਪਾਸੇ ਨਹੀਂ ਜਾ ਸਕਦਾ। ਕੁਝ ਇਸ ਤਰ੍ਹਾਂ ਦੇ ਇਲਾਜ ਜਿਹੜੇ ਘਰ ਬੈਠੇ ਹੀ ਹੋ ਸਕਦੇ। ਬਿਲਕੁਲ ਇਸ ਤਰ੍ਹਾਂ ਦੇ ਇਲਾਜ ਰਾਦਰ ਆਪਾਂ ਕਹੀਏ ਕਿ ਮੁੱਖ ਧਾਰਾ ਉਹੀ ਇਲਾਜ ਨੇ ਜਿਹੜੇ ਘਰ ਬੈਠੇ ਵੀ ਹੋ ਸਕਦੇ ਆ। ਇਹਦਾ ਮਤਲਬ ਨਹੀਂ ਕਿ ਮੁੱਖ ਧਾਰਾ ਫਿਰ ਦਵਾਈਆਂ ਖਾਣਾ ਜਾਂ ਸਟੈਂਟ ਪਵਾਉਣਾ ਜਾਂ ਬਾਈਪਾਸ ਕਰਨਾ। ਮੁੱਖ ਧਾਰਾ ਉਹ ਨਹੀਂ ਹੈ, ਰਾਦਰ ਉਲਟ ਹੋਣਾ ਹੈ ਕਿ ਮੁੱਖ ਧਾਰਾ ਇਲਾਜ ਇਹ ਹੈ ਕਿ ਆਪਣੀ ਡਾਈਟ ਠੀਕ ਕਰੋ, ਆਪਣਾ ਰਹਿਣਾ ਸਹਿਣਾ ਠੀਕ ਕਰੋ, ਖਾਣਾ ਪੀਣਾ ਠੀਕ ਕਰੋ ਅਤੇ ਤਣਾਅ ਮੁਕਤ ਰਹੋ। ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਬਾਈ ਐਂਡ ਲਾਰਜ ਇਹ ਨੇ ਤੁਹਾਡੀ ਜ਼ਿੰਦਗੀ 'ਚ 80% ਰੋਲ ਪਲੇ ਕਰਨਾ ਜਿਨ੍ਹਾਂ ਨੇ। ਬਾਕੀ ਜਿਹੜਾ 10% 15% 20% ਰੋਲ ਹੈ ਉਹ ਹੈਗਾ ਉਹਨਾਂ ਚੀਜ਼ਾਂ ਦਾ। ਉਹਦੇ 'ਚ ਤੁਹਾਡੀਆਂ ਵਿੱਚ ਆਯੁਰਵੈਦਿਕ ਆ ਗਈਆਂ, ਹੋਮੋਪੈਥੀ ਆ ਗਈ, ਹੋਰ ਦਵਾ ਆ ਗਏ ਅਤੇ ਵਿੱਚ ਐਲੋਪੈਥੀ ਆ ਗਈ। ਤਾਂ ਉਹ ਕਦੋਂ ਵਰਤਣਾ, ਬਹੁਤ ਹੀ ਸੰਭਲ ਕੇ ਅਤੇ ਬਹੁਤ ਹੀ ਉਦੋਂ ਜਦੋਂ ਵਾਕਿਆ ਹੀ ਲੋੜ ਹੈ। ਖਾਸ ਕਰਕੇ ਐਲੋਪੈਥਿਕ ਦਵਾਈਆਂ ਅਤੇ ਐਲੋਪੈਥਿਕ ਜਿਹੜੇ ਟਰੀਟਮੈਂਟਸ ਨੇ ਜਿਹੜੇ ਇਨਵੇਸਿਵ ਟਾਈਪ ਨੇ ਉਹ ਲੈਣ ਤੋਂ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਅਲਰਟ ਰਹਿਣਾ ਕਿ ਮੈਂ ਬਿਨਾਂ ਲੋੜੋਂ ਵੀ ਨਹੀਂ ਲੈਣੇ ਅਤੇ ਜੇ ਲੋੜ ਹੋਵੇ ਤਾਂ ਲੈਣੇ ਵੀ ਆ। ਦੋਨੋਂ ਪਾਸੇ ਗਲਤੀ ਨਹੀਂ ਕਰਨੀ ਵੀ ਮੈਨੂੰ ਕੋਈ ਬੇਲੋੜਾ ਹੀ ਮੇਰੇ ਸਟੰਟ ਨਾ ਪਾ ਜਾਵੇ, ਉਹ ਵੀ ਨਹੀਂ ਕਰਨਾ। ਹਾਂ, ਪਰ ਜੇ ਆਪਾਂ ਨੂੰ ਲੱਗਦਾ ਹੈ ਕਿ ਮੇਰਾ ਇੰਨੀ ਫੌਰੀ ਮੇਰੀ ਜਾਨ ਨੂੰ ਖਤਰਾ ਹੈ ਅਤੇ ਫਿਰ ਆਪਾਂ ਝਿਜਕਣਾ ਵੀ ਨਹੀਂ ਹੈ, ਫਿਰ ਝਿਜਕਣਾ ਵੀ ਹੈ। ਪਰ ਜੇ ਆਪਾਂ ਇਸ ਪੈਰਾਮੀਟਰ 'ਤੇ ਲਾਗੂ ਕਰ ਲਾਂਗੇ ਤਾਂ ਜਿੰਨੇ ਲੋਕਾਂ ਨੂੰ ਹੁਣ ਸਟੰਟ ਪੈ ਰਹੇ ਆ ਜਾਂ ਬਾਈਪਾਸ ਹੋ ਰਹੇ ਆ, ਸਿਰਫ ਉਹਦੇ 'ਚੋਂ 10 ਜਾਂ 15% ਰਹਿ ਜਾਣਗੇ। ਉਹ 80% 85% ਲੋਕ ਜਿਹੜੇ ਨੇ ਉਹ ਸਟੰਟਾਂ ਤੋਂ ਬਚ ਜਾਣਗੇ। ਕਿਉਂਕਿ ਆਪਾਂ ਜਿਹੜਾ ਗੱਲ ਕਰ ਰਹੇ ਹਾਂ ਕਿ 3 ਮਹੀਨੇ ਦੇ ਵਿੱਚ ਤੁਹਾਡੀਆਂ ਆਪਣੀਆਂ ਖੂਨ ਦੀਆਂ ਨਾੜਾਂ ਜਿਹੜੀਆਂ ਨੇ ਉਹ ਕਾਇਮ ਹੋ ਜਾਣਗੀਆਂ, ਖੁੱਲ੍ਹ ਜਾਣਗੀਆਂ, ਬਾਈਪਾਸ ਬਣ ਜਾਏਗਾ ਨੈਚੁਰਲ। ਜੇ ਤੁਹਾਡੇ ਕੋਲ ਇਹੋ ਜਿਹੀ ਕੋਈ ਐਮਰਜੈਂਸੀ ਨਹੀਂ ਹੈ ਕਿ ਤੁਹਾਡੀ ਜਾਨ ਨੂੰ ਫੌਰੀ ਖਤਰਾ ਹੈ ਤਾਂ ਤੁਹਾਨੂੰ ਇੱਕ ਵਾਰੀ ਉਹ 3 ਮਹੀਨੇ ਦਾ ਜਿਹੜਾ ਡਾਈਟ ਵਾਲਾ ਸਿਸਟਮ ਅਡੋਪਟ ਕਰਨਾ ਚਾਹੀਦਾ। ਔਰ ਮੇਰੇ ਕੋਲ ਕੋਈ ਮਰੀਜ਼ ਨਹੀਂ ਆਉਂਦਾ ਇਹੋ ਜਿਹਾ ਜਿਹੜਾ 3 ਮਹੀਨੇ ਬਾਅਦ ਵੀ ਕਹੇ ਵੀ ਮੈਨੂੰ ਪ੍ਰੋਬਲਮ ਹੈਗੀਆਂ ਨੇ। ਅਸੀਂ ਪਿਛਲੇ 2 ਸਾਲ ਤੋਂ ਕੰਮ ਕਰ ਰਹੇ ਹਾਂ। ਜਿੰਨੇ ਬੰਦੇ ਨੇ 3 ਮਹੀਨੇ ਉਹ ਖਾ ਲਈ ਦਵਾਈ, ਉਹਦੇ ਸਾਰੇ ਦੇ ਸਾਰੇ ਜਿਹੜੇ ਹਾਰਟ ਦੇ ਸਿੰਪਟਮ ਨੇ ਉਹ ਜਿਹੜੇ ਨੇ ਉਹ ਗਾਇਬ ਹੋ ਜਾਂਦੇ ਆ ਔਰ ਬੰਦਾ ਪਰਫੈਕਟਲੀ ਘੋੜੇ ਵਾਂਗੂ ਦੌੜਿਆ ਫਿਰਦਾ। ਕੋਈ ਉਹਨੂੰ ਖਤਰਾ ਫਿਊਚਰ ਦੇ ਹਾਰਟ ਅਟੈਕ ਦਾ ਕੋਈ ਖਤਰਾ ਨਹੀਂ ਹੈ ਉਹਨੂੰ। ਇੱਕ ਵਾਰੀ ਇੱਕ ਫੌਰੀ ਹਾਰਟ ਅਟੈਕ ਦਾ ਜਿਹੜਾ ਖਤਰਾ ਹੈ ਉਹਦੇ ਤੋਂ ਥੋੜ੍ਹਾ ਜਿਹਾ ਅਲਰਟ ਰਹੋ। ਜੇ ਇੱਦਾਂ ਦਾ ਕੋਈ ਹੈਗਾ ਕਿ ਮੇਰੀ ਜਾਨ ਨੂੰ ਖਤਰਾ ਤਾਂ ਫਿਰ ਕਰਵਾ ਲਓ, ਕੋਈ ਗੱਲ ਨਹੀਂ। ਕਰਵਾਉਣ ਤੋਂ ਬਾਅਦ ਵੀ ਆਪਾਂ ਇਹ ਅਡੋਪਟ ਕਰ ਸਕਦੇ ਹਾਂ। ਜੇ ਮੰਨ ਲਓ ਆਪਣਾ ਬਾਈਪਾਸ ਕਰਾ ਲਿਆ ਜਾਂ ਸਟੰਟ ਪਵਾ ਲਏ ਹੈ
ਤਾਂ ਵੀ ਕੋਈ ਚਿੰਤਾ ਦੀ ਗੱਲ ਨਹੀਂ, ਤਾਂ ਵੀ ਉਹਨਾਂ ਨੂੰ ਵੀ ਹੈਲਦੀ ਰੱਖਣ ਵਾਸਤੇ, ਫਿਰ ਵੀ ਬਲੱਡ ਵੈਸਲ ਨੂੰ ਹੈਲਦੀ ਰੱਖਣ ਲਈ ਇਹ ਜਿਹੜਾ ਸਾਡਾ ਸਿਸਟਮ ਇਹਨੂੰ ਫੋਲੋ ਕਰਨਾ ਹੈ। ਚਾਹੇ ਤੁਸੀਂ ਬਿਨਾਂ ਇਸ ਤੋਂ ਪਹਿਲਾਂ ਕਰ ਲਓ ਤਾਂ ਵੀ ਫਾਇਦਾ, ਜੇ ਹੋ ਗਿਆ ਤੁਹਾਨੂੰ ਇਹੋ ਜਿਹੀ ਸਿਚੁਏਸ਼ਨ ਫਸ ਗਏ ਤੁਸੀਂ ਇਹੋ ਜਿਹੇ ਹਾਲਾਤ 'ਚ ਵੀ ਤੁਹਾਨੂੰ ਲੱਗਦਾ ਸੀ ਕਿ ਮੈਂ ਕਦੇ ਪ੍ਰੀਮੈਚੁਰ ਡੈਥ ਨਾ ਹੋ ਜੇ, ਤਾਂ ਤੁਸੀਂ ਕਰਵਾ ਲਿਆ ਤਾਂ ਕੋਈ ਗੱਲ ਨਹੀਂ, ਤਾਂ ਵੀ ਕੋਈ ਪਛਤਾਵੇ ਵਾਲੀ ਗੱਲ ਨਹੀਂ ਹੈ। ਕਿਉਂਕਿ ਜਿਹੜਾ ਆਪਾਂ ਸਟੰਟ ਪੈ ਵੀ ਜਾਂਦਾ ਤੇ ਉਹ ਕਿਹੜਾ ਇੱਕ ਸਟੰਟ ਤੇ ਹੀ ਰੁਕ ਜਾਂਦਾ, ਉਹ ਫਿਰ ਦੁਬਾਰਾ ਪਾਣਾ ਪੈਂਦਾ, ਫਿਰ ਪਾਣਾ, ਕਿਉਂਕਿ ਫਲੋ ਤਾਂ ਪਿੱਛੋਂ ਉਹੀ ਆ ਰਿਹਾ ਨਾ, ਜਿਹੜੀ ਚੀਜ਼ ਫਸ ਰਹੀ ਹੈ ਉਹ ਤਾਂ ਫਸ ਰਹੀ ਹੈ। ਬਿਲਕੁਲ, ਉਹ ਜੜ ਨਹੀਂ ਨਾ ਗਈ ਬਿਮਾਰੀ ਦੀ, ਜੇ ਜੜ ਨਹੀਂ ਨਾ, ਜੜ ਕੋਈ ਇੱਕ ਆਰਟਰੀ ਦੀ ਬਿਮਾਰੀ ਥੋੜ੍ਹਾ ਸੀ, ਉਹਨਾਂ ਨੇ ਤਾਂ ਉੱਥੇ ਸਟੰਟ ਪਾਤਾ ਜਿੱਥੇ ਉਹ ਬਲੌਕ ਸੀਗਾ, ਲੇਕਿਨ ਬਾਕੀ ਆਰਟਰੀਆਂ ਤਾਂ ਹੈਗੀਆਂ ਨੇ, ਬਾਕੀ ਆਰਟਰੀਆਂ ਨੇ, ਬ੍ਰੇਨ ਦੀਆਂ ਆਰਟਰੀਆਂ ਨੇ, ਹੋਰ ਬਾਕੀ ਸਾਰੇ ਅੰਗਾਂ ਦੇ ਵਿੱਚ ਵੀ ਖੂਨ ਤਾਂ ਉਹਦਾ ਸਾਰੀਆਂ ਨਾੜਾਂ ਖੁੱਲ੍ਹਣੀਆਂ ਨਾ। ਜੋ ਡਾਈਟ ਵਾਲਾ ਸਿਸਟਮ ਹੈ ਜਾਂ ਜੋ ਹੋਲਿਸਟਿਕ ਹੈਲਥ ਕੇਅਰ ਹੈ, ਉਹਨੂੰ ਤਾਂ ਸਾਰੇ ਸਰੀਰ ਦੀਆਂ ਨਾੜਾਂ ਖੁੱਲ੍ਹ ਦੇਣੀਆਂ ਨੇ, ਤੁਹਾਡੇ ਬ੍ਰੇਨ ਤੋਂ ਲੈ ਕੇ, ਹਾਰਟ ਤੋਂ ਲੈ ਕੇ, ਮਸਲ ਤੋਂ ਲੈ ਕੇ, ਜਿਹੜੀ ਤੁਹਾਨੂੰ ਥਕਾਵਟ ਹੁੰਦੀ ਸੀ, ਹੱਡ ਪੈਰ ਟੁੱਟਦੇ ਸੀਗੇ, ਉਹ ਵੀ ਠੀਕ ਹੋਣਗੇ। ਤੁਹਾਡਾ ਇਰੈਕਟਾਈਲ ਡਿਸਫੰਕਸ਼ਨ ਹੈ, ਤੁਹਾਨੂੰ ਸੈਕਸ਼ੂਅਲ ਪ੍ਰੋਬਲਮ ਹੋ ਰਹੀ ਸੀਗੀ, ਵੀਕਨੈਸ ਹੋ ਰਹੀ ਸੀ, ਉਹ ਵੀ ਠੀਕ ਹੋਊਗੀ, ਉਹਦੀਆਂ ਨਾੜਾਂ ਵੀ ਖੁੱਲ੍ਹ ਗਈਆਂ। ਸੋ ਉਹਨੇ ਤਾਂ ਸਾਰੀਆਂ ਨਾੜਾਂ ਖੋਲ੍ਹ ਦੇਣੀਆਂ ਸਰੀਰ ਦੀਆਂ, ਉਹਨੇ ਕੋਈ ਸਟੰਟ ਵਾਂਗੂ ਇੱਕ ਥਾਂ ਦੇ ਨਾੜ ਥੋੜ੍ਹਾ ਖੋਲ੍ਹਣੀ ਹੈ। ਤੇ ਇਸ ਕਰਕੇ ਉਹ ਸਿਸਟਮ ਜਿਹੜਾ ਉਹ ਬੜਾ ਵੰਡਰਫੁਲ ਸਿਸਟਮ ਹੈ। ਇਹ ਜਿਹੜੀ ਇਹ ਖੋਜਾਂ ਨਿਕਲੀਆਂ ਨੇ ਹੁਣ, ਇਹ ਪਿਛਲੇ ਕੋਈ 15-20 ਸਾਲ ਤੋਂ, ਇਹ 10 'ਚ ਖੋਜਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ 15 ਤੱਕ ਮੈਂ ਕਿਹਾ ਬਹੁਤ ਜ਼ਿਆਦਾ ਖੋਜਾਂ ਆ ਗਈਆਂ। ਹੁਣ ਪਿਛਲੇ 5-6-7 ਸਾਲ ਤੋਂ, 8 ਸਾਲ ਤੋਂ ਜਿਹੜੇ ਇਹ ਲੋਕ ਨੇ ਬੜੇ ਕੌਨਫੀਡੈਂਸ ਨਾਲ ਗੱਲ ਕਰ ਪਾ ਰਹੇ ਅਸੀਂ ਲੋਕ। ਪਹਿਲਾਂ ਅਸੀਂ ਇੰਨੇ ਕੌਨਫੀਡੈਂਸ ਨਾਲ ਗੱਲ ਨਹੀਂ ਸੀ ਕਰ ਪਾਉਂਦੇ ਕਿਉਂਕਿ ਉਨੀਆਂ ਜੇ ਸਟੱਡੀਜ਼ ਨਹੀਂ ਸੀ ਆਈਆਂ, ਅਤੇ ਸਾਨੂੰ ਇਹ ਲੱਗਦਾ ਸੀ ਕਿ ਸਾਨੂੰ ਸਾਡੇ 'ਤੇ ਕੋਈ ਇੱਦਾਂ ਦਾ ਕੋਈ ਇਤਰਾਜ਼ ਨਾ ਕਰਨ ਵੀ ਭਾਈ ਤੁਸੀਂ ਤਾਂ ਐਵੇਂ ਬਿਨਾਂ ਸਿਰ ਪੈਰ ਬੇਆਧਾਰ ਗੱਲ ਕਰ ਰਹੇ ਹੋ। ਪਰ ਹੁਣ ਦੇ ਆਪਣੇ ਜਨਰਲ ਦੇ ਵਿੱਚ ਇਹ ਸਟੱਡੀ ਸਾਰੀਆਂ ਆ ਚੁੱਕੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਆਹ ਸਿਸਟਮ ਜਿਹੜਾ ਵਾਕਈ ਨੈਚੁਰਲ ਬਾਈਪਾਸ ਸੰਭਵ ਹੈ, ਐਂਜੀਓਜੈਨਸਿਸ ਸੰਭਵ ਹੈ, ਜਿਹੜਾ ਡਾਈਟ ਹੈ ਵਾਕਈ। ਤੋ ਸਾਰੀਆਂ ਸਟੱਡੀ ਜਿਹੜੀਆਂ ਨੇ ਉਹ ਕਾਫੀ ਕੁਛ ਮੁੱਖ ਧਾਰਾ ਜਿਹੜੇ ਮੈਡੀਕਲ ਪ੍ਰੋਫੈਸ਼ਨ ਉਹਦੇ ਜਨਰਲ 'ਚ ਵੀ ਆ ਚੁੱਕੀਆਂ ਨੇ। ਹਾਂਜੀ, ਆਪਾਂ ਇੱਥੇ ਗੱਲ ਨਾ ਕੀਤੀ ਤਾਂ ਹੋਰ ਦੋ ਗੱਲਾਂ ਤਾਂ ਆਪਾਂ ਨੇ ਕਰ ਲਈਆਂ। ਪੇਸਮੇਕਰ ਦੀ ਆਪਣੀ ਗੱਲ ਰਹਿ ਗਈ, ਉਹ ਕੀ ਚੀਜ਼ ਹੁੰਦੀ ਹੈ, ਉਹ ਕੀ ਮਤਲਬ ਕੋਈ ਚਿਪ ਲੱਗਦੀ ਹੈ, ਕੀ ਹੁੰਦਾ, ਉਹ ਕਿਉਂ ਲਾਣੀ ਪੈਂਦੀ ਹੈ, ਬੋਡੀ ਕੀ ਇਲੈਕਟ੍ਰੋਨਿਕ ਸਿਸਟਮ ਹੈਗਾ? ਨਹੀਂ, ਪੇਸਮੇਕਰ ਕਰਕੇ ਕਿ ਪੇਸਮੇਕਰ ਹੋ ਸਕਦਾ, ਇਹ ਬਹੁਤ ਸਾਰੇ ਕਾਰਨ ਨੇ ਹਾਰਟ ਸਲੋ ਚੱਲਣ ਦੇ, ਲੇਕਿਨ ਇੱਕ ਕਾਰਨ, ਵੱਡਾ ਕਾਰਨ ਇਹ ਵੀ ਹੈ ਕਿ ਇਹੀ ਜਿਹੜੀ ਬਿਮਾਰੀ ਹੈ, ਮੰਨ ਲਓ ਤੁਹਾਡੇ ਉਸ ਏਰੀਏ ਦੇ ਅੰਦਰ ਛੋਟਾ ਜਿਹਾ ਹਾਰਟ ਅਟੈਕ ਹੋ ਗਿਆ ਜਿੱਥੇ ਉਹਦੀ ਉਹ ਕੰਡਕਸ਼ਨ ਹੋ ਰਹੀ ਸੀ, ਜਿੱਥੋਂ ਨਾੜ ਲੰਘ ਲਈ ਸੀ, ਮਤਲਬ ਜਿੱਥੋਂ ਦੀ ਤਾਰ ਲੰਘ ਰਹੀ ਹੈ ਉਹਦੇ ਆਲੇ ਦੁਆਲੇ ਕੁਛ ਹੋ ਗਿਆ, ਤਾਂ ਉਹ ਤਾਰ ਦੇ ਵਿੱਚ ਜਿਹੜੀ ਕੰਡਕਸ਼ਨ ਨਹੀਂ ਹੋ ਰਹੀ ਪ੍ਰੋਪਰਲੀ ਬਿਜਲੀ ਲੰਘ ਨਹੀਂ ਰਹੀ, ਤਾਂ ਉਹ ਵੀ ਜ਼ਿਆਦਾ ਇਹੋ ਜਿਹੇ ਕੇਸ ਹੁੰਦੇ ਆ ਜਿਹੜੇ ਕਿ ਬੇਸਿਕਲੀ ਹੁੰਦੇ ਬਲੱਡ ਵੈਸਲ ਡਿਜ਼ੀਜ਼ ਦੇ ਆ, ਲੇਕਿਨ ਉਹਦਾ ਜਿਹੜਾ ਉਹ ਏਰੀਆ ਇਨਵੋਲਵ ਹੋ ਗਿਆ ਜਿੱਥੇ ਕਿ ਕੰਡਕਸ਼ਨ ਨਹੀਂ ਹੋ ਰਹੀ। ਬਾਕੀ ਅਦਰਵਾਈਜ਼ ਰੀਜ਼ਨ ਹੋਰ ਵੀ ਬਹੁਤ ਹੈਗੇ ਨੇ, ਲੇਕਿਨ ਹਾਰਟ ਸਾਰਾ ਚੱਲਦਾ ਬਿਜਲੀ ਦੇ ਸਿਰ 'ਤੇ ਚੱਲਦਾ ਨਾ, ਅੰਦਰ ਇਲੈਕਟ੍ਰਿਸਿਟੀ ਜਨਰੇਟ ਹੁੰਦੀ ਹੈ। ਜਿਹੜਾ ਹਾਰਟ ਹੈ ਉਹ ਸਾਰਾ ਉਹਦੇ ਅੰਦਰ ਇੱਕ ਸਿਸਟਮ ਹੈ, ਉਹ ਜਿਹੜੀ ਬੋਡੀ ਦੀ ਊਰਜਾ ਹੈ ਉਹਨੂੰ ਇਲੈਕਟ੍ਰੀਕਲ ਕਰੰਟ 'ਚ ਬਦਲ ਦਿੰਦਾ। ਉਹ ਇਲੈਕਟ੍ਰੀਕਲ ਕਰੰਟ ਦੇ ਸਿਰ 'ਤੇ ਜਿਹੜਾ ਹਾਰਟ ਬੀਟ ਕਰਦਾ, ਉਹ ਜਿਹੜੀ ਕੰਡਕਸ਼ਨ ਸਿਸਟਮ ਉਹਨੂੰ ਕਹਿੰਦੇ ਆ, ਹਾਰਟ ਦਾ ਕੰਡਕਸ਼ਨ ਸਿਸਟਮ ਹੁੰਦਾ। ਉਹ ਕੰਡਕਸ਼ਨ ਸਿਸਟਮ ਦੇ ਜੇ ਇੱਕ ਨਾੜੀ ਦੇ ਆਲੇ ਦੁਆਲੇ ਦਾ ਏਰੀਆ ਮਰ ਗਿਆ ਹੋਇਆ ਹੈ, ਹਲਕਾ ਜਿਹਾ ਨਿੱਕਾ ਜਿਹਾ, ਤਾਂ ਉਹ ਕੰਡਕਸ਼ਨ ਉੱਥੋਂ ਪੂਰ ਹੋ ਜਾਂਦੀ ਹੈ, ਤਾਂ ਉਹ ਤਾਂ ਕਰਕੇ ਹਾਰਟ ਸਲੋ ਹੋ ਜਾਂਦਾ। ਕਾਰਨ ਹੋਰ ਵੀ ਬਹੁਤ ਨੇ, ਲੇਕਿਨ ਇਹ ਵੀ ਮੈਂ ਦੇਖਿਆ ਕਿ ਜਿਹੜੇ ਹਾਰਟ ਸਲੋ ਹੋਣ ਵਾਲੇ ਨੇ ਉਹ ਜਿਹੜੇ ਇੰਨੇ ਕੁ ਜ਼ਿਆਦਾ ਅਗਰ ਕੇਸ ਨੇ, ਇੰਨਾ ਕੁ ਜ਼ਿਆਦਾ ਹਾਰਟ ਸਲੋ ਹੈ ਕਿ ਉਹ ਬੰਦਾ ਨੂੰ ਫੈਂਟਿੰਗ ਹੋ ਜਾਂਦੀ ਹੈ ਜਾਂ ਗਿਰ ਜਾਂਦਾ, ਤਾਂ ਹੀ ਲੋੜ ਹੁੰਦੀ ਹੈ। ਉਹ ਵੀ ਜਿਹੜੇ ਕਿਸੇ ਨੇ ਇੰਪਰੂਵ ਕਰਦੇ ਆ ਡਾਈਟ ਨਾਲ, ਉਹ ਵੀ ਇੰਪਰੂਵ ਕਰ ਜਾਂਦੇ ਆ। ਤੇ ਹੁਣ ਆਈਏ ਆਪਾਂ ਵੀ, ਮੈਂ ਤਾਂ ਸੁਣਿਆ ਵੀ ਜਿਹੜੇ ਖਾਣ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਬੋਡੀ ਦੇ ਵਿੱਚ ਉਹ ਅੰਗ ਦੇ ਉੱਤੇ ਜਿਹੜਾ ਬਹੁਤ ਸਾਰਾ ਵਧੀਆ ਢੰਗ ਨਾਲ ਅਸਰ ਕਰਦੀ ਹੈ। ਟਮਾਟਰ ਬੜੀ ਵਧੀਆ, ਉਹਦੀ ਅੰਦਰੋਂ ਕੱਟ ਕੇ ਦੇਖੋ ਤੁਸੀਂ ਹਾਰਟ ਵਰਗੀ ਵੀ ਸ਼ੇਪ ਹੁੰਦੀ ਹੈ, ਕਿਤੇ ਹੋਰ ਵੀ ਕੁਝ ਇਸ ਤਰ੍ਹਾਂ ਦੇ ਹੈਗੇ ਨੇ, ਥੋੜ੍ਹਾ ਜਿਹਾ ਦੱਸੋਗੇ? ਕੁਲਵੰਤ ਜੀ, ਬਾਈ ਐਂਡ ਲਾਰਜ ਜੇ ਆਪਾਂ ਲਈਏ ਸਾਰੇ ਬਾਕੀ ਸਪੈਸੀਫਿਕ ਫੂਡਸ ਵੀ ਹੈਗੇ ਆ, ਲੇਕਿਨ ਬਾਈ ਐਂਡ ਲਾਰਜ ਆਪਾਂ ਲਈਏ ਜਿਹੜੇ ਕਿਹੜੇ ਫੂਡ ਜਿਹੜੇ ਨੇ ਉਹ ਤੁਹਾਡੀਆਂ ਜਿਹੜੀਆਂ ਖੂਨ ਦੀਆਂ ਨਾੜਾਂ ਨੂੰ ਖੁੱਲ੍ਹਾ ਰੱਖਦੇ ਆ। ਅਸੀਂ 5 ਨੈਚੁਰਲ ਬਲੱਡ ਥਿਨਰ ਤਾਂ ਦਿੰਦੇ ਹੀ ਹਾਂ, ਅਸੀਂ ਤਾਂ ਉਹਨੂੰ ਐਜ਼ ਜਿਵੇਂ ਪਰਚੀ ਲਿਖਦੇ ਡਾਕਟਰ ਦਾ ਪਰਚੀ ਵਾਂਗੂ ਲਿਖਦੇ ਹਾਂ, ਨੈਚੁਰਲ ਬਲੱਡ ਥਿਨਰਸ ਨੰਬਰ 1, ਨੰਬਰ 2, ਨੰਬਰ 3, ਨੰਬਰ 4, ਨੰਬਰ 5। ਨੰਬਰ 1 ਕੀ ਹੈ? ਹਲਦੀ ਹੈ। ਨੰਬਰ 2 'ਤੇ ਅਦਰਕ ਹੈ। ਨੰਬਰ 3 'ਤੇ ਲਸਣ ਹੈ। ਨੰਬਰ 4 'ਤੇ ਲੌਂਗ ਹੈ। ਨੰਬਰ 5 'ਤੇ ਟਮਾਟਰ ਹੈ। ਸੋ ਇਹ 5 ਚੀਜ਼ਾਂ ਜਿਹੜੀਆਂ ਨੇ ਨੈਚੁਰਲ ਬਲੱਡ ਥਿਨਰ, ਅਸੀਂ ਉਹਦਾ ਨਾਂ ਰੱਖ ਲਿਆ ਬਲੱਡ ਥਿਨਰ, ਪਰ ਇਹਦਾ ਮਤਲਬ ਨਹੀਂ ਕਿ ਇਕੱਲੇ ਬਲੱਡ ਥਿਨਰ ਨੇ, ਉਹ ਬੋਡੀ ਦੇ ਅੰਦਰ ਬਹੁਤ ਸਾਰਾ ਅੱਛਾ ਕੰਮ ਕਰਦੇ ਆ। ਸੋ ਇਹ 5 ਤਾਂ ਹੈਗੇ ਹੀ ਨੇ ਜਿਹੜੇ ਸਟਰੋਂਗ, ਜਿਹੜੇ ਸਟੱਡੀਜ਼ ਪ੍ਰੂਵਡ ਹੈ, ਇਹ ਕੋਈ ਕਿਸੇ ਤੁੱਕਾ ਨਹੀਂ ਮਾਰਿਆ। ਹਾਰਟ ਅਟੈਕ ਰੋਕ ਵੀ ਦਿੰਦੇ ਨੇ ਤੇ ਅੱਗੇ ਜੇ ਹੋਇਆ ਹੋਵੇ ਉਹਨੂੰ ਵੀ ਠੀਕ ਕਰ ਦਿੰਦੇ ਨੇ।
ਹਾਂ ਨਹੀਂ ਪ੍ਰੀਵੈਂਸ਼ਨ ਵਾਸਤੇ ਤਾਂ ਪੱਕੇ ਹੈਗੇ ਨੇ, ਲੇਕਿਨ ਜਿਹੜੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹਦੇ ਜਿਹੜੇ ਫਿਊਚਰ ਵਾਸਤੇ ਜਿਹਨੂੰ ਥੋੜ੍ਹੀ ਬਹੁਤੀ ਤਕਲੀਫ ਹੈਗੀ ਹੈ, ਬਾਕੀ ਚੀਜ਼ਾਂ ਦੇ ਨਾਲ ਇਹ ਇਕੱਲੇ ਇਹਨਾਂ 'ਤੇ ਨਿਰਭਰ ਨਹੀਂ ਕਰਨਾ ਚਾਹੀਦਾ। ਜੇ ਉਹ ਡਿਪੈਂਡ ਕਰਦਾ ਪੇਸ਼ੈਂਟ ਟੂ ਪੇਸ਼ੈਂਟ, ਉੱਥੇ ਡਾਕਟਰ ਦਾ ਰੋਲ ਹੈ ਜਿਹਦੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਡਾਕਟਰ ਪ੍ਰੋਫੈਸ਼ਨ ਜਿਹੜੇ ਸਾਡੇ ਦੋਸਤ ਨੇ ਡਾਕਟਰ ਮੈਡੀਕਲ ਪ੍ਰੋਫੈਸ਼ਨ ਨੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਵੀ ਆਪਣੇ ਵੱਲ ਖਿੱਚ ਸਕੀਏ ਕਿ ਉਹ ਆਪਣੇ ਦਵਾਈਆਂ ਦੇ ਨਾਲ ਹੀ ਇਹ ਚੀਜ਼ਾਂ ਦੇਣ ਤਾਂ ਕਿ ਹੌਲੀ ਹੌਲੀ ਪੇਸ਼ੈਂਟ ਦਵਾਈਆਂ ਘਟਾ ਸਕਣ। ਪਰ ਅਜੇ ਅਸੀਂ ਇੰਨੇ ਜ਼ਿਆਦਾ ਆਪਣੇ ਆਪ ਨੂੰ ਇਸਟੈਬਲਿਸ਼ ਨਹੀਂ ਕਰ ਪਾਏ ਕਿ ਮੈਡੀਕਲ ਪ੍ਰੋਫੈਸ਼ਨ ਦੇ ਵੱਡੀ ਗਿਣਤੀ 'ਚ ਡਾਕਟਰ ਸਾਡੇ ਵੱਲ ਖਿੱਚੇ ਜਾਣ, ਪਰ ਸ਼ੁਰੂ ਹੋ ਗਏ ਆ। ਬਹੁਤ ਸਾਰੇ ਡਾਕਟਰ ਜਿਹੜੇ ਨੇ ਉਹ ਨਿੱਜੀ ਵੀ ਇਲਾਜ ਕਰਵਾ ਰਹੇ ਹੈ, ਆਪਣੇ ਰਿਸ਼ਤੇਦਾਰਾਂ ਦਾ ਇਲਾਜ ਕਰਵਾ ਰਹੇ ਹੈ ਔਰ ਬਹੁਤ ਖੁਸ਼ ਨੇ ਔਰ ਗੱਲ ਨੂੰ ਰਿਸੈਪਟਿਵ ਨੇ, ਸੁਣਦੇ ਆ ਗੱਲ ਨੂੰ। ਮੈਨੂੰ ਫੋਨ ਆਉਂਦੇ ਰਹਿੰਦੇ ਆ, ਕਾਰਡੀਓਲੋਜਿਸਟਾਂ ਦੇ ਫੋਨ ਵੀ ਆਉਂਦੇ ਆ, ਮੈਡੀਸਨ MD ਮੈਡੀਸਨ ਦਾ ਮੇਰੇ ਕੋਲ ਟ੍ਰੀਟਮੈਂਟ ਲੈ ਰਹੇ ਆਪਣੇ ਰਿਲੇਟਿਵਸ ਦਾ। ਤਾਂ ਉਹ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਕੋਲ ਮੈਡੀਕਲ ਪ੍ਰੋਫੈਸ਼ਨ 'ਚ ਵੀ ਇਹੋ ਜਿਹੇ ਬੰਦੇ ਹੋਣ, ਕਿਉਂਕਿ ਮੈਡੀਕਲ ਪ੍ਰੋਫੈਸ਼ਨ ਦਾ ਡਾਕਟਰ ਅਗਰ ਇਹ ਕਰਦਾ ਤਾਂ ਬਹੁਤ ਵੰਡਰਫੁਲੀ ਕਰੇਗਾ ਉਹ, ਕਿਉਂਕਿ ਉਹ ਪੇਸ਼ੈਂਟ ਸਪੈਸੀਫਿਕ ਹੋ ਜਾਏਗਾ ਵੀ ਇਸ ਮਰੀਜ਼ ਨੂੰ ਇੰਨੀ ਕੁ ਦਵਾਈ ਦੀ ਲੋੜ ਹੈ ਅਤੇ ਇੰਨੀ ਕੁ ਨਹੀਂ ਹੈ। ਆਮ ਲੋਕਾਂ ਦੀ ਗੱਲ ਕਰ ਰਹੇ ਬੀ ਯੂਰ ਓਨ ਡਾਕਟਰ ਵਾਲੇ, ਉਹਨਾਂ ਨੂੰ ਉਹ ਗੱਲ ਇਹ ਨਹੀਂ ਕਰ ਸਕਣਗੇ ਕਿਉਂਕਿ ਦਵਾਈ ਕਿੰਨੀ ਦੇਣੀ ਅਤੇ ਕਿੰਨੀ ਨਹੀਂ ਦੇਣੀ ਇਹ ਸਿੱਖਣ ਲਈ ਫਿਰ ਤੁਹਾਨੂੰ ਡਾਕਟਰੀ ਜਿਹੜੀ ਹੈ ਉਹਦੀ ਵਿੱਦਿਆ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਤਾਂ ਕੋਈ ਗੱਲ ਨਹੀਂ, ਹੋਰ ਸਾਲ 2 ਸਾਲ 'ਚ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਵੀ ਅਸੀਂ ਕਾਮਯਾਬ ਹੋ ਜਾਵਾਂਗੇ ਉਹਨਾਂ ਡਾਕਟਰ ਨੂੰ ਆਪਣੇ ਵੱਲ ਖਿੱਚਣ ਲਈ, ਅਤੇ ਉਦੋਂ ਕੰਮ ਜਿਹੜਾ ਬਹੁਤ ਜ਼ਿਆਦਾ ਪਰਫੈਕਟ ਹੋ ਜਾਏਗਾ ਕਿ ਜੇ ਦਵਾਈ ਦੀ ਲੋੜ ਹੈ ਤਾਂ ਦਵਾਈ ਵੀ ਦੇ ਰਿਹਾ ਡਾਕਟਰ, ਪਰ ਨਾਲ ਡਾਈਟ ਵੀ ਦੇ ਰਿਹਾ ਅਤੇ ਇਹ ਚੀਜ਼ਾਂ ਵੀ ਦੇ ਰਿਹਾ। ਸੋ ਉਹ ਸਾਡੀ ਕੋਸ਼ਿਸ਼ ਜਾਰੀ ਹੈ ਔਰ ਮੇਰੇ ਖਿਆਲ 'ਚ ਕਾਮਯਾਬੀ ਵੱਲ ਵੱਧ ਰਹੇ ਆਪਾਂ। ਪਰ ਉਹਦੇ ਤੋਂ ਪਹਿਲਾਂ ਜਿਹੜੀ ਆਪਾਂ ਕੰਮ ਕਰ ਰਹੇ ਹਾਂ ਕਿ ਬੀ ਯੂਰ ਓਨ ਡਾਕਟਰ ਦਾ ਮਤਲਬ ਹੈ ਕਿ ਆਮ ਲੋਕ ਕੀ ਕੁਛ ਕਰ ਸਕਦੇ ਆ। ਬਾਕੀ ਜੇ ਉਹਨਾਂ ਦੋਸਤਾਂ ਨੂੰ ਵੀ ਕਿਤੇ ਲੋੜ ਪੈਂਦੀ ਹੈ ਤਾਂ ਸਾਡਾ ਔਨਲਾਈਨ ਸਿਸਟਮ ਹੈ, ਅਸੀਂ ਪੇਸ਼ੈਂਟ ਨੂੰ ਔਨਲਾਈਨ ਕਰ ਲੈਂਦੇ ਹਾਂ, ਸਾਡੇ ਕੋਲ ਡਿਟੇਲ ਲੈ ਲੈਂਦੇ ਹਾਂ ਸਾਰੀ, ਫਿਰ ਅਸੀਂ ਉਹਦੀਆਂ ਮੈਡੀਸਨ ਨੂੰ ਇੱਥੇ ਬੈਠੇ ਮੋਨੀਟਰ ਕਰ ਦਿੰਦੇ ਹਾਂ ਕਿ ਇੰਨੀ ਕੁ ਦਵਾਈ ਦੇਣੀ ਹੈ ਅਤੇ ਇੰਨੀ ਕੁ ਨਹੀਂ ਦੇਣੀ। ਤਾਂ ਉਹ ਕਿਉਂਕਿ ਸਾਡੀ ਮੈਡੀਕਲ ਪ੍ਰੋਫੈਸ਼ਨ ਦੀ ਮੇਰੀ 50 ਸਾਲ ਦਾ ਹੁਣ ਐਕਸਪੀਰੀਅੰਸ ਹੈ, ਤਾਂ 50 ਸਾਲ ਦੇ ਐਕਸਪੀਰੀਅੰਸ 'ਚ ਕਾਫੀ ਕੁਛ ਇਹੋ ਜਿਹਾ ਸਿੱਖ ਲਿਆ ਹੋਇਆ ਕਿ ਉਹ ਕੋਈ ਜਿਹੜੀ ਜਿਹਨੂੰ ਕਹਿੰਦੇ ਆ ਐਰਰ ਨਹੀਂ ਹੁੰਦੀ ਜੱਜਮੈਂਟ 'ਚ, ਉਹ ਐਰਰ ਮਿਨੀਮਾਈਜ਼ ਹੋ ਜਾਂਦੀ ਤਜਰਬੇ ਨਾਲ ਕਿ ਕੋਈ ਮਰੀਜ਼ ਜਿਹੜਾ ਉਹਨੂੰ ਕੋਈ ਨੁਕਸਾਨ ਨਾ ਹੋਵੇ ਦਵਾਈ ਛਡਾਉਣ ਨਾਲ। ਤਾਂ ਉਹ ਤਜਰਬੇ ਨਾਲ ਕਾਫੀ ਉਹਦਾ ਪਰਫੈਕਟ ਹੋ ਗਿਆ ਹੋਇਆ। ਤਾਂ ਉਹਦੇ 'ਚ ਅਸੀਂ ਇੱਥੇ ਬੈਠੇ ਹੀ ਅਸੀਂ ਉਹਨੂੰ ਫੋਨ 'ਤੇ ਹੀ ਉਹਦੀ ਫਾਈਲ ਬਣਾ ਲੈਂਦੇ ਹਾਂ, ਫਾਈਲ ਬਣਾ ਕੇ ਫਿਰ ਉਹਨੂੰ ਗਾਈਡ ਕਰ ਦਿੰਦੇ ਹਾਂ। ਸੋ ਉਹਦੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਫੂਡਸ ਦੀ, ਕਿ ਫੂਡਸ ਬਾਈ ਐਂਡ ਲਾਰਜ ਜਿਹੜੇ ਰॉ ਫੂਡਸ ਨੇ ਉਹਦੇ ਅੰਦਰ ਸਬਜ਼ੀਆਂ ਔਰ ਫਲ ਵੰਡਰਫੁਲ ਨੇ ਹਾਰਟ ਅਟੈਕ, BP, ਬ੍ਰੇਨ ਸਟ੍ਰੋਕ ਜਾਂ ਜਿਹੜੀ ਬਲੱਡ ਵੈਸਲ ਡਿਜ਼ੀਜ਼ ਹੈ ਉਹਨੂੰ ਰੋਕਣ ਵਾਸਤੇ। ਸੋ ਬਾਈ ਐਂਡ ਲਾਰਜ ਸਾਰੇ ਹੀ ਆਪਾਂ ਮੌਸਮੀ ਫਲ ਅਤੇ ਮੌਸਮੀ ਸਬਜ਼ੀਆਂ ਔਰ ਜਿਹੜੇ ਨਟਸ ਨੇ ਜਿਹਨੂੰ ਆਪਾਂ ਡਰਾਈ ਫਰੂਟ ਕਹਿ ਦਿੰਦੇ ਹਾਂ, ਨਟਸ ਨੇ ਔਰ ਗ੍ਰੇਨਸ ਨੇ, ਹੋਲ ਗ੍ਰੇਨਸ 'ਚੋਂ ਖਾਸ ਕਰਕੇ ਬੀਨਸ ਦਾ ਮਤਲਬ ਰਾਜਮਾਂ ਵਾਲੀ ਫੈਮਿਲੀ, ਰਾਜਮਾਂ, ਸੋਇਆ, ਤੁਹਾਡਾ ਲੋਬੀਆ ਇਹ ਕਿਡਨੀ ਸ਼ੇਪ ਜਿਹੜੇ ਨੇ ਉਹ ਸ਼ੇਪ ਹੈ ਖਾਸ ਕਿਸਮ ਦੀ ਜਿਹੜੀ ਸੈਮੀ ਸਰਕਲ ਜੀ। ਤਾਂ ਬੀਨਸ ਜਿਹੜੇ ਰਾਜਮਾਂ ਵਾਲੀ ਫੈਮਿਲੀ ਹੈ, ਤਾਂ ਰਾਜਮਾਂ ਵਾਲੀ ਫੈਮਿਲੀ ਖਾਸ ਕਰਕੇ ਔਰ ਹੋਲ ਸੀਡਸ ਜਿਹੜੇ ਨੇ ਸਣੇ ਛਿਲਕੇ, ਖਾਸ ਕਰਕੇ ਸਪਰਾਊਟਸ ਕਰਕੇ, ਅਗਰ ਸਪਰਾਊਟਸ ਅਸੀਂ ਖਾ ਲਈਏ, ਸਪਰਾਊਟ ਵਾਸਤੇ 3 ਦਾਲਾਂ ਬਹੁਤ ਵਧੀਆ ਨੇ, ਮੂੰਗੀ ਜਿਹੜੀ ਹੈ, ਮੋਠ ਅਤੇ ਮਸਰ ਜਿਹੜੀ ਹੈ, ਅਤੇ ਛੋਲੇ, ਕਾਲੇ ਛੋਲੇ। ਬੀਨਸ ਦੇ ਸਪਰਾਊਟਸ ਬਹੁਤ ਅੱਛੇ ਨਹੀਂ ਲੱਗਦੇ, ਖਾਣ 'ਚ ਟੇਸਟੀ ਨਹੀਂ ਹੈਗੇ। ਸੋ ਇਸ ਕਰਕੇ ਸਭ ਤੋਂ ਟੇਸਟੀ ਸਪਰਾਊਟਸ ਨੇ ਮੂੰਗੀ ਦੇ, ਹਰੀ ਮੂੰਗੀ ਜਿਹੜੀ ਹਰੀ ਮੂੰਗੀ ਹੈ, ਹਰੀ ਮੂੰਗੀ। ਉਸ ਤੋਂ ਬਾਅਦ 2 ਨੰਬਰ 'ਤੇ ਨੇ ਮੋਠ। ਇਹ 2 ਸਪਰਾਊਟਸ ਟੇਸਟ ਵਾਈਜ਼ ਬਹੁਤ ਅੱਛੇ ਹੈ। ਸਪਰਾਊਟ ਖਾਣ ਨਾਲ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਵੀ ਗੈਸ ਬਣਨ ਲੱਗ ਜਾਂਦੀ ਪੇਟ ਦੇ ਵਿੱਚ ਅਤੇ ਕਬਜ਼ ਹੋਣ ਲੱਗ ਜਾਂਦੀ। ਬਹੁਤ ਨਹੀਂ ਪਤਾ ਕੀ ਹੁੰਦਾ, ਅਸੀਂ ਕੁਛ ਚੀਜ਼ਾਂ ਦੀ ਮਾਤਰਾ ਬਹੁਤ ਜ਼ਿਆਦਾ ਲੈ ਲੈਂਦੇ ਹਾਂ। ਹੁਣ ਮੰਨ ਲਓ ਕੋਈ ਬੰਦਾ ਐਕਸੈਸਿਵ ਫਲ ਖਾਏਗਾ ਜਾਂ ਐਕਸੈਸਿਵ ਸਲਾਦ ਖਾਏਗਾ ਤਾਂ ਵੀ ਗੈਸ ਬਣੇਗੀ। ਸੋ ਮਾਤਰਾ ਦਾ ਬਹੁਤ ਖਿਆਲ ਰੱਖਣਾ ਕਿ ਜਿਹੜੇ ਸਪਰਾਊਟਸ ਖਾਣੇ ਆ ਉਹਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਖਾਣੀ ਹੁੰਦੀ, ਔਰ ਪਹਿਲਾਂ ਆਪਾਂ ਆਪਣੇ ਪੇਟ ਨੂੰ ਆਦੀ ਕਰਨਾ। ਬਸ ਚਮਚਾ 2 ਚਮਚ ਤੋਂ ਸ਼ੁਰੂ ਕਰੋ, ਚਮਚ 2 ਚਮਚ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਵਧਾਈ ਜਾਓ, ਹੌਲੀ ਹੌਲੀ ਤੁਸੀਂ ਕਟੋਰੀ ਤੱਕ ਜਾ ਸਕਦੇ ਹੋ, ਛੋਟੀ ਕਟੋਰੀ। ਅਤੇ ਦਾਲਾਂ ਵੈਸੇ ਵੀ ਮੋਟਾ ਹੈ ਕਿ ਦਾਲਾਂ ਬਹੁਤ ਜ਼ਿਆਦਾ ਨਹੀਂ ਖਾਣੀ ਹੁੰਦੀਆਂ, ਦਾਲਾਂ ਬੇਸਿਕਲੀ ਗੈਸ ਬਣਾਉਂਦੀਆਂ ਨੇ ਔਰ ਥੋੜ੍ਹੀਆਂ ਡਾਈਜੈਸ਼ਨ 'ਚ ਔਖੀਆਂ ਹੁੰਦੀਆਂ ਨੇ। ਥੋੜ੍ਹੀ ਮਾਤਰਾ ਜਿਹੜੀ ਆ ਉਹਦਾ ਜ਼ਰੂਰ ਖਿਆਲ ਰੱਖਣਾ। ਇਸ ਤਰ੍ਹਾਂ ਨਟਸ ਦੀ ਮਾਤਰਾ ਵੀ ਜਿਹੜੀ ਬਹੁਤ ਖਿਆਲ ਰੱਖਣੀ ਹੈ। ਨਟਸ ਜਿਹੜਾ ਤੁਹਾਡੀ ਜਿੰਨਾ ਭਾਰ ਹੈ ਉਸ ਤੋਂ ਉਹਨੂੰ ਵੱਧ ਕਰ ਲਓ, 19 ਗ੍ਰਾਮ, ਬਸ ਇੰਨੇ ਕੁ ਨਟਸ ਖਾਣੇ ਹੁੰਦੇ ਆ।
ਜੇ ਮੰਨ ਲਓ ਤੁਸੀਂ 70 ਕਿੱਲੇ ਦੇ ਹੋ ਤਾਂ 35 ਗ੍ਰਾਮ ਨਟਸ ਜਿਹੜੇ ਨੇ ਉਹ ਤੁਹਾਡੇ ਲਈ ਸਫੀਸ਼ੀਐਂਟ ਨੇ। ਉਹਦੇ 'ਚ ਬਦਾਮ ਵੀ ਹੋ ਗਏ, ਕਾਜੂ ਹੋ ਗਏ, ਅਖਰੋਟ ਹੋ ਗਏ, ਕਿਸ਼ਮਿਸ਼ ਹੋ ਗਈ, ਅੰਜੀਰ ਹੋ ਗਈ, ਖਜੂਰ ਹੋ ਗਈ। ਗੱਲ ਇਹ ਨਾ ਹਰੇਕ ਬੰਦੇ ਦੇ ਘਰ ਤਾਂ ਤਕੜੀ ਹੁੰਦੀ ਨਹੀਂ, ਉਹ ਕਿਵੇਂ ਕਰੇਗਾ ਵੀ 35 ਗ੍ਰਾਮ? ਉਹ ਇੰਨਾ ਕੁ ਅੰਦਾਜ਼ਾ ਹੁੰਦਾ ਹੈ। ਜੇ ਸਾਡੇ ਲੋਕ ਬਹੁਤ ਸਿਆਣੇ ਆ, ਕਦੇ ਉਹਨੂੰ ਕਹਾਂਗੇ ਵੀ ਭਾਈ ਆਪਾਂ ਨੇ 25 ਗ੍ਰਾਮ ਦਾ ਮਤਲਬ ਹੋ ਗਿਆ ਲਗਭਗ ਅੱਧੀ ਸਟਾਕ, ਠੀਕ ਹੈ ਨਾ। ਸਟਾਕ 60 ਗ੍ਰਾਮ ਦੀ ਹੁੰਦੀ ਸਟਾਕਾਂ ਦਾ ਵੀ ਪੁਰਾਣੇ, ਅੱਜ ਕੱਲ੍ਹ ਤਾਂ ਮਰਨਾ ਨੂੰ ਸਟਾਕਾਂ ਨਹੀਂ ਪਤਾ। ਚਲੋ ਫਿਰ ਵੀ ਆਪਾਂ ਕਰ ਸਕਦੇ ਹਾਂ। ਨਹੀਂ ਅਦਰਵਾਈਜ਼ ਕਿਚਨ ਸਕੇਲ ਅੱਜ ਕੱਲ੍ਹ ਆ ਗਈਆਂ ਬਹੁਤ ਸੋਹਣੀਆਂ, ਛੋਟੀ ਜਿਹੀ ਕਿਚਨ ਸਕੇਲ ਆ ਗਈ ਹੋਈ ਹੈ ਮਾਰਕੀਟ ਦੇ ਅੰਦਰ, 400-500 ਰੁਪਏ ਦੀ ਹੈ। ਜੇ ਇਹੋ ਜਿਹੀ ਕੋਈ ਨੌਬਤ ਹੋਵੇ ਤਾਂ ਕਿਚਨ ਸਕੇਲ ਘਰ ਰੱਖ ਲਓ, ਕੋਈ ਐਸੀ ਗੱਲ ਨਹੀਂ, ਕੋਈ ਬਹੁਤੀ ਮਹਿੰਗੀ ਨਹੀਂ ਹੈ, ਬਹੁਤ ਯੂਜ਼ਫੁਲ ਚੀਜ਼ ਆ ਉਹ ਕਿਚਨ ਸਕੇਲ ਕਹਿੰਦੇ ਉਹਨੂੰ। ਤਾਂ ਇਹ ਜਿਹੜੀਆਂ ਕੱਚੀਆਂ ਚੀਜ਼ਾਂ ਨੇ ਇਹ ਬਹੁਤ ਹੀ ਵੰਡਰਫੁਲ ਉਹ ਨੇ ਜਿਹੜੇ ਨੇ ਫੂਡਸ ਨੇ। ਅਤੇ ਜੇ ਤੁਸੀਂ ਨੋਨ ਵੈੱਜ ਦੇ ਸ਼ੌਕੀਨ ਹੋ ਤਾਂ ਨੋਨ ਵੈੱਜ ਤੇ ਵੈਸੇ ਤਾਂ ਨੋਨ ਵੈੱਜ ਨੂੰ ਜੇਕਰ ਪਿਓਰ ਹੋਵੇ ਤਾਂ ਨੋਨ ਵੈੱਜ ਕੋਈ ਐਡਾ ਮਾੜਾ ਨਹੀਂ ਹੁੰਦਾ। ਪਰ ਅੱਜ ਦੀ ਦਿੱਕਤ ਇਹ ਹੈ ਕਿ ਨੋਨ ਵੈੱਜ ਸਾਰਾ ਇੰਡਸਟਰੀਅਲ ਹੋ ਗਿਆ। ਇੰਡਸਟਰੀਅਲ ਹੋਣ ਕਰਕੇ ਉਹਦੇ ਅੰਦਰ ਜ਼ਹਿਰ ਬਹੁਤ ਨੇ, ਪ੍ਰੀਜ਼ਰਵੇਟਿਵ ਜ਼ਹਿਰ ਬਹੁਤ ਜ਼ਿਆਦਾ ਨੇ। ਐਂਟੀਬਾਇਓਟਿਕ ਦੇ ਕੇ ਅਸੀਂ ਪੋਲਟਰੀ ਕਰਦੇ ਹਾਂ, ਐਂਟੀਬਾਇਓਟਿਕ ਦੇ ਕੇ ਸ਼ਹਿਦ ਕਰਦੇ ਹਾਂ, ਡੰਗਰਾਂ ਨੂੰ ਫੀਡਾਂ ਉਹੋ ਜਿਹੀਆਂ ਪਾਉਂਦੇ ਕਿ ਦੁੱਧ ਖਰਾਬ ਹੋ ਗਿਆ, ਡੰਗਰ ਕਿੱਲੇ 'ਤੇ ਬੰਨੇ ਰਹਿੰਦੇ 24 ਘੰਟੇ। ਤਾਂ ਉਹ ਹੁਣ ਅਸਲ ਵਿੱਚ ਉਹਦਾ ਬਾਰੇ ਜੱਜਮੈਂਟ ਕਰਨੀ ਜਿਹੜੀ ਹੈ ਕੋਈ ਬਹੁਤ ਐਬਸੋਲੂਟ ਨਹੀਂ ਹੈ। ਲੇਕਿਨ ਆਪਾਂ ਨੂੰ ਮਤਲਬ ਪਰਸਨ ਟੂ ਪਰਸਨ ਜਾਂ ਹਾਲਾਤ ਅੱਡ ਹਾਲਾਤ 'ਚ ਜੱਜਮੈਂਟ ਦੇਣੀ ਪਏਗੀ। ਮੰਨ ਲਓ ਕਿਸੇ ਨੇ ਦੇਸੀ ਗਾਂ ਰੱਖੀ ਹੋਈ ਹੈ, ਉਹਨੂੰ ਇੱਕ ਚਾਰਾ ਵੀ ਦੇਸੀ ਪਾ ਰਿਹਾ, ਉਹ ਖੇਤਾਂ 'ਚ ਚਰਨ ਵੀ ਲੈ ਕੇ ਜਾ ਰਿਹਾ, ਬਾਹਰ ਚਰ ਕੇ ਵੀ ਆਉਂਦੀ ਹੈ, ਉਹਦਾ ਦੁੱਧ ਡਿਫਰੈਂਟ ਹੋਏਗਾ। ਸੋ ਆਪਾਂ ਬਾਈ ਐਂਡ ਲਾਰਜ ਦੁੱਧ ਬਾਰੇ ਆਪਣਾ ਜਿਹੜਾ ਐਟੀਟਿਊਡ ਰੱਖਿਆ ਹੋਇਆ ਕਿ ਦੁੱਧ ਬਾਈ ਐਂਡ ਲਾਰਜ ਨਾ ਲਓ, ਦੁੱਧ ਲੈ ਬਿਨਾਂ ਸਰ ਜਾਂਦਾ। ਜੇ ਦੁੱਧ ਦਾ ਕੋਈ ਲੈਣਾ ਹੀ ਹੈ ਤਾਂ ਜੇ ਦੁੱਧ ਤਸੱਲੀ ਬਖਸ਼ ਹੈਗਾ ਤਾਂ ਦਹੀਂ ਵਾਲੀ ਚੀਜ਼ਾਂ ਲੈ ਲਓ ਥੋੜ੍ਹੀਆਂ ਬਹੁਤੀਆਂ। ਉਹ ਵੀ ਅਸੀਂ ਜਿਹੜੇ ਕੁਛ ਥਾਵਾਂ 'ਤੇ ਬਿਲਕੁਲ ਸਖਤੀ ਨਾਲ ਮਨਾ ਕਰਦੇ ਹਾਂ, ਜਿਵੇਂ ਆਟੋਮਿਊਨ ਡਿਸਆਰਡਰ ਨੇ, ਇਹਦੇ ਅੰਦਰ ਅਸੀਂ ਐਨੀਮਲ ਫੂਡ ਮਨਾ ਕਰ ਦਿੰਦੇ ਹਾਂ ਸਾਰਾ, ਕਿਉਂਕਿ ਐਨੀਮਲ ਫੂਡ ਜਿਹੜੇ ਸਭ ਤੋਂ ਸ਼ੱਕੀ ਫਲ ਹੁੰਦੇ ਆ, ਭੋਜਨ ਹੁੰਦੇ ਆ। ਤਾਂ ਇਸੇ ਤਰ੍ਹਾਂ ਕੁਛ ਜਿਹੜੇ ਮੀਟਸ ਨੇ, ਮੀਟ ਬਾਰੇ ਵੀ ਹੈ ਵੀ ਮੀਟ ਜਿਹੜਾ ਲੀਨ ਮੀਟ ਹੈ, ਲੀਨ ਮੀਟ ਯਾਨੀ ਕਿ ਚਿਕਨ ਹੈ ਜਿਹੜਾ ਜਾਂ ਮੱਛੀ ਹੈ, ਇਹ ਰਿਲੇਟਿਵਲੀ ਠੀਕ ਹੈ। ਜਿਹੜੇ ਲੋਕ ਬੀਫ ਖਾਂਦੇ ਅੰਗਰੇਜ਼, ਹੁਣ ਉਹ ਮੀਟ ਜ਼ਿਆਦਾ ਮਾੜਾ ਹੈ, ਜਾਂ ਆਪਾਂ ਅਸੀਂ ਮਟਨ ਖਾਂਦੇ ਹਾਂ। ਤਾਂ ਚਿਕਨ ਜਿਹੜਾ ਹੁਣ ਚਿਕਨ ਪਰ ਪ੍ਰੋਬਲਮ ਚਿਕਨ ਦੀ ਅੱਗੇ ਪ੍ਰੋਬਲਮ ਫਿਰ ਉਹੀ ਨੇ, ਉਹਨਾਂ ਦੀਆਂ ਕੈਮੀਕਲ ਫਾਰਮਿੰਗ ਜਿਹੜੀ ਹੈ ਕੈਮੀਕਲੀ ਰੀਅਰਡ ਨੇ। ਸੋ ਬਾਈ ਐਂਡ ਲਾਰਜ ਹਿਊਮਨ ਬਾਡੀ ਨੂੰ, ਮੁੱਖੀ ਸਰੀਰ ਨੂੰ ਕਿਸੇ ਵੀ ਐਨੀਮਲ ਫੂਡ ਦੀ ਜ਼ਰੂਰਤ ਨਹੀਂ ਹੁੰਦੀ। ਅਤੇ ਜੇ ਖਾਣਾ ਵੀ ਹੋਵੇ ਥੋੜ੍ਹਾ ਖਾਣਾ ਚਾਹੀਦਾ, ਜਿਸ ਸ਼ੌਕ ਵਾਸਤੇ ਖਾ ਲਓ, ਲੇਕਿਨ ਇਹ ਸੋਚ ਕੇ ਨਾ ਖਾਓ ਕਿ ਤੁਹਾਡੀ ਬਾਡੀ ਨੂੰ ਕਿਹਦੀ ਲੋੜ ਹੈ, ਜ਼ਰੂਰਤ ਨਹੀਂ ਹੈ। ਔਰ ਉਹਦੇ 'ਚ ਜਿਹੜਾ ਲਾਸਟਲੀ ਅਸੀਂ ਜਿਹੜੀ ਗੱਲ ਕਰਦੇ ਹਾਂ ਆਪਾਂ ਮਿਲਟਸ ਦੀ, ਹਾਈ ਫਾਈਬਰ ਫੂਡ। ਹਾਈ ਫਾਈਬਰ ਫੂਡ ਇੱਕ ਵੰਡਰਫੁਲ ਫੂਡ ਹੁੰਦਾ। ਹਾਈ ਫਾਈਬਰ ਫੂਡ ਕਿਹੜੇ ਨੇ? ਜਿੰਨਾ ਆਪਾਂ ਪਹਿਲਾਂ ਦੀ ਫੂਡ ਦੀ ਗੱਲ ਕੀਤੀ ਹੈ, ਫਰੂਟਸ ਅਤੇ ਸਲਾਦ, ਇਹ ਹਾਈ ਫਾਈਬਰ ਨੇ ਸਾਰੇ ਹੀ। ਉਸ ਤੋਂ ਬਾਅਦ ਹੋਲ ਗ੍ਰੇਨਸ ਹਾਈ ਫਾਈਬਰ ਨੇ, ਫਿਰ ਨਟਸ ਜਿਹੜੇ ਨੇ ਇਹ ਹਾਈ ਫਾਈਬਰ ਨੇ, ਠੀਕ ਹੈ। ਅਤੇ ਉਹ ਜਿਹੜੇ ਮਿਲਟਸ ਨੇ ਇਹ ਪਰਟੀਕੂਲਰਲੀ ਹਾਈ ਫਾਈਬਰ ਨੇ, ਕੋਈ ਉਹਨਾਂ ਦਾ ਫਾਈਬਰ ਕੰਟੈਂਟ ਬਹੁਤ ਹਾਈ ਹੁੰਦਾ। ਇਸ ਕਰਕੇ ਜਿਹੜੇ ਮਿਲਟਸ ਨੇ ਉਹ ਇੱਕ ਡਾਕਟਰ ਖਾਦਰ ਵਲੀ ਨੂੰ ਯਾਦ ਕਰਨਾ, ਜਿਹੜਾ ਉਹਦੇ ਜਿਹੜੇ ਸਾਡਾ ਉਸ ਸਾਇੰਟਿਸਟ ਨੂੰ ਥੈਂਕਸ ਕਰਨਾ ਬਹੁਤ ਬਣਦਾ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਮਿਲਟਸ ਦੀ। ਤਾਂ ਮੇਰਾ ਅੰਦਰੋਂ ਇੱਕ ਸ਼ਰਧਾ ਨਾਲ ਜਿਹੜਾ ਸਿਰ ਸਾਰਾ ਮਨ ਝੁਕ ਜਾਂਦਾ ਕਿ ਉਸ ਬੰਦੇ ਨੇ 25 ਸਾਲ ਰਿਸਰਚ ਕਰਕੇ ਸਾਨੂੰ 5 ਮਿਲਟਸ ਕੱਢ ਕੇ ਦਿੱਤੇ ਹੈ, ਜਿਹੜੇ ਕਿ ਵੰਡਰਫੁਲ ਗ੍ਰੇਨਸ ਨੇ, ਜਿਹੜੇ ਕਿ ਤੁਸੀਂ ਖਾਓ ਤਾਂ ਨਾਲ ਦੀ ਨਾਲ ਡਿਜ਼ੀਜ਼ ਰਿਵਰਸਲ ਸ਼ੁਰੂ ਹੋ ਜਾਂਦਾ। ਤਾਂ ਉਹ 5 ਗ੍ਰੇਨ ਜਿਹੜੇ ਨੇ, ਕੋਧਰਾ ਹੈ ਬਾਬੇ ਨਾਨਕ ਵਾਲਾ, ਕੋਧਰਾ, ਕੁਟਕੀ, ਕੰਗਣੀ, ਹਰੀ ਕੰਗਣੀ ਅਤੇ ਸੁਆਂਖ। ਅੰਗਰੇਜ਼ੀ ਨਾਮ ਵੀ ਬੋਲ ਦੋ, ਬਹੁਤ ਸਾਰੇ ਲੋਕਾਂ ਨੂੰ ਕੋਧਰੇ ਨੂੰ ਤਾਂ ਕੋਡੋ ਕਹਿੰਦੇ ਆ, ਜਿਹੜੀ ਹੈ ਕੰਗਣੀ ਨੂੰ ਕਹਿੰਦੇ ਆ ਫੌਕਸਟੇਲ, ਉਹਨੂੰ ਬਰਾਊਨ ਟਾਪ ਕਹਿੰਦੇ ਆ, ਹਰੀ ਕੰਗਣੀ ਨੂੰ ਬਾਰਨਯਾਰਡ ਕਹਿੰਦੇ ਆ, ਸੁਆਂਖ ਨੂੰ, ਅਤੇ ਲਿਟਲ ਮਿਲਟ ਕਹਿੰਦੇ ਆ ਕੁਟਕੀ ਨੂੰ। ਤਾਂ ਇਹ 5 ਨੇ ਜਿਹੜੇ ਇਹ ਵੰਡਰਫੁਲ ਮਿਲਟਸ ਨੇ। ਵੰਡਰਫੁਲ ਇਹਦੀਆਂ ਰੈਸਪੀਜ਼ ਬਣਦੀਆਂ ਨੇ ਕਮਾਲ ਦੀਆਂ, ਔਰ ਵੈਰਾਈਟੀ ਬਣਦੀ ਹੈ ਪੂਰੀ ਰੈਸਪੀਜ਼ ਦੀ। ਉਹਦੇ ਤੁਸੀਂ ਡਰਿੰਕਸ ਤੋਂ ਲੈ ਕੇ ਪਕੌੜੇ ਤੱਕ ਬਣਾ ਸਕਦੇ ਹੋ ਉਹਦੇ, ਅਤੇ ਉਹ ਬੜੇ ਵੰਡਰਫੁਲ ਬਣਦੇ ਆ। ਅਤੇ ਖਮੀਰ ਕਰਕੇ ਜਿਹੜਾ ਖਾਣਾ ਨੂੰ, ਉਹ ਉਸ ਤੋਂ ਵੀ ਸਿਰੇ ਦਾ ਦਵਾਈ ਆ, ਉਹ ਪ੍ਰੋਬਾਇਓਟਿਕ ਹੈ। ਸੋ ਇਹ ਪ੍ਰੀਬਾਇਓਟਿਕ ਵੀ ਨੇ, ਅਤੇ ਇਹ ਜੇ ਅਸੀਂ ਖਮੀਰ ਕਰਕੇ ਖਾ ਲਈ ਤਾਂ ਪ੍ਰੋਬਾਇਓਟਿਕ ਵੀ ਬਣ ਜਾਂਦੇ ਫਿਰ। ਸੋ ਬੜਾ ਵੰਡਰਫੁਲ ਕੰਬੀਨੇਸ਼ਨ ਬਣਦਾ ਪ੍ਰੀਬਾਇਓਟਿਕ ਅਤੇ ਪ੍ਰੋਬਾਇਓਟਿਕ ਦਾ। ਪ੍ਰੋਬਾਇਓਟਿਕ ਹੁੰਦੇ ਆ ਉਹ ਬੈਕਟੀਰੀਆ ਜਿਹੜੇ ਕਿ ਸਾਨੂੰ ਚਾਹੀਦੇ ਆ, ਸਾਡੇ ਦੋਸਤ ਨੇ, ਉਹ ਹੋ ਗਏ ਖਮੀਰ ਕਰਕੇ। ਅਤੇ ਪ੍ਰੀਬਾਇਓਟਿਕ ਹੁੰਦਾ ਫਾਈਬਰ ਫੂਡ, ਹਾਈ ਫਾਈਬਰ ਫੂਡ। ਜਿਹੜਾ ਹਾਈ ਫਾਈਬਰ ਫੂਡ ਹੈ ਸਾਡੇ ਬੈਕਟੀਰੀਆ ਦਾ ਬੜਾ ਫੇਵਰੇਟ ਫੂਡ ਹੈ, ਸੋ ਅਸੀਂ ਉਹਨੂੰ ਪ੍ਰੀਬਾਇਓਟਿਕ ਕਹਿੰਦੇ ਹਾਂ। ਸੋ ਉਹ ਪ੍ਰੀਬਾਇਓਟਿਕ ਜਿਹੜਾ ਉਹ ਵੀ ਹੁੰਦਾ। ਤਾਂ ਇਹ ਜਿਹੜਾ ਸਾਰਾ ਅਗਰ ਅਸੀਂ ਜਦੋਂ ਕਰਦੇ ਹਾਂ ਇਹ ਸਾਰਾ ਕੰਬੀਨੇਸ਼ਨ, ਸਾਡਾ ਜਿਹੜਾ ਉੱਥੇ ਰੋਲ ਕੀ ਹੈ ਸੈਂਟਰ 'ਚ ਬੈਠ ਕੇ, ਕਿ ਅਸੀਂ ਉਹ ਸਾਰਾ ਡਾਈਟ ਪਲਾਨ ਕਰ ਦਿੰਦੇ ਹਾਂ
ਸਣੇ ਕਾੜੇ ਤੇ ਸਣੇ ਸਾਰਾ ਕੁਝ ਤੇ ਸਣੇ ਗ੍ਰੀਨ ਜੂਸ। ਹਾਂ ਗ੍ਰੀਨ ਜੂਸ ਹੈ, ਰੈੱਡ ਜੂਸ ਹੈ। ਗ੍ਰੀਨ ਜੂਸ ਮੀਨ ਸਬਜ਼ੀਆਂ ਦਾ ਜੂਸ, ਰੈੱਡ ਜੂਸ ਦਾ ਮਤਲਬ ਫਲਾਂ ਦਾ ਜੂਸ, ਜਿਹ 'ਚ ਰੈੱਡ ਫਲ ਹੋਣ ਤਾਂ ਬਹੁਤ ਵਧੀਆ। ਉਹਦੇ 'ਚ ਜਿਹੜਾ ਹੈ ਤੁਹਾਡਾ ਗ੍ਰੀਨ ਜੂਸ ਦੇ 'ਚ ਖੀਰਾ, ਘੀਆ ਤੇ ਪੇਠਾ ਹੈ ਤੇ ਪੱਤੇ ਪਾ ਸਕਦੇ ਹਾਂ। ਗ੍ਰੀਨ ਪੱਤੇ ਕੋਈ ਵੀ ਪੱਤੇ। ਵੀਟ ਗ੍ਰਾਸ ਵੀ ਵੀਟ ਗ੍ਰਾਸ ਵੰਡਰਫੁਲ ਹੈ। ਵੀਟ ਗ੍ਰਾਸ ਹੈ ਜਾਂ ਬਾਕੀ ਹੋਰ ਪੱਤੇ ਆ ਕੋਈ ਵੀ ਜਿਹੜੇ ਨੇ ਪੱਤਿਆਂ ਬਾਰੇ। ਗ੍ਰਾਸ ਲੈਣਾ ਤਾਂ ਕਿੰਨਾ ਕੁ ਲੈਣਾ ਡਾਕਟਰ ਸਾਹਿਬ? ਵੀਟ ਗ੍ਰਾਸ ਜੂਸ ਸ਼ੁਰੂ 'ਚ ਘੱਟ ਲੈਣਾ ਚਾਹੀਦਾ ਕਿਉਂਕਿ ਥੋੜ੍ਹਾ ਜਿਹਾ ਸਖਤ ਹੁੰਦਾ ਹਜਮ ਹੋਣ 'ਚ। ਇਹ 2 ਚਮਚੇ ਤੋਂ ਸ਼ੁਰੂ ਕਰੋ 10 ml ਤੋਂ। 2 ਚਮਚੇ ਤਾਂ ਬਸ। ਤੇ ਜੇ ਪਾਊਡਰ ਦੇ ਬਣਾਉਣਾ ਹੋਵੇ? ਪਾਊਡਰ ਤਾਂ ਕੋਈ ਗੱਲ ਨਹੀਂ, ਪਾਊਡਰ ਨਹੀਂ ਆਣਾ ਕੁਝ ਕਹਿੰਦਾ ਕੁਝ, ਲੇਕਿਨ ਜਿਹੜਾ ਕੱਚਾ ਰॉ ਵੀਟ ਜੂਸ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹਨੂੰ ਹਜਮ ਕਰਨ 'ਚ ਦਿੱਕਤ ਆਉਂਦੀ ਹੈ। ਤਾਂ ਇਸ ਕਰਕੇ 10-15 ml 20 ml ਤੋਂ ਜ਼ਿਆਦਾ ਨਾ ਲਓ, ਹੌਲੀ ਹੌਲੀ ਵਧਾ ਲਓ। ਹੌਲੀ ਤੁਸੀਂ ਅੱਧੇ ਗਲਾਸ ਤੱਕ ਜਾ ਸਕਦੇ ਹੋ, 100 ml ਤੱਕ। ਪਤਾ ਮੈਂ ਤਾਂ ਪੁੱਛ ਰਿਹਾ ਵੀ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਵੀਟ ਗ੍ਰਾਸ ਜਿਹੜਾ ਉੱਥੇ ਅਵੇਲੇਬਿਲਿਟੀ ਜਿਹੜੀ ਉਹਦੀ ਪ੍ਰੋਬਲਮ ਆਉਂਦੀ ਹੈ, ਤੇ ਉੱਥੇ ਜੇ ਪਾਊਡਰ ਸ਼ੇਪ ਦੇ ਵਿੱਚ ਹੈਗਾ ਤਾਂ ਉਹਨੂੰ ਕਿਸ ਤਰ੍ਹਾਂ ਲੈਣਾ ਤੇ ਕਿੱਦਾਂ ਉਹਨੂੰ ਬਣਾਉਣਾ ਹੈਗਾ, ਉਹ ਵੀ ਥੋੜੀ ਵਿਧੀ। ਦੇਖੋ ਵੀਟ ਗ੍ਰਾਸ ਜਿਹੜਾ ਵੀਟ ਗ੍ਰਾਸ ਪਾਊਡਰ ਹੈ ਇਹ ਆਪਾਂ ਲੈ ਸਕਦੇ ਚਮਚਾ, ਉਹ ਜਿਵੇਂ ਮਰਜ਼ੀ ਲੈ ਲਓ ਕਿਸੇ ਕਿਉਂਕਿ ਉਹਦਾ ਕੋਈ ਆਪਣਾ ਟੇਸਟ ਤਾਂ ਹੁੰਦਾ ਨਹੀਂ ਹੈ, ਬੜਾ ਬਲੈਕ ਜਿਹਾ ਟੇਸਟ ਹੈ ਉਹਦਾ। ਉਹ ਤੁਸੀਂ ਖਾਣਾ ਖਾਣ ਲੱਗਿਆ ਖਾਣੇ 'ਚ ਪਾ ਲਓ, ਉੱਦਾਂ ਫੱਕੀ ਵਾਂਗੂ ਖਾ ਲਓ ਤਾਂ ਕੋਈ ਗੱਲ ਨਹੀਂ, ਸਲਾਦ 'ਚ ਪਾ ਲਓ ਤਾਂ ਜੋ ਤੁਸੀਂ ਟੇਸਟ ਦੇ ਹਿਸਾਬ ਨਾਲ ਆਪਣੇ ਚੋਇਸ ਹੈ ਤੁਹਾਡੀ। ਕਿਉਂਕਿ ਗ੍ਰੀਨ ਖਾਣਾ ਜਿਹੜਾ ਹੁੰਦਾ ਨਾ ਗ੍ਰੀਨ ਸਾਡਾ ਪੱਤਿਆਂ ਦਾ ਗ੍ਰੀਨ ਤੇ ਸਾਡਾ ਬਲੱਡ ਦਾ ਰੈੱਡ, ਇਹਨਾਂ ਦੀ ਕੈਮੀਕਲ ਸਟਰਕਚਰ ਇੱਕੋ ਜਿਹੀ ਹੈ। ਜਿਹੜਾ ਪੱਤਿਆਂ ਦੇ ਅੰਦਰ ਗ੍ਰੀਨ ਹੈ ਤੇ ਸਾਡੇ ਖੂਨ 'ਚ ਲਾਲੀ ਹੈ, ਇਹ ਦੋਨੋਂ ਦਾ ਇੱਕੋ ਜਿਹਾ ਹੈ। ਸੋ ਜਿੰਨੇ ਗ੍ਰੀਨ ਖਾਵਾਂਗੇ ਉਨੇ ਸਾਡੀ ਲਾਲੀ ਵਧੇਗੀ, ਤੇ ਲਾਲੀ ਵਧਣਾ ਜਿਹੜਾ ਉਹ ਹੈਲਥ ਦੀ ਨਿਸ਼ਾਨੀ ਹੈ। ਤੋ ਇਸ ਕਰਕੇ ਪੱਤਿਆਂ ਦਾ ਇਸਤੇਮਾਲ ਜਿਹੜਾ ਸੂਪ ਦੀ ਸ਼ਕਲ 'ਚ ਕਰ ਸਕਦੇ ਹਾਂ, ਆਪਾਂ ਸੂਪ ਦੀ ਸ਼ਕਲ 'ਚ ਕਰ ਸਕਦੇ ਹਾਂ, ਸਲਾਦ 'ਚ ਖਾ ਸਕਦੇ ਹਾਂ। ਤੋ ਜਿਵੇਂ ਵੀ, ਲੇਕਿਨ ਪੱਤਿਆਂ ਦਾ ਬਸ ਇੱਕੋ ਹੀ ਅਲਰਟ ਰਹਿਣਾ ਕਿ ਬਾਜ਼ਾਰ ਦੇ ਪੱਤਿਆਂ ਦਾ ਜਿਹੜਾ ਕੱਚੇ ਨਹੀਂ ਖਾਣੇ, ਕਿਉਂਕਿ ਬਾਜ਼ਾਰ ਦੇ ਪੱਤੇ ਜਿਹੜੇ ਨੇ ਸੀਵਰ ਦੇ ਪਾਣੀ ਦੇ ਪਲੇ ਹੁੰਦੇ ਆ ਬਹੁਤ ਵਾਰੀ, ਤੇ ਉਹ ਥੋੜ੍ਹੇ ਜਿਹੇ ਬੜੀ ਸੀਰੀਅਸ ਕਿਸਮ ਦੀ ਫੂਡ ਪਾਇਜ਼ਨਿੰਗ ਹੁੰਦੀ ਉੱਤੋਂ। ਸੋ ਜਿਹੜੇ ਪੱਤੇ ਨੇ ਉਹ ਘਰ ਚਲਾਉਣੇ ਨੇ, ਜੋ ਪੱਤੇ ਖਾਣੇ ਆ ਤਾਂ ਉਹਦੀ ਘਰ 'ਚ ਪੱਤੇ ਬਹੁਤ ਕੁਇਕਲੀ ਹੋ ਜਾਂਦੇ ਆ। ਤੁਸੀਂ ਲਾਓ 3 ਜਾਂ 4 ਹਫ਼ਤੇ 'ਚ ਤੁਹਾਨੂੰ ਉਹ ਖਾਣ ਲੈ ਕੇ ਹੋ ਜਾਂਦੇ ਆ। ਸੋ ਇਸ ਕਰਕੇ ਜਿਹੜਾ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਪੱਤੇ ਨੇ, ਰॉ ਪੱਤੇ ਨੇ ਜਿਹੜੇ ਖਾਣੇ ਤੁਸੀਂ ਕੱਚੇ ਖਾਸ ਕਰਕੇ, ਉਹਨੂੰ ਘਰ ਦੇ ਵਿੱਚ ਗਮਲਿਆਂ 'ਚ ਜਾਂ ਕਿਆਰੀ 'ਚ ਲਾਓ ਤੇ ਉੱਥੋਂ ਖਾਓ। ਉੱਥੇ ਵੀ ਖਿਆਲ ਰੱਖੋ ਕਿ ਜਿਹੜਾ ਕੱਚਾ ਗੋਹਾ ਹੈ ਉਹ 'ਚ ਨਹੀਂ ਪਾਉਣਾ ਚਾਹੀਦਾ। ਰੂੜੀ ਪਾਉਣੀ ਹੋਵੇ ਤਾਂ ਉਹ 'ਚ ਗਲੀ ਸੜੀ ਕਾਲੀ ਰੂੜੀ ਪਾਉਣੀ ਹੈ। ਕੱਚਾ ਗੋਹਾ ਅਗਰ ਉਹਦੇ 'ਚ ਵੀ ਪਾਵਾਂਗੇ ਤਾਂ ਉੱਥੇ ਵੀ ਫੂਡ ਪਾਇਜ਼ਨਿੰਗ ਹੋ ਸਕਦੀ ਸਾਨੂੰ। ਜੋ ਕੱਚਾ ਗੋਹਾ ਉਹ 'ਚ ਐਡ ਨਾ ਕਰੋ। ਕਾੜੇ ਜਿਹੜੇ ਨੇ ਹਾਰਟ ਦੇ ਐਂਗਲ ਤੋਂ, ਕਾੜੇ ਜਿਹੜੇ ਨੇ ਤੁਹਾਡੇ ਕੋਲੇ ਲਿਸਟ ਮੈਂ ਕਰੀ ਸੀ ਨੋਟ, ਉਹਦੇ 'ਚ ਹੈਗੇ ਤੁਹਾਡੇ ਬੇਲ ਹੈ, ਅਲਸੀ ਹੈ, ਤੁਲਸੀ, ਅਰਜਨ ਛਾਲ ਹੈ ਤੁਹਾਡਾ, ਦੇਖੋ ਬੇਲ ਪੱਤਰ ਹੈ, ਤੁਲਸੀ ਹੈ, ਸਰਪਗੰਧਾ ਹੈ, ਧਨੀਆ, ਗਲੋ, ਅਤੀਬਲਾ ਤੇ ਅਰਜਨ ਅਤੀਬਲਾ ਤਾਂ ਪਾਊਡਰ ਮੇ ਹੈਗਾ, ਪਾਊਡਰ ਸ਼ਕਲ 'ਚ ਪਿਆ, ਦਾਲਚੀਨੀ ਹੈ। ਬਾਕੀ ਮਸਾਲੇ ਸਾਰੇ ਲਗਭਗ ਇਹ ਕਾੜੇ ਦਾ ਬਣਾਉਣ ਦਾ ਸਟੈਂਡਰਡ ਤਰੀਕਾ ਉਹੀ ਹੈ। 5 ਮਿੰਟ ਬੋਇਲ ਕਰਨਾ ਇਹਨਾਂ ਨੂੰ, 5 ਮਿੰਟ ਬਾਅਦ ਠੰਡੇ ਕਰਕੇ ਕੋਈ ਸ਼ੱਕਰ ਪਾ ਕੇ ਜਾਂ ਕੁਝ ਪਾ ਕੇ ਪੀ ਲੈਣਾ। ਸੋ ਕਾੜਿਆਂ 'ਤੇ ਆਪਾਂ ਸਪੈਸ਼ਲ ਕਰਾਂਗੇ ਐਪੀਸੋਡ, ਸਪੈਸ਼ਲ ਕਾੜੇ ਬਣਾਉਣ 'ਤੇ ਆਪਾਂ ਐਪੀਸੋਡ ਕਰ ਲਾਂਗੇ। ਸੋ ਇਹ ਹੋ ਗਏ ਬੇਲ ਪੱਤਰ, ਤੁਲਸੀ, ਸਰਪਗੰਧਾ, ਧਨੀਆ, ਗਲੋ, ਅਤੀਬਲਾ, ਅਰਜਨ ਛਾਲ ਤੇ ਦਾਲਚੀਨੀ। ਇਹ ਪਰਟੀਕੂਲਰਲੀ ਜਿਹੜੇ ਹਾਰਟ ਦੇ ਐਂਗਲ ਤੋਂ ਜਾਂ BP ਦੇ ਐਂਗਲ ਤੋਂ ਨੇ। ਅਤੇ ਇਹਦੇ ਨਾਲ ਜਿਹੜੀ ਹੈ ਲਾਸਟਲੀ ਆਪਾਂ ਨੂੰ ਇੱਕ ਗੱਲ ਕਰ ਦੇਣੀ ਚਾਹੀਦੀ ਕਿ ਇਹ ਵੈਸੇ ਤਾਂ ਜਦੋਂ ਆਪਾਂ ਡਾਈਟ ਖਾਂਦੇ ਹਾਂ ਤਾਂ ਇਹ ਇਕੱਲਾ ਹਾਰਟ ਅਟੈਕ ਦੀ ਨਹੀਂ ਗੱਲ ਕਰਦਾ। ਇਹ ਜੇ ਅਗਰ ਤੁਹਾਡਾ ਭਾਰ ਜ਼ਿਆਦਾ ਤਾਂ ਉਹ ਵੀ ਘਟਾ ਦੇਗਾ, ਜੇ ਤੁਹਾਡੀ ਸ਼ੂਗਰ ਹੈ ਉਹ ਵੀ ਠੀਕ ਕਰ ਦੇਗਾ, BP ਉਹ ਵੀ ਠੀਕ ਕਰ ਦੇਗਾ। ਲੇਕਿਨ ਨਾਲ ਦੀ ਨਾਲ ਆਪਾਂ ਵੀ ਖਿਆਲ ਰੱਖਣਾ ਹੈ ਕਿ ਜਿਹੜੀਆਂ ਇਹ ਐਸੋਸੀਏਟਡ ਬਿਮਾਰੀਆਂ ਨੇ, ਚਾਹੇ ਉਹ BP ਹੈ, ਚਾਹੇ ਉਹ ਸ਼ੂਗਰ ਹੈ, ਚਾਹੇ ਉਹ ਮੋਟਾਪਾ ਹੈ ਤੇ ਚਾਹੇ ਹਾਈ ਕੋਲੈਸਟਰੋਲ ਹੈ, ਇਹ ਵੀ ਨਾਲ ਠੀਕ ਹੋਣੇ ਚਾਹੀਦੇ ਆ। ਇਹਦੇ ਉੱਪਰ ਨਿਗਾਹ ਵੀ ਰੱਖਣੀ ਹੈ ਕਿਉਂਕਿ ਇਹ ਨਾਲ ਹੀ ਠੀਕ ਹੋ ਜਾਣਗੇ। ਇਹਦੇ ਵਾਸਤੇ ਆਪਾਂ ਕੋਈ ਸੈਪਰੇਟ ਡਾਈਟ ਨਹੀਂ ਖਾਣੀ। ਆਪਣੇ ਲਾਈਫ ਸਟਾਈਲ ਜਿਹੜਾ ਕੁਛ ਲਾਈਫ ਸਟਾਈਲ ਦੀ ਗੱਲ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਡਾਈਟ ਤੋਂ ਇਲਾਵਾ ਲਾਈਫ ਸਟਾਈਲ ਕਿੱਦਾਂ ਦਾ ਕਰਨਾ ਚਾਹੀਦਾ। ਲਾਈਫ ਸਟਾਈਲ ਦੇ ਅੰਦਰ ਐਕਟਿਵ ਲਾਈਫ, ਜਿਹੜੀ ਆਪਾਂ 2 ਨੰਬਰ 'ਤੇ ਕਾੜੇ ਹੋਏ ਸੀ, 3 ਨੰਬਰ 'ਤੇ ਅਸੀਂ ਆਪਣਾ ਜਾਂ ਤਾਂ ਮੁਸ਼ੱਕਤ ਵਾਲਾ ਕੰਮ ਜਾਂ ਐਕਸਰਸਾਈਜ਼, ਜਾਂ ਉਹਦੇ 'ਚ ਕਰ ਲਿਆ ਯੋਗਾ ਜਾਂ ਕੋਈ ਗੇਮ ਜਾਂ ਡਾਂਸਿੰਗ। ਤਾਂ ਇਹ ਕੋਈ ਨਾ ਕੋਈ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ। ਚੌਥਾ ਨੰਬਰ ਸੀ ਜਿਹੜਾ ਕਿ ਸਟ੍ਰੈਸ ਫਰੀ ਲਾਈਫ, ਹੈਪੀਨੈਸ। ਸੋ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਉਹ ਹੈਪੀਨੈਸ ਹੈ ਅਤੇ ਉਸ ਮਕਸਦ ਹਾਰਟ ਨੂੰ ਜਾ ਕੇ ਬਿਲਕੁਲ ਟੱਚ ਕਰਦਾ। ਜਿਹੜਾ ਬੰਦਾ ਹੈਪੀਨੈਸ ਦੀ ਸਥਿਤੀ 'ਚ ਰਹਿੰਦਾ, ਸ਼ਾਂਤ ਰਹਿੰਦਾ, ਸਹਿਜ 'ਚ ਰਹਿੰਦਾ, ਸਾਰਾ ਦਿਨ ਹੜਬੜਾਹਟ 'ਚ ਨਹੀਂ ਰਹਿੰਦਾ, ਉਹਦਾ ਹਾਰਟ ਜਿਹੜਾ ਕਦੇ ਉਹਨੂੰ ਧੋਖਾ ਨਹੀਂ ਦਿੰਦਾ। ਤਾਂ ਹਾਰਟ ਅੱਜ ਧੋਖਾ ਕਿਉਂ ਦੇ ਰਿਹਾ
ਕਿਉਂਕਿ ਅਸੀਂ ਡਾਈਟ ਮਾੜੀ ਖਾ ਰਹੇ ਹਾਂ, ਇੱਕ ਸਾਡੇ ਵਾਤਾਵਰਣ 'ਚ ਹਵਾ 'ਚ ਪਾਣੀ 'ਚ ਉਹਦੇ 'ਚ ਜ਼ਹਿਰ ਬਹੁਤ ਜ਼ਿਆਦਾ ਨੇ, ਅਤੇ ਤੀਜਾ ਅਸੀਂ ਇੱਕ ਸਟਰੈਸ ਫੁੱਲ ਆਫ ਸਟਰੈਸ ਜਿਹੜੀ ਆ ਤਣਾਅ ਵਾਲੀ ਜ਼ਿੰਦਗੀ ਜੀ ਰਹੇ ਹਾਂ। ਮਾਰਾਮਾਰੀ ਜਿਹੜੀ ਮਾਰਾਮਾਰੀ ਫਾਲਤੂ ਦੀ ਕਰ ਲਈ ਵੀ ਪਤਾ ਨਹੀਂ ਕਿੱਥੇ ਜਾਣਾ। ਅੱਜ ਤੁਸੀਂ ਮਾਰਾਮਾਰੀ ਕਰਦੇ ਬੰਦੇ ਨੂੰ ਪੁੱਛੋ ਵੀ ਤੂੰ ਕਿੱਥੇ ਜਾਣਾ, ਤੇ ਉਹਨੂੰ ਆਪ ਨਹੀਂ ਸਮਝ ਨਹੀਂ ਹੁੰਦੀ। ਪੈਸੇ ਵਾਲੇ ਨੂੰ ਪੈਸੇ ਦੀ ਸਮਝ ਨਹੀਂ ਹੈ ਵੀ ਕਿੰਨਾ ਕੁ ਪੈਸਾ ਕਮਾ ਕੇ ਤੂੰ ਸ਼ਾਂਤ ਹੋ ਜਾਏਗਾ। ਤਾਂ ਪੁੱਛ ਕੇ ਦੇਖੋ ਤੁਸੀਂ ਕਿਸੇ ਅਮੀਰ ਬੰਦੇ ਨੂੰ ਵੀ ਮੈਨੂੰ ਤੂੰ ਲਿਮਟ ਦੱਸ ਦੇ ਵੀ ਜੇ ਤੈਨੂੰ ਇੰਨਾ ਪੈਸਾ ਹੋਵੇ ਤਾਂ ਤੂੰ ਸ਼ਾਂਤ ਹੋ ਜਾਏਗਾ। ਉਹ ਸ਼ਾਂਤ ਤਾਂ ਬਿਲ ਗੇਟ ਨਹੀਂ ਹੋਇਆ। ਕੋਈ ਜਿਹੜਾ ਇਸ ਰਾਹ 'ਚ ਪੈ ਗਿਆ ਉਹ ਸ਼ਾਂਤ ਨਹੀਂ ਹੋ ਸਕਦਾ। ਲੱਗਦਾ ਸ਼ਾਂਤੀ ਸੈਂਟਰ, ਖੁਸ਼ੀ ਅਗਰ ਕੇਂਦਰ 'ਚ ਰੱਖ ਕੇ ਫਿਰ ਬਾਕੀ ਕੰਮ ਕਰੀਏ ਤਾਂ ਫਿਰ ਆਪਾਂ ਪਹੁੰਚ ਜਾਵਾਂਗੇ। ਅਤੇ ਉਹ ਹਾਰਟ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਮਨੁੱਖੀ ਜੀਵਨ ਦੇ ਸੈਂਟਰ ਦੇ ਵਿੱਚ ਇੱਕ ਧੁਰਾ ਹੋਣੀ ਚਾਹੀਦੀ ਹੈ ਖੁਸ਼ੀ। ਫਿਰ ਜਿਹੜਾ ਅਸੀਂ ਟੁੱਟ ਗਏ ਹਾਂ ਸਮਾਜ ਨਾਲੋਂ, ਪਰਿਵਾਰਾਂ ਨਾਲੋਂ, ਇਹ ਵੀ ਇੱਕ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਕਿ ਪਰਿਵਾਰ ਜਿਹੜਾ ਬਹੁਤ ਹੀ ਸੁੰਦਰ ਸੰਸਥਾ ਹੈ, ਇਹਦੇ ਜੁੜ ਕੇ ਰਹੋ। ਵੀਨੈਸ, ਮੇਰਾ ਪਰਿਵਾਰ, ਮੇਰਾ ਭੈਣ, ਮੇਰਾ ਭਰਾ, ਮੇਰਾ ਬੱਚਾ, ਮੇਰੀ ਬੀਵੀ, ਮੇਰੀ ਮਾਂ, ਮੇਰਾ ਬਾਪ, ਇਹ ਮੇਰੇ ਇੱਕ ਇਕਾਈ ਹੈ। ਉਹਨਾਂ ਦਾ ਖਿਆਲ ਰੱਖਣਾ ਮੇਰੀ ਜ਼ਿੰਮੇਵਾਰੀ ਹੈ, ਉਹ ਸਾਰੇ ਰਲ ਕੇ ਮੇਰਾ ਖਿਆਲ ਰੱਖਣਗੇ। ਤਾਂ ਇੱਕ ਇਕਾਈ ਦੇ ਤੌਰ 'ਤੇ ਪਰਿਵਾਰ ਨੂੰ ਕਰਨਾ। ਫਿਰ ਸਮਾਜ ਨੂੰ, ਪੁਰਾਣੇ ਜਿਵੇਂ ਸੱਥਾਂ ਹੁੰਦੀਆਂ ਸੀਗੀਆਂ, ਲੋਕ ਬੈਠ ਕੇ ਗੱਪ ਮਾਰਦੇ ਸੀ, ਹੱਸਦੇ ਖੇਡਦੇ ਸੀਗੇ। ਹੌਲੀ ਹੌਲੀ ਸੱਥਾਂ ਗਾਇਬ ਹੋ ਰਹੀਆਂ ਨੇ, ਸੱਥਾਂ ਹੀ ਗਾਇਬ ਹੋ ਰਹੀਆਂ ਨੇ। ਤਾਂ ਸੱਥਾਂ ਦਾ ਕੋਈ ਬਦਲ ਲਿਆਉਣਾ ਚਾਹੀਦਾ ਸਾਨੂੰ ਕਿ ਅਸੀਂ ਔਰਗਨਾਈਜ਼ ਢੰਗ ਦੇ ਨਾਲ ਇਕੱਠੇ ਹੋਈਏ। ਰੋਜ਼ ਨਹੀਂ ਤਾਂ ਹਫ਼ਤੇ 'ਚ 2 ਵਾਰੀ, 3 ਵਾਰੀ, 4 ਵਾਰੀ, 1 ਵਾਰੀ, ਜਿੰਨੀ ਵਾਰੀ ਸੰਭਵ ਹੋਏ ਤਾਂ ਬੈਠ ਕੇ ਆਪਣੀ ਹੀ ਦੀ ਚੁਟਕਲੇ, ਹਾਸੇ ਮਜ਼ਾਕ, ਤਾਂ ਉਹ ਸਾਰਾ ਜਿਹੜਾ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਕਿ ਸਮਾਜ ਦੇ ਅੰਦਰ ਜਿਹੜਾ ਤੋੜ-ਫੋੜ ਹੋ ਰਹੀ ਹੈ ਅਤੇ ਪਰਿਵਾਰ 'ਚ ਤੋੜ-ਫੋੜ ਹੋ ਰਹੀ ਹੈ, ਇਹਨੇ ਬਹੁਤ ਸਟਰੈਸ ਕ੍ਰੀਏਟ ਕੀਤਾ। ਸੋ ਇਹ ਸਟਰੈਸ ਫਰੀ ਲਾਈਫ ਹੋਣੀ ਵੀ ਜਿਹੜੀ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਜਿਹੜਾ ਇਹ ਜਾਣਕਾਰੀ ਦਿੱਤੀ ਹੈ, ਅਤੇ ਮੈਨੂੰ ਲੱਗਦਾ ਕਿ ਜਿਹੜੇ ਸੁਣਨ ਵਾਲੇ ਹੋਣਗੇ ਉਹਨਾਂ ਨੂੰ ਇਹ ਪੂਰੀ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ। ਅਤੇ ਜਾਣ ਲੱਗਿਆ ਇੱਕ ਤੁਹਾਡੇ ਤੋਂ ਵਾਅਦਾ ਲੈ ਕੇ ਕਿ ਸਡਨ ਹਾਰਟ ਅਟੈਕ ਜੇ ਕਿਸੇ ਨੂੰ ਹੁੰਦਾ ਹੋਵੇ ਅਤੇ ਉਹਦੇ ਲਈ ਆਪਾਂ ਨੇ ਕੀ ਕਰਨਾ, ਉਹ ਵੀ ਆਪਾਂ ਇੱਕ ਵੀਡੀਓ ਜਿਹੜੀ ਉਹ ਜ਼ਰੂਰ ਉਹ ਸੈਪਰੇਟ ਕਰਾਂਗੇ। ਉਹਦੇ 'ਚ ਫਿਰ ਆਪਾਂ ਨੂੰ ਉਸ ਵੇਲੇ ਦੀ ਜਿਹੜੇ ਪ੍ਰੋਸੀਜਰਸ ਨੇ ਕੀ ਕਰਨੇ ਆ, ਉਹਦੀ ਗੱਲ ਕਰਾਂਗੇ, ਜ਼ਰੂਰ ਕਰਾਂਗੇ। ਅਤੇ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਇਸ ਐਪੀਸੋਡ ਦੇ ਵਿੱਚ ਕੋਈ ਜਾਣਕਾਰੀ ਅਜਿਹੀ ਬਚੀ ਨਹੀਂ ਹੋਏਗੀ ਜਿਹੜੀ ਕਿ ਦਰਸ਼ਕਾਂ ਤੱਕ ਆਪਾਂ ਨੇ ਨਹੀਂ ਪਹੁੰਚਾਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ। ਤੁਸੀਂ ਮੈਨੂੰ ਲੱਗਦਾ ਬਹੁਤੇ ਸਾਰੇ ਲੋਕਾਂ ਨੇ ਤਾਂ ਕਾਪੀ ਪੈਨ ਦੇ ਉੱਤੇ ਨੋਟ ਵੀ ਕੀਤੀਆਂ ਹੋਣੀਆਂ ਵੀ ਕਿਹੜੀਆਂ ਚੀਜ਼ਾਂ ਨੇ, ਅਤੇ ਡਾਕਟਰ ਸਾਹਿਬ ਨੇ ਜਿਹੜੀਆਂ ਚੀਜ਼ਾਂ ਦੱਸੀਆਂ ਨੇ ਉਹ ਉਹਨਾਂ ਨਾਲ ਆਪਾਂ ਘਰ ਬੈਠੇ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਦਿਲ ਦੀ ਸਿਹਤ ਨੂੰ ਮਜ਼ਬੂਤ ਕਰ ਸਕਦੇ ਹਾਂ। ਜੇ ਕਿਸੇ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਰਹੀ ਹੈ ਅਤੇ ਉਹਨੇ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਆਪਾਂ ਨੇ ਅਪਣਾਉਣਾ ਹੈਗਾ, ਹਾਰਟ ਕੀ ਹੈਗਾ, ਜਿਹਨੂੰ ਹਾਰਟ ਨੂੰ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਕਿੱਦਾਂ ਆਉਂਦੀ ਹੈਗੀ ਹੈ, ਅੰਦਰ ਦੇ ਬਦਲਾਓ ਕਿਸ ਤਰ੍ਹਾਂ ਦੇ ਹੁੰਦੇ ਨੇ, ਅੰਦਰ ਇਲੈਕਟ੍ਰੀਸਿਟੀ ਜਿਹੜੀ ਉਹ ਕਿਸ ਤਰ੍ਹਾਂ ਬਣਦੀ ਹੈਗੀ ਹੈ ਹਾਰਟ ਦੇ ਵਿੱਚ, ਕਿੱਦਾਂ ਦੇ ਜਿਹੜੇ ਉਹ ਵਰਤਾਰੇ ਹੋ ਕੇ ਜਦੋਂ ਹਾਰਟ ਅਟੈਕ ਹੁੰਦਾ ਤਾਂ ਫਿਰ ਅਸੀਂ ਕਿੱਦਾਂ ਭੱਜਦੇ ਹੈਗੇ ਹਾਂ, ਕਿਹੜੇ ਤਰੀਕੇ ਅਪਣਾਉਂਦੇ ਹਾਂ, ਕਿੱਦਾਂ ਜਿਹੜਾ ਸਾਡੀ ਬੋਡੀ ਦੇ ਅੰਦਰ ਜਿਹੜੇ ਉਸ ਟਾਈਮ ਦਰਦ ਜਦੋਂ ਹੁੰਦਾ ਉਹ ਕਿਹੜੇ ਦਰਦ ਨੂੰ ਸਾਨੂੰ ਕਿਸ ਤਰੀਕੇ ਲੈਣਾ ਚਾਹੀਦਾ ਹੈ, ਜਿਹੜੇ ਗੈਸ ਦਾ ਦਰਦ ਹੈ, ਐਸਿਡਿਟੀ ਦਾ ਦਰਦ ਹੈ, ਉਹਦੇ 'ਤੇ ਹਾਰਟ ਅਟੈਕ ਦੇ ਦਰਦ ਦੇ ਜਿਹੜਾ ਉਹ ਸਿਮਿਲੈਰਿਟੀਜ਼ ਕਿਉਂ ਨੇ, ਕੀ ਕਾਰਨ ਨੇ ਕਿ ਜਿਹੜਾ ਅਸੀਂ ਜਿਹੜੇ ਬਹੁਤੇ ਵਾਰੀ ਜਿਹੜੇ ਆ ਉਹ ਗੈਸ ਦੇ ਦਰਦ ਨੂੰ ਵੀ ਜਿਹੜਾ ਉਹ ਹਾਰਟ ਅਟੈਕ ਦਾ ਦਰਦ ਸਮਝ ਲੈਂਦੇ ਹਾਂ। ਅਤੇ ਜਦੋਂ ਹਾਰਟ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਅਤੇ ਉਸ ਸਮੱਸਿਆ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਨੇ ਹੈਂਡਲ ਕਰਨਾ ਅਤੇ ਕੀ ਕਰੀਏ ਜਿਹੜਾ ਕਿ ਸਾਡੇ ਦਿਲ ਦੀ ਸਿਹਤ ਜਿਹੜੀ ਉਹ ਮਜ਼ਬੂਤ ਰਹੇ। ਜਿਨ੍ਹਾਂ ਸੱਜਣਾਂ ਦੀ ਜਿਹੜੀ ਦਿਲ ਦੀ ਸਿਹਤ ਕਮਜ਼ੋਰ ਹੈ ਉਹਨਾਂ ਨੂੰ ਡਾਕਟਰ ਸਾਹਿਬ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਨੇ ਵੀ ਉਹ ਤੁਸੀਂ ਘਰ ਬੈਠੇ ਹੀ ਜਿਹੜੀਆਂ ਤੁਸੀਂ ਖਾਣ ਪੀਣ ਬਦਲ ਕੇ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਆਪਣੇ ਰੂਟੀਨ ਦੇ ਖਾਣ ਪੀਣ ਦੇ ਵਿੱਚ ਸ਼ਾਮਲ ਕਰਕੇ ਅਤੇ ਤੁਸੀਂ ਆਪਣੇ ਨਾ ਸਿਰਫ ਦਿਲ ਦੀ ਸਿਹਤ ਬਲਕਿ ਹੋਰ ਸਾਰੇ ਅੰਗਾਂ ਦੀ ਸਿਹਤ ਨੂੰ ਵੀ ਤੰਦਰੁਸਤ ਕਰ ਸਕਦੇ ਹੋ। ਅਤੇ ਜੇਕਰ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਫਿਰ ਕਿਹੜੀ ਪੱਧਤੀ ਅਪਣਾਉਣੀ ਹੈ ਅਤੇ ਕਿਹੜੇ ਢੰਗ ਨਾਲ ਅਪਣਾਉਣੀ ਹੈ ਅਤੇ ਕਿੱਥੇ ਆਪਾਂ ਨੇ ਗੁਰੇਜ਼ ਕਰਨਾ ਅਤੇ ਕਿੱਥੇ ਆਪਾਂ ਨੇ ਗੁਰੇਜ਼ ਨਹੀਂ ਕਰਨਾ, ਇਹ ਵੀ ਅੱਜ ਵਿਸਾਰ ਦੇ ਨਾਲ ਤੁਹਾਡੇ ਸਾਹਮਣੇ ਰੱਖ ਦਿੱਤਾ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਹਿਲਾਂ ਵਾਂਗੂ ਹੀ ਫਿਰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇੱਕ ਵਾਰ ਫਿਰ ਬੇਨਤੀ ਹੈ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਡਾਕਟਰ ਸਾਹਿਬ ਨੇ ਅੰਕੜੇ ਦਿੱਤੇ ਨੇ ਕਿ 17 ਲੱਖ ਬੰਦਾ ਹਰ ਸਾਲ ਜਿਹੜਾ ਉਹ ਹਾਰਟ ਅਟੈਕ ਦੇ ਨਾਲ ਮਰ ਜਾਂਦਾ ਭਾਰਤ ਦੇ ਵਿੱਚ। ਅਤੇ ਜੇਕਰ ਆਪਾਂ ਚੰਦ ਕੀ ਜ਼ਿੰਦਗੀਆਂ ਵੀ ਜਿਹੜਾ ਇਸ ਤਰ੍ਹਾਂ ਦੇ ਲਾਈਫ ਸਟਾਈਲ ਉਹਨਾਂ ਦੇ ਸਾਹਮਣੇ ਧਰ ਕੇ ਜੇ ਉਹ ਅਪਣਾ ਲੈਂਦੇ ਨੇ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਘਰ ਬੈਠੇ ਹੀ ਆਪਣਾ ਇਲਾਜ ਖੁਦ ਕਰ ਲੈਂਦੇ ਨੇ
ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।